सत श्री अकाल, सलाम, नमस्कार, आदाब, सब सत्कार है सज्जनों ਨੂੰ जो इस वक्त जिंदगी ਦੇ ਰੰਗਾਂ ਤੇ ਵਾਦੀਆਂ ਤਿਰੰਗਾਂ ਨੂੰ ਮਾਣਦੇ ਹੋਏ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਸਵਾਗਤ ਕਰਦਾ। ਭਾਰਤੀ ਸਮਾਂ 7:35 ਸ਼ੁੱਕਰਵਾਰ ਦੀ ਸ਼ਾਮ 20 ਮਈ ਸਨ 2022 ਜੇਠ ਮਹੀਨੇ ਦੀ 7 ਤਰੀਕ ਨਾਨਕਸ਼ਾਹੀ ਸੰਮਤ 554 ਨੂੰ ਆਪ ਸਭ ਸੱਜਣਾਂ ਦਾ ਪਟਿਆਲਾ ਸਟੂਡੀਓ ਤੋਂ ਪਰਮਿੰਦਰ ਵੱਲੋਂ ਸਵਾਗਤ। ਸੋਮਵਾਰ ਤੋਂ ਲੈ ਕੇ ਸ਼ਨੀਵਾਰ ਸਵੇਰੇ 6 ਤੋਂ 8 ਤੇ ਸ਼ਾਮ ਨੂੰ 7:30 ਤੋਂ 9:30 ਸਵੇਰੇ ਦੋਸਤੋ ਆਪਾਂ ਸਮਾਂ ਚੇਂਜ ਕਰ ਦਿੱਤਾ। ਭਾਰਤੀ ਸਮੇਂ ਮੁਤਾਬਕ ਹੁਣ ਆਪਾਂ ਸਵੇਰੇ 6 ਵਜੇ ਤੋਂ ਲੈ ਕੇ 8 ਵਜੇ ਤੱਕ ਲਾਈਵ ਜੁੜਦੇ ਹਾਂ ਤੇ ਸ਼ਾਮ ਨੂੰ 7:30 ਤੋਂ 9:30 ਜਾਣੀ ਕਿ ਭਾਰਤੀ ਸਮੇਂ ਮੁਤਾਬਕ ਸਵੇਰੇ 1 ਘੰਟਾ ਆਪਾਂ ਪ੍ਰੋਗਰਾਮ ਅਗਾਂਹ ਕਰ ਦਿੱਤਾ ਹੈ ਤੇ ਤੁਸੀਂ ਇਸ ਦੌਰਾਨ ਆਪਣੇ ਇਹਨਾਂ ਪ੍ਰੋਗਰਾਮਾਂ ਨੂੰ ਆਪਣੀ ਵੈਬਸਾਈਟ tivanaradio.com ਦੇ ਜ਼ਰੀਏ ਸੁਣਦੇ ਹੋ, ਜਿੱਥੇ ਤੁਹਾਨੂੰ ਆਈਫੋਨ ਤੇ ਐਂਡਰਾਇਡ ਐਪਸ ਦੇ ਲਿੰਕ ਮਿਲਣਗੇ। ਇੰਸਟਾਲ ਕਰੋ। ਟਿਵਾਣਾ ਰੇਡੀਓ ਦਾ ਫੇਸਬੁੱਕ ਤੇ YouTube ਪੇਜ ਦਾ ਲਿੰਕ ਮਿਲੇਗਾ, ਲਾਈਕ ਕਰੋ, ਬੈਲ ਆਈਕਨ ਦਬਾਓ। ਇਸ ਤੋਂ ਇਲਾਵਾ ਅਮਰੀਕਾ ਦਾ ਕਾਲ ਟੂ ਲਿਸਨ ਨੰਬਰ ਉੱਥੇ ਤੁਹਾਨੂੰ ਮਿਲੇਗਾ, ਉਹ ਨੰਬਰ ਹੈ 667 930 9260 667 930 9260 667 930 9260 ਨੰਬਰ ਤੇ ਤੁਸੀਂ ਡਾਇਲ ਕਰਨਾ ਤੇ ਉਸ ਦੌਰਾਨ ਤੁਹਾਨੂੰ ਉੱਥੇ ਆਪਣੇ ਜਿਹੜਾ ਫਿਰ ਰੇਡੀਓ ਚੱਲਦਾ ਫੋਨ ਦੇ ਜ਼ਰੀਏ ਸੁਣਨ ਨੂੰ ਮਿਲੇਗਾ। ਇੰਟਰਨੈਟ ਖਾਸ ਕਰਕੇ YouTube ਵਗੈਰਾ ਜਾਂ Facebook ਜਾਂ ਐਪਸ ਦੀ ਉਸ ਤੇ ਜ਼ਰੂਰਤ ਨਹੀਂ ਹੈ। ਜੇ ਫੇਸਬੁੱਕ ਜਾਂ ਐਪਸ ਤੇ ਸੁਣਨਾ ਤਾਂ ਫਿਰ ਆਪਣੀ ਵੈਬਸਾਈਟ ਤੇ ਜਾ ਕੇ ਉਸ ਦਾ ਲਿੰਕ ਹਾਸਲ ਕਰ ਦਿਓ। ਟਿਵਾਣਾ ਰੇਡੀਓ ਦਾ YouTube ਪੇਜ ਹੈ, ਮੇਰਾ ਆਪਣਾ ਪਰਮਿੰਦਰ ਸਿੰਘ ਟਿਵਾਣਾ ਦਾ ਫੇਸਬੁੱਕ ਪੇਜ ਹੈ, ਉੱਥੇ ਪ੍ਰੋਗਰਾਮ ਲਾਈਵ ਹੁੰਦਾ ਹੈ ਤੇ ਇਸ ਪ੍ਰੋਗਰਾਮ ਦਾ YouTube ਦਾ ਲਿੰਕ ਅਗਰ ਆਪਣੇ WhatsApp ਨੰਬਰ ਤੇ ਮੰਗਵਾਉਣਾ ਚਾਹੁੰਦੇ ਹੋ ਤਾਂ ਆਪਣਾ WhatsApp ਗਰੁੱਪ ਨੰਬਰ ਹੈ 9876309655 9876309655। ਇਸ ਨੰਬਰ ਤੇ ਡਾਇਲ ਕਰਕੇ ਵੀ ਇਸ ਪ੍ਰੋਗਰਾਮ ਨੂੰ ਤੁਸੀਂ ਲਿੰਕ YouTube ਦਾ ਮੰਗਵਾ ਸਕਦੇ ਹੋ ਤੇ ਆਪਣਾ ਕਾਲ ਵੀ ਇਸ ਪ੍ਰੋਗਰਾਮ ਦੇ ਵਿੱਚ ਕਰ ਸਕਦੇ ਹੋ ਤੇ ਇਸ ਤੋਂ ਇਲਾਵਾ ਉੱਥੇ ਨਾਲ ਤੁਹਾਨੂੰ ਜਿਹੜਾ ਆਪਣਾ WhatsApp ਦਾ ਨੰਬਰ ਵੀ ਇਸ ਦੇ ਜ਼ਰੀਏ ਮਿਲ ਜਾਏਗਾ। ਇਹ ਸੀ ਜ਼ਰੂਰੀ ਬੇਨਤੀਆਂ। ਸਮਾਂ ਜ਼ਰੂਰ ਨੋਟ ਕਰ ਲਓ। ਸਵੇਰੇ ਭਾਰਤੀ ਸਮਾਂ 6 ਵਜੇ ਹੋ ਗਿਆ ਹੁਣ ਆਪਣਾ ਤੇ ਪ੍ਰੋਗਰਾਮ ਨੂੰ ਲਾਈਵ ਤਾਂ ਤੁਸੀਂ ਲਿੰਕ ਹਾਸਲ ਕਰ ਹੀ ਲੈਂਦੇ ਹੋ, ਪਰ ਬਾਅਦ ਦੇ ਵਿੱਚ ਪ੍ਰੋਗਰਾਮ ਨੂੰ ਐਡਿਟ ਕਰਕੇ ਟਾਈਟਲ ਵਗੈਰਾ ਉਸ ਦਾ ਲਿਖ ਕੇ ਪੰਜਾਬੀ ਦੇ ਵਿੱਚ ਉਹ ਆਪਾਂ ਸ਼ੇਅਰ ਕਰੀਦਾ। ਉਹਦੇ ਵਿੱਚ ਇਹ ਹੈ ਕਿ ਥੋੜਾ ਜਿਹਾ ਐਡਿਟ ਕੀਤਾ ਹੁੰਦਾ, ਡਿਸਟਰਬੈਂਸ ਫਾਲਤੂ ਕੱਢ ਦੇਈਦੀ ਹੈ ਤੇ ਆਵਾਜ਼ ਜੇ ਵੱਧ ਘੱਟ ਹੈ ਉਹ ਸੈੱਟ ਕਰ ਦੇਈਦੀ ਹੈ ਤੇ ਉਹ ਨਾਲ ਡਾਊਨਲੋਡ ਹੋ ਜਾਂਦਾ ਤੇ ਡਾਊਨਲੋਡ ਕਰਕੇ ਵੀ ਤੁਸੀਂ ਸੁਣ ਸਕਦੇ ਹੋ। ਇਹ ਸੀ ਜ਼ਰੂਰੀ ਬੇਨਤੀਆਂ। ਦੌਰੇ ਸਿਆਸਤ ਦੇ ਵਿੱਚ ਬੜਾ ਕੁਝ ਅਹਿਮ ਹੋ ਰਿਹਾ। ਨਵਜੋਤ ਸਿੰਘ ਸਿੱਧੂ ਆਖਰ ਸਟਾਰ ਤੋਂ ਜੇਲ੍ਹ ਦੇ ਵਿੱਚ ਕੈਦੀ ਬਣ ਗਏ ਨੇ। 1 ਸਾਲ ਵਾਸਤੇ ਜੇਲ੍ਹ ਭੇਜ ਦਿੱਤਾ ਗਿਆ। ਹਾਲਾਂਕਿ ਬਿਮਾਰੀ ਦਾ ਵੀ ਉਹਨਾਂ ਨੇ ਅਪੀਲ ਕੀਤੀ ਸੀ ਕਿ ਰਾਹਤ ਕੁਝ ਦਿੱਤੀ ਜਾਵੇ, ਪਰ ਸੁਪਰੀਮ ਕੋਰਟ ਨੇ ਨਹੀਂ ਮੰਨੀ। ਬੜਾ ਤਾਮਝਾਮ ਪਟਿਆਲਾ ਦੇ ਵਿੱਚ ਅੱਜ ਰਿਹਾ। ਬਾਕੀ ਪਟਿਆਲੇ ਵਾਲੇ ਸੁਰਿੰਦਰ ਹੋਰਾਂ ਨੂੰ ਪੁੱਛਦੇ ਹਾਂ ਕੀ ਕਹਿੰਦੇ ਆ ਸੁਰਿੰਦਰ ਜੀ, ਐਡਵੋਕੇਟ ਸਾਹਿਬ, ਇਸ ਬਾਰੇ। ਸੁਰਿੰਦਰ ਬਾਈ ਜੀ ਸਵਾਗਤ, ਸਤਿ ਸ਼੍ਰੀ ਅਕਾਲ, ਮਿਹਰਬਾਨੀ, ਕੀ ਹਾਲ ਚਾਲ ਨੇ? ਤੇ ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਕਵਰੇਜ ਹੋਈ ਹੈ, ਤੁਹਾਨੂੰ ਸਾਰਿਆਂ ਨੂੰ ਪਤਾ। ਸਰਕਮਸਟੈਂਸ ਕੀ ਇਸ ਦੇ ਵਿੱਚ ਅਦਾਲਤੀ ਦੁਨੀਆ ਦੇ ਰਹੇ ਨੇ, ਉਸ ਤੇ ਚਰਚਾ ਕਰਦੇ ਹਾਂ ਆਪਾਂ। ਤੁਸੀਂ ਕਾਲ ਕਰਨੀ ਹੋਵੇ ਤਾਂ 9876309655 ਨੰਬਰ ਹੈ। ਜੇ ਕੋਈ ਦਿੱਕਤ ਆਉਂਦੀ ਹੈ ਤਾਂ ਮੈਸੇਜ ਕਰ ਦਿਆ ਕਰੋ ਨਾਲ, ਕਿਉਂਕਿ ਤੁਸੀਂ ਆਪਣੇ ਪ੍ਰੋਗਰਾਮ ਦੇ ਡਾਇਰੈਕਟਰ ਹੋ। ਕਿਉਂਕਿ ਜੇ ਕਿਤੇ ਦਿੱਕਤ ਆਉਂਦੀ ਹੋ ਤੁਸੀਂ ਉਹ ਦੱਸਣਾ ਕਿ ਭਾਈ ਫੇਸਬੁੱਕ ਤੇ ਦਿੱਕਤ ਆ ਗਈ, YouTube ਤੇ ਐਪਸ ਤੇ ਦਿੱਕਤ ਆ ਗਈ ਜੀ। ਸੁਰਿੰਦਰ, ਸਿਸਟਮ ਦੇ ਵਿੱਚ ਕੀ ਦਿੱਕਤ ਆਈ ਕਿ ਸੁਪਰੀਮ ਕੋਰਟ ਤੋਂ ਉਹਨਾਂ ਨੂੰ ਮੈਡੀਕਲ ਗਰਾਊਂਡ ਤੇ ਰਾਹਤ ਨਹੀਂ ਮਿਲੀ ਤੇ ਆਖਰ ਨੂੰ ਮਾਤਾ ਕਸ਼ਲਿਆ ਹਸਪੀਟਲ, ਜਿੱਥੇ ਸ਼ਾਇਦ ਅੱਧਿਓਂ ਵੱਧ ਪਟਿਆਲਾ ਜੰਮਿਆ, ਮੇਰੇ ਖਿਆਲ ਨਵਜੋਤ ਸਿੰਘ ਸਿੱਧੂ ਦਾ ਵਰਤ ਵੀ ਉੱਥੇ ਹੀ ਹੋਇਆ ਹੋਣਾ, ਤੇ ਆਖਰ ਉੱਥੇ ਮੈਡੀਕਲ ਕਰਾ ਕੇ ਜੇਲ੍ਹ ਭੇਜ ਦਿੱਤਾ ਗਿਆ। ਕੀ ਸਰਕਮਸਟੈਂਸ ਰਹੇ ਨਵਜੋਤ ਸਿੰਘ ਸਿੱਧੂ ਦੀ ਗ੍ਰਿਫਤਾਰੀ ਕਹਿ ਲਈਏ ਜਾਂ ਉਸਦੇ ਸਰੈਂਡਰ, ਉਸਦੇ ਆਤਮ ਸਮਰਪਣ ਤੋਂ ਬਾਅਦ ਜੇਲ੍ਹ ਭੇਜਣ ਤੱਕ ਬੜਾ ਮੀਡੀਆ ਦਾ ਤਾਮਝਾਮ ਅੱਜ ਰਿਹਾ ਜੀ? ਸੁਰਿੰਦਰ ਜੀ, ਪਹਿਲੀ ਗੱਲ ਤੇ ਆ ਸਜ਼ਾ ਹੋਈ 1 ਸਾਲ ਦੀ। ਸਜ਼ਾ ਉਨੀ ਓਡੀ ਉਹਦੇ ਲਈ ਖਤਰਨਾਕ ਨਹੀਂ ਹੈ ਜਿੰਨੀ ਅੱਜ ਮੀਡੀਆ ਨੇ ਉਹਨੂੰ ਮਤਲਬ ਸਜ਼ਾ ਜਿਹੜੀ ਦਿੱਤੀ ਅੱਜ ਦੇ ਦਿਨ, ਕੱਲ ਦੁਪਹਿਰ ਤੋਂ ਲੈ ਕੇ, ਯਾਨੀ ਕਿ ਕੁੱਲ ਇਹ ਜਿਹੜੀ 25-26 ਘੰਟੇ ਦੀ ਉਹਨੂੰ ਸਜ਼ਾ ਦਿੱਤੀ ਗਈ ਆ,
मीडिया ने धुक्की कड़ दिती। यानी कि मैं वो भी बंदे देखे जेडे मज्जां नूं पट्ठे पाउण दे भी लायक नहीं सी, वो भी मैक चक्की फिरदे सी। ठीक है ना, मतलब जिहदे जो मूंह च आया उन्हें कढ दिता। देखो जी कातल आ गया, कातल आ गया, किसी नूं बेवकूफ नूं ये नहीं पता ना वो ते 302 ना 304 ना ही ओहदे ते 307 किसी च भी नहीं, केवल ते केवल 323 दे विच ओनू 1 साल दी सजा होई है। 323 कतल दी बनदी है, मतलब एडे बेवकूफ कट्ठे होए। चलो दूसरी गल रह गई कि ओनू सुप्रीम कोर्ट तो कोई रिलीफ नहीं मिली। रिलीफ मिलनी किदां सी, जां तो सलमान खान हुंदा तां मिलदी सी कि रात नूं 1-1:30 बजे कोर्ट खुल जांदी, ते जां ओह सुनील दत्त दा मुंडा संजय दत्त हुंदा तां मिलदी सी। हुण नवजोत सिद्धू दा कांग्रेस सारी दी सारी ओहदी दुश्मन अकाली। बिल्कुल देखो मीडिया अर्नब गोस्वामी हुंदा तां भी कोर्ट खुल जानी सी। गल ये है कि जे खुलनी हुंदी तां बाई जी डुब्बी तां जे साह ना आया, जे कुछ होण दी उम्मीद हुंदी ते फिर इस केस च सजा ही क्यों हुंदी, है ना। गल ये नहीं है, आम आदमी पार्टी च हुंदा, बीजेपी च हुंदा ते सजा नहीं सी होनी। कंध ते लिखिआ सच है जी। कंटिन्यू प्लीज। हुण गल सीगी कि उन्हें रिलीफ मंगी सी 1 हफ्ते दी, मैनूं 1 हफ्ता दे दो, क्योंकि उन्हां नूं सी क्यूरेटिव उन्हां ने पटीशन जिहड़ी सीगी वो फाइल करनी सीगी, ਉਹਦੇ ਲਈ ਉਹਨਾਂ ਨੇ ਇਨਕਾਰ ਕਰ ਦਿੱਤਾ। ਦੂਸਰੀ ਗੱਲ ਕਿਤੇ ਨਾ ਕਿਤੇ ਵਕੀਲਾਂ ਦੀ ਵੀ ਗਲਤੀ ਸੀ। ਜਦੋਂ ਕੱਲ ਇੱਕ ਬੈਂਚ ਬੈਠਾ ਸੀ ਜਿਹਨੇ ਫੈਸਲਾ ਸੁਣਾਇਆ ਤੇ ਇਹ ਕੁਝ ਉਦੋਂ ਹੀ ਸਾਹਮਣੇ ਰੱਖਣਾ ਚਾਹੀਦਾ ਸੀ ਕਿ ਦੱਸੋ ਸਰੈਂਡਰ ਕਦੋਂ ਕਰਨਾ ਜੀ। ਜੇ ਉਹ ਕਹਿ ਦਿੰਦੇ ਕਿ ਅੱਜ ਕਰੋ ਜਾਂ ਕੱਲ ਕਰੋ ਤੇ ਕਹਿ ਦਿੰਦੇ ਜੀ ਸਾਨੂੰ 1 ਜਾਂ 2 ਹਫ਼ਤੇ ਦੀ ਮੁਹਲਤ ਦੇ ਦਿਓ ਤੇ ਫੈਸਲਾ ਹੋ ਜਾਂਦਾ। ਅੱਜ ਕੀ ਸੀ, ਤਿੰਨੋਂ ਜੱਜ 3 ਅਲੱਗ-ਅਲੱਗ ਕੋਰਟਾਂ 'ਚ ਬੈਠੇ ਸੀ ਤੇ ਫਿਰ किस तरह रिलीफ मिलती। अगली गल, जे मैं जेडे पहला नाम लाए उन्हां च कोई भी एक हुंदा तां फिर चीफ जस्टिस दे लग जांदी, ओह नाल दी नाल एक बेंच तैयार कर दिंदा, बेंच सुनवाई करके फैसला सुना दिंदा कि ठीक है जी इन्हां नूं 3 महीने 3 हफ्ते दी मोहलत दित्ती जांदी आ। उन्हें च अपील आ जांदी ते अपील ते छड्ड दित्ता जांदा। पर गल इह है कि मैं सारा फुल्लण लगा रहा अज पूरा दिन भी इहनूं देखां कि इदां दे किन्ने को केस आ। परमिंਦਰ 1950 ਦੇ ਵਿੱਚ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋਇਆ। ਜਿਹੜੇ ਕਾਨੂੰਨ ਥੱਲੇ ਅਸੀਂ ਰਹਿ ਰਹੇ ਹਾਂ 26 ਜਨਵਰੀ 1950 ਦਾ ਵਾ, ਯਾਨੀ ਕਿ ਭਾਵੇਂ 15 ਅਗਸਤ 1947 ਨੂੰ ਆਜ਼ਾਦ ਹੋ ਗਏ ਸੀ ਪਰ ਮੌਜੂਦਾ ਕਾਨੂੰਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਯਾਨੀ ਕਿ ਕੁੱਲ 72 ਸਾਲ ਹੋ ਗਏ। 72 ਸਾਲਾਂ ਦੇ ਵਿੱਚ ਸੁਪਰੀਮ ਕੋਰਟ ਦਾ ਪਹਿਲਾ ਫੈਸਲਾ ਮੈਨੂੰ ਇੱਕ ਵੀ ਨਹੀਂ ਲੱਭਿਆ ਅੱਜ ਤੱਕ ਜਿਹਦੇ ਚ ਰਿਵਿਊ ਦੇ ਵਿੱਚ ਜਾ ਕੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਬਦਲਿਆ ਹੋਵੇ। ਕਿਉਂਕਿ ਰਿਵਿਊ ਪਟੀਸ਼ਨ ਸੀ। ਫਿਰ ਕ੍ਰੈਡਿਟ ਸੁਰਿੰਦਰ ਵੀਰ ਉਹਨਾਂ ਨੂੰ ਜਾਂਦਾ ਜਿਹੜੇ ਕਹਿੰਦੇ 70 ਸਾਲ में पहली बारी हुआ। ਇਹ ਮੋਦੀ ਸਾਹਿਬ ਦੇ ਇਤਿਹਾਸ ਦੇ ਅਧਿਆਇ ਦਾ ਇੱਕ ਕਾਲਾ ਪੰਨਾ ਆ ਕਿ 70 ਸਾਲ में ਉਹਦੀ ਪਾਰਟੀ ਛੱਡ ਕੇ ਜਾਣ ਵਾਲੇ ਨਾਲ ਇੱਕ ਐਦਾਂ ਵੀ ਹੋਈ, ਕੱਲ ਨੂੰ ਪਾਰਟੀ 'ਚ ਵੀ ਆ ਜਾਏਗਾ। ਬਦਲੀ ਕੋਈ ਨਹੀਂ ਹੈ ਬੰਦੇ ਕੋਲ। ਪ੍ਰਸ਼ਾਂਤ ਕਿਸ਼ੋਰ ਕੀ ਕਰ ਲੂ, ਸਾਰਾ ਕੁਝ ਤੇ ਉਹ ਨਿਕਲੀ ਜਾ ਰਹੇ ਨੇ। ਤੇ ਇਸ ਦੌਰਾਨ ਕਿਉਂਕਿ ਪਿੱਛੇ ਰਿਲਾਇੰਸ ਹੈ, ਅੰਬਾਨੀ ਅੰਡਾਨੀ ਹੈ ਤੇ ਹਿੰਦੂਤਵ ਦਾ ਏਜੰਡਾ ਹੈ ਤੇ ਰਾਮ ਲੱਲਿਆਂ ਦੇ ਭਾਵੇਂ ਲਾਲੇ ਪੈ ਰਹਿਣ ਪਰ ਉਹ ਕਿ ਆਪਣਾ ਮੁੰਡਾ ਤੇ ਆਪਣਾ ਮਜਬ ਸਭ ਨੂੰ ਪਿਆਰਾ, ਆਪਣਾ ਮਾਰੂ ਸ਼ਾਮੇ ਸਿੱਟੂ ਛੱਡਣ ਨੂੰ ਕੋਈ ਤਿਆਰ ਥੋੜੀ ਨਹੀਂ। ਸੋ 70 ਸਾਲ 'ਚ ਇਹ ਵੀ ਪਹਿਲੀ ਵਾਰੀ ਹੋਇਆ ਜੀ। ਨਹੀਂ, ਮੇਰੇ ਹਿਸਾਬ ਨਾਲ ਉਹਨੂੰ ਕਿਤੇ ਵੀ ਨਹੀਂ ਜਾਣਾ ਚਾਹੀਦਾ। ਚੁੱਪ ਕਰਕੇ ਸਾਲ ਇੱਕ ਆਰਾਮ ਨਾਲ ਕੱਟੇ, ਰਿਲੀਫ ਉਹਨੂੰ ਕੋਈ ਨਹੀਂ ਮਿਲਣੀ, ਚਾਹੇ ਜੋ ਮਰਜ਼ੀ ਕਰ ਲਵੇ। ਠੀਕ ਹੈ ਨਾ। ਹੁਣ ਲੋਕ ਬੜਾ ਕੁਝ ਕਹੀ ਜਾਂਦੇ। ਦੇਖੋ ਜੀ ਗਵਰਨਰ ਮਾਫੀ ਦੇ ਸਕਦੇ, ਗਵਰਨਰ ਕਿੱਦਾਂ ਦੇ ਦੂ? ਜੇ ਸਟੇਟ ਰਿਕਮੈਂਡ ਕਰੇਗੀ ਤਦ ਹੀ ਗਵਰਨਰ ਮਾਫੀ ਦੇਊਗਾ। ਸਟੇਟ ਥੋੜੀ ਰਿਕਮੈਂਡ ਕਰੂਗੀ, ਕਿਸੇ ਨੇ ਨਹੀਂ ਕਰਨਾ। ਹਾਂ ਇੰਨਾ ਜ਼ਰੂਰ ਆ ਕਿ ਜੇ ਉਹਨੇ ਹੁਣ ਇੰਨਾ, ਹੁਣ ਜੇ ਪੰਜਾਬੀ ਚ ਕਹਾਂ 100 ਗੰਢੇ ਵੀ ਖਾਦੇ ਤੇ 100 ਛਿੱਤਰ ਵੀ ਖਾਦੇ, ਜੇ ਇਹ ਕੁਝ ਕਰਨਾ ਬੀਜੇਪੀ ਚ ਜਾਵੇਂ ਤੇ ਛੱਡ ਕੇ ਕਿਉਂ ਆਉਂਦਾ? ਜੇ ਉਹ ਛੱਡ ਆਇਆ ਸਾਲ ਚੁੱਪ ਕਰਕੇ ਕੱਟੇ ਤਾਂ ਆਪਦਾ ਆਰਾਮ ਨਾਲ ਬਹਿ ਕੇ ਜਿਹੜਾ ਕੰਮ ਧੰਦਾ ਕਰਨਾ ਉਹ ਕਰੇ। ਕਿਉਂਕਿ ਇਹ ਦੇਸ਼ ਜਿਹੜਾ ਨਾ, ਇੱਥੇ ਜਿਹੜਾ ਕੁਛ ਨਵਜੋਤ ਸਿੱਧੂ ਚਾਹੁੰਦਾ ਉਹ ਨਹੀਂ ਚੱਲਣਾ, ਭੁੱਲ ਜਾਵੇ। ਮੈਨੂੰ ਇੱਕ ਗੱਲ ਯਾਦ ਰੱਖੋ, ਕੋਈ ਵੀ ਇਹਦਾ ਜਵਾਬ ਦੇ ਦੇਵੇ, ਕਿਸੇ ਕੋਲੇ ਜਵਾਬ ਨਹੀਂ ਹੋਣਾ। ਜੇ ਨਵਜੋਤ ਸਿੱਧੂ ਤੇ ਇਮਰਾਨ ਖਾਨ ਦੋਨੋਂ ਨਾ ਹੁੰਦੇ
ਕਰਤਾਰਪੁਰ ਦਾ ਲਾਂਘਾ ਨਹੀਂ ਸੀ ਖੁੱਲਦਾ। ਨਾ ਭਾਰਤ ਸਰਕਾਰ ਵੱਲੋਂ ਨਹੀਂ ਤਿਆਰ ਸੀ, ਨਾ ਪੰਜਾਬ ਸਰਕਾਰ ਚਾਹੁੰਦੀ ਸੀ, ਤੇ ਨਾ ਜਿਹੜੇ ਰੋਜ਼ ਜਾ ਕੇ ਅਰਦਾਸਾਂ ਕਰਦੇ ਸੀ ਉੱਥੇ ਖੜੇ ਹੋ ਕੇ ਆਪਣੇ ਡੇਰਾ ਬਾਬਾ ਨਾਨਕ ਜਾ ਕੇ ਕਹਿੰਦੇ ਸੀ ਅਸੀਂ ਅਰਦਾਸ ਕਰਕੇ ਆਏ ਆ, 72 ਸਾਲਾਂ ਤੋਂ ਸਾਡੀਆਂ ਅਰਦਾਸਾਂ ਚੱਲ ਰਹੀਆਂ। ਖੋਲਣਾ ਤਾਂ ਉਹ ਵੀ ਨਹੀਂ ਸੀ ਚਾਹੁੰਦੇ, ਉਹਨਾਂ ਨੂੰ ਸੀ ਇਹ ਮੁੱਦਾ ਬਣਿਆ ਰਵੇ। ਦੂਸਰੀ ਗੱਲ, ਨਵਜੋਤ ਸਿੱਧੂ ਜੋ ਕੁਝ ਚਾਹੁੰਦਾ ਉਹ ਕਹਿੰਦਾ ਨਾ ਖਾਣਾ ਨਾ ਖਾਣ ਦੇਣਾ। ਵੀ ਸਿਆਸਤ 'ਚ ਆਏ ਕਿਉਂ ਆ? ਇੱਥੇ ਆ ਕੇ ਜੇ ਪੂਜਾ ਹੀ ਕਰਨੀ ਸੀ, ਜੇ ਸੇਵਾ ਹੀ ਕਰਨੀ ਸੀ ਤਾਂ ਅਗਲੇ ਆਪਣੇ ਕੰਮ ਧੰਦੇ ਲੱਗੇ ਰਹਿੰਦੇ, ਇੱਥੇ ਕੀ ਲੈਣ ਆਉਂਦੇ? ਇਸ ਕਰਕੇ ਨਵਜੋਤ ਸਿੱਧੂ ਜੋ ਕੁਝ ਚਾਹੁੰਦਾ ਉਹ ਕੁਝ ਨਹੀਂ ਚੱਲਣਾ। ਦੂਸਰੀ ਗੱਲ, ਇੱਥੇ ਬੈਠ ਕੇ ਮੈਂ ਇੱਕ ਜ਼ਿੰਦਗੀ 'ਚ ਚੀਜ਼ ਦੇਖੀ ਆ, ਇਮਾਨਦਾਰ ਬੰਦੇ ਦਾ ਸਰਕਲ ਹਮੇਸ਼ਾ ਸੀਮਤ ਹੋ ਜਾਂਦਾ। ਸੀਮਤ ਕੀ ਹੋ ਜਾਂਦਾ? ਸ਼ਾਇਦ 4 ਜਣੇ ਵੀ ਨਾਲ ਨਹੀਂ ਰਹਿ ਜਾਂਦੇ। ਬੇਈਮਾਨੀ ਦਾ ਪੱਲਾ ਫੜ ਲਾ, ਸਵੇਰ ਤੋਂ ਸ਼ਾਮ ਤੱਕ ਲੈਣਾ ਲੱਗੀਆਂ ਰਹਿਣਗੀਆਂ। ਜੋ ਮਰਜੀ ਕੁਫਰ ਤੋਲੀ ਜਾ, ਜੋ ਕੁਛ ਮਰਜੀ ਕਰੀ ਜਾ, ਲੈਣ ਨਹੀਂ ਟੁੱਟਣੀ। ਨਾ ਲੈਣ ਕੰਮ ਵਾਲਿਆਂ ਦੀ ਟੁੱਟਣੀ ਆ, ਤਾਂ ਨਾ ਨੋਟਾਂ ਦੇ ਭੰਡਾਰ ਦੀ ਟੁੱਟਣੀ, ਦੋਨੋਂ ਹੀ ਟੁੱਟਣੀਆਂ। ਹੁਣ ਨਵਜੋਤ ਸਿੱਧੂ ਜੋ ਕੁਛ ਲੈ ਕੇ ਚੱਲਿਆ ਹੋਇਆ ਸੀ ਨਾ, ਉਹਦੀ ਸਮੱਸਿਆ ਕੀ ਆ? ਉਹ ਕੁਛ ਕੋਈ ਵੀ ਨਹੀਂ ਚਾਹੁੰਦਾ ਕਿ ਕੁਛ ਹੋਵੇ। ਆਮ ਆਵਾਮ ਜਿਹੜਾ ਚਾਹੁੰਦਾ, ਪਰ ਜਦੋਂ ਚੋਣਾਂ ਦਾ ਮੌਕਾ ਆਉਂਦਾ ਉਹ ਵੀ ਫਿਰ ਕਿਸੇ ਨਾ ਕਿਸੇ ਬੰਨੇ ਝੁਕ ਜਾਂਦਾ, ਤੇ ਫਿਰ ਇਹੋ ਜਿਹੇ ਵਿਅਕਤੀ ਦੀ ਬਹੁਤੀ ਵੈਲਿਊ ਜਿਹੜੀ ਉਹ ਨਹੀਂ ਰਹਿੰਦੀ ਹੈ। ਇਸ ਕਰਕੇ ਨਵਜੋਤ ਸਿੱਧੂ ਜਿਹੜੇ ਰਸਤੇ ਚੱਲਿਆ ਸੀ ਉਹ ਰਸਤਾ ਹੀ ਗਲਤ ਸੀ। ਜਾਂ ਤਾਂ ਬੀਜੇਪੀ 'ਚ ਆਇਆ ਸੀ, ਚੁੱਪ ਕਰਕੇ ਬੈਠਾ ਰਹਿੰਦਾ, ਉਹਨਾਂ ਰਾਜ ਸਭਾ ਦਿੱਤੀ ਸੀ, ਮੰਤਰੀ ਉਹਨਾਂ ਬਣਾ ਦੇਣਾ ਸੀ, ਕੇਂਦਰ 'ਚ ਬੈਠਾ ਰਹਿੰਦਾ। ਗੱਲ ਕਰਤਾਰਪੁਰ ਲਾਂਘੇ ਦੀ ਸੀ, ਸਿੱਖ ਇਸ਼ੂ ਚਾਹੀਦੇ ਸੀ ਬੀਜੇਪੀ ਨੂੰ, ਆਰਾਮ ਨਾਲ ਕਹਿੰਦਾ ਇਮਰਾਨ ਖਾਨ ਆ ਮੇਰੀ ਚੰਗੀ ਹੈ ਜੀ, ਮੈਂ ਖਲਵਾ ਦਿੰਦਾ। ਬੀਜੇਪੀ ਨੇ ਵੀ ਉਸੇ ਨੇ ਐਪਰੀਸ਼ੀਏਟ ਕਰਨਾ ਸੀ, ਕਿਸੇ ਨੇ ਬੋਲਣਾ ਨਹੀਂ ਸੀ। ਜਿਹੜੇ ਮੁੱਦੇ ਹੱਲ ਕਰਨ ਵਾਲੇ ਸੀ ਉੱਥੇ ਬੈਠ ਕੇ ਕਰ ਲੈਂਦਾ। ਫਿਰ ਜੇ ਹੁਣ ਵੀ ਅੱਜ ਵੀ ਇੰਨਾ ਕੁਝ ਕਰਕੇ ਉੱਥੇ ਹੀ ਜਾਣਾ, ਤੇ ਫਿਰ ਮੇਰੇ ਹਿਸਾਬ ਨਾਲ ਇਹਦਾ ਕੋਈ ਫਾਇਦਾ ਨਹੀਂ। ਚੁੱਪ ਕਰਕੇ ਬੈਠੇ, ਕੋਈ ਲੋੜ ਨਹੀਂ। ਅੰਨੀ ਪੀ ਰਹੀ ਆ, ਕੁੱਤਾ ਚੱਟਿਆ, ਏਦਾਂ ਚੱਲੀ ਜਾਣ ਦੇਵੇ। ਜਿੱਦਣ ਅੰਨੀ ਵੀ ਨਹੀਂ ਰਹੂਗੀ, ਕੁੱਤਾ ਵੀ ਨਹੀਂ ਰਹੂਗਾ, ਤੇ ਚੱਕੀ ਵੀ ਨਹੀਂ ਰਹੂਗੀ, ਤੇ ਆਪਣੇ ਆਪ ਪਤਾ ਲੱਗ ਜੂਗਾ ਕਿ ਸਾਰਾ ਕੁਝ ਹੀ ਖਤਮ ਹੋ ਗਿਆ। ਆਪਣੇ ਆਪ ਮੱਥੇ ਤੇ ਹੱਥ ਮਾਰਨਗੇ। ਪਹਿਲਾਂ ਆਪਾਂ ਬਜ਼ੁਰਗਾਂ ਤੋਂ ਸੁਣਦੇ ਹੁੰਦੇ ਸੀਗੇ, 100 150 ਸਾਲ ਪੁਰਾਣੀਆਂ, ਕਹਿੰਦੇ ਹੁੰਦੇ ਸੀ ਜੀ ਪਲੇਗ ਦੀ ਬਿਮਾਰੀ ਪੈ ਗਈ ਸੀ ਤੇ ਲੋਕ ਨਾ ਪਿੰਡ ਛੱਡ ਕੇ ਭੱਜ ਗਏ ਸੀ। ਮਾਲ ਡੰਗਰ ਵੀ ਖੋਲ ਕੇ ਦੂਰ ਖੇਤਾਂ 'ਚ ਜਾ ਕੇ ਰੜੇ ਮੈਦਾਨ ਬਹਿ ਗਏ ਸੀ। ਕਹਿੰਦੇ ਸਮਾਨ ਕੋਈ ਲੁੱਟ ਕੇ ਜਾਂਦਾ ਤਾਂ ਲੈ ਜਾਵੇ, ਘੱਟੋ ਘੱਟ ਪਲੇਗ ਤੋਂ ਬਾਜੀਏ, ਨਹੀਂ ਤੇ ਸਾਰਾ ਪਰਿਵਾਰ ਮਰ ਜੂਗਾ। ਠੀਕ ਹੈ ਨਾ? ਤੇ ਜਦੋਂ ਓਦਾਂ ਦੀ ਹਾਲਤ ਹੋ ਗਈ, ਆਪੇ ਫਿਰ ਦੇਸ਼ ਸੁਧਰਦਾ ਰਹੂਗਾ। ਕੀ ਲੋੜ ਹੈ ਏਦਾਂ ਦੇ ਕੰਮ ਧੰਦਿਆਂ ਦੀ? ਕੋਈ ਫਾਇਦਾ ਨਹੀਂ। ਜੇ ਕ੍ਰਿਕਟ ਖੇਡਿਆ ਤਾਂ ਦੇਸ਼ ਲਈ ਖੇਡਿਆ। ਜੇ ਉਹ ਕਮੈਂਟਰੀ ਪਹਿਲਾ ਸਿੱਖ ਸੀਗਾ ਜਿਹਨੇ ਇੰਗਲਿਸ਼ ਦੇ ਅੰਦਰ ਕਮੈਂਟਰੀ ਕਰਦੇ ਹੋਇਆ ਚੰਗਿਆਂ ਦੀ ਜਿਹੜੀ ਸੀ ਉਹ ਖਟਿਆ ਖੜੀ ਕਰ ਦਿੱਤੀ। ਨਹੀਂ ਤਾਂ ਆਪਾਂ ਦੇਖ ਰਹੇ ਇੰਗਲਿਸ਼ ਦੇ ਅੰਦਰ ਕਦੀ ਵੀ ਨਹੀਂ ਹੋਇਆ ਕਿ ਕੋਈ ਸਿੱਖ ਜਿਹੜਾ ਬੈਠਾ ਸੀ ਤੇ ਇਸ ਤਰੀਕੇ ਦੇ ਨਾਲ ਕਮੈਂਟਰੀ ਕਰਦਾ ਹੋਇਆ ਕਿਸੇ ਨੂੰ ਬੋਲਣ ਤੱਕ ਨਾ ਦੇ। ਤੇ ਜੇ ਉਹ ਪੋਲਿਟਿਕਸ 'ਚ ਆਇਆ ਤਾਂ ਉੱਥੇ ਆ ਕੇ ਵੀ ਉਹਨੇ ਆਪਣਾ ਮਾਰਕਾ ਮਾਰਿਆ। ਪਰ ਹੁਣ ਗੱਲ ਇਹ ਸੀ, ਉਹ ਜਿਹੜੇ ਫੀਲਡ 'ਚ ਗਿਆ ਉੱਥੇ ਤਾਂ ਗੇਮਾਂ ਹੀ ਇਹੋ ਜਿਹੀਆਂ ਚੱਲਦੀਆਂ ਸੀ। ਜੋ ਕ੍ਰਿਕਟ 'ਚ ਬੈਠਾ ਸੀ ਉੱਥੇ ਵੀ ਸੀ ਘਰ ਕੇ ਮੈਚ ਜਿੱਤਣਾ ਕਿ ਹਾਰਨਾ। ਜੇ ਹਾਰਨਾ ਤੇ ਕਿੰਨੇ ਲੈ ਕੇ ਕਿੱਦਾਂ ਹਾਰਨਾ, ਸਾਰਾ ਕੁਝ ਚੱਲਦਾ ਰਿਹਾ। ਉਹ BCCI ਨੇ ਵੀ ਬਥੇਰਿਆਂ ਤੋਂ ਮੁੜ ਕੇ ਸਕੰਜੇ ਕੱਸੇ, ਬੜੇ ਸਕੈਂਡਲ ਸਾਹਮਣੇ ਆਏ, ਸਭ ਕੁਝ ਸੀਗਾ। ਪਰ ਨਵਜੋਤ ਸਿੱਧੂ ਤੇ ਕੋਈ ਦਾਗ ਤਾਂ ਨਹੀਂ ਲੱਗਿਆ। ਹਾਂ, ਉਹਦੇ 'ਚ ਖਾਮੀਆਂ ਨੇ, ਉਹ ਖਾਮੀਆਂ ਤੁਹਾਡੇ 'ਚ ਤੇ ਮੇਰੇ 'ਚ ਵੀ ਆ। ਖਾਮੀਆਂ ਇਹ ਹੈ, ਜਦੋਂ ਬੰਦਾ ਸੱਚਾ ਹੁੰਦਾ ਉਹਨੂੰ ਗੁੱਸਾ ਵੀ ਆਉਂਦਾ, ਉਹ ਭਾਵੁਕ ਹੋ ਕੇ ਅਗਲੇ ਦੇ ਗਲ ਵੀ ਪੈਂਦਾ, ਪਰ ਇਹ ਸਾਰਾ ਕੁਝ ਉਮਰ ਦੇ ਨਾਲ ਢਲ ਵੀ ਜਾਂਦਾ। ਇਸ ਕਰਕੇ ਨਵਜੋਤ ਸਿੱਧੂ ਜਿਹੜੇ ਰਾਹ ਚੱਲਿਆ ਸੀ ਉਸ ਰਸਤੇ ਦਾ ਅਖੀਰ ਅੰਜਾਮ ਇਹੀ ਹੋਣਾ ਸੀ ਜਿਹੜਾ ਅੱਜ ਹੋ ਗਿਆ। ਹੁਣ ਚੁੱਪ ਕਰਕੇ 1 ਸਾਲ ਆਰਾਮ ਨਾਲ ਕੱਟੇ, ਕੰਮ ਕਰਨਾ ਪੈਣਾ। ਜਿੰਨਾ ਜੋਗਾ ਹੈਗਾ ਉੱਥੇ ਕੰਮ ਕਰੇ। ਠੀਕ ਆ, ਮੈਡੀਕਲ ਗਰਾਊਂਡ ਆ ਉਹਦੀ ਬਣਦੀ ਆ, ਭਾਵੇਂ ਸੁਪਰੀਮ ਕੋਰਟ ਨੇ ਨਹੀਂ ਮੰਨਿਆ, ਪਰ ਜੇਲ੍ਹ ਡਿਪਾਰਟਮੈਂਟ ਉਹਦੀ ਮੈਡੀਕਲ ਗਰਾਊਂਡ ਜਿਹੜੀ ਉਹਨੂੰ ਇਗਨੋਰ ਨਹੀਂ ਕਰ ਸਕੂਗਾ। ਮੈਡੀਕਲ ਗਰਾਊਂਡ ਦੇ ਉੱਤੇ ਜਿਹੜੀਆਂ ਉਹਦੀਆਂ ਪ੍ਰੋਬਲਮ ਨੇ ਉਹ ਸੋਲਵ ਕਰਨੀਆਂ ਪੈਣਗੀਆਂ। ਉਹਦੇ ਇੱਕ ਬੂਟ ਦੀ ਸਮੱਸਿਆ ਵਾ, ਠੀਕ ਹੈ, ਉਹ ਉਹਨੂੰ ਪਹਿਨ ਕੇ ਰੱਖਣਾ ਪੈਂਦਾ, ਪਰ ਜੇਲ੍ਹ ਦੇ ਅੰਦਰ ਉਹਦੀ ਉਹ ਲਾਅ ਨਹੀਂ ਹੈ
पर वो किते ना किते जेल डिपार्टमेंट नूं अलाउ करना पऊगा। ये भी जेल डिपार्टमेंट नहीं सोचेगा कि कल नूं नवजोत सिद्धू नूं कोई हबी नबी हो जाए किते जेल डिपार्टमेंट कसूता पा जाए, इदां दा रिस्क नहीं लऊगा। जेहड़ी ओदी बनदी सहूलत आ देनी पैगी, पर कुल मिला के आ क्योंकि वो कैदी आ, कैदी नूं हवालाती नालों सहूलतां घट मिलदियां ने। हवालाती हुंदा, हवालाती दीयां मुलाकातां भी वध हुंदियां ने। दूसरी गल, हवालाती जेड़ा ओनू कोई काम नहीं कराया जांदा। जेड़ा जे कैदी हुंदा, कैदी दा उठण दा, काम ते लगण दा ते काम बंद करन दा ओ सारा एक समा निश्चित हुंदा। बकायदा ओनू वो काम करना पैना, जिथे मर्जी करे। वो तो काम आराम भी कर रहा, हुण फुल्लां दी गोडी कर रहा ते बूटियां दी, ठीक है। उत्थे हरियाणे वाला मुख मंत्री गया सी, वो भी प्यो पुत बिस्कुट बनाउंदे आए। ਉਹ ਜਿਹੜਾ ਵੀ ਕੰਮ ਧੰਦਾ ਕਰਨਾ ਉਹ ਕਰਨਾ ਪੈਣਾ ਸੰਜੇ ਜੀ ਸੁਰਿੰਦਰ। ਅਸਲ ਦੇ ਵਿੱਚ ਇਹ ਜਿਹੜਾ ਸਾਰਾ ਕੈਂਸਰ ਹੈ ਨਾ, ਜੋ ਨਵਜੋਤ ਸਿੰਘ ਸਿੱਧੂ ਇਸ ਨੌਬਤ ਨੂੰ ਪਹੁੰਚਿਆ ਤੇ ਇੱਕ ਸਿਆਸਤ ਦੇ ਵਿੱਚ ਅੱਛੀ ਕਿਸਮ ਦੇ ਲੋਕ ਦਾ ਹਸ਼ਰ ਹੈ। ਇਹਦੀ ਜੇ ਸ਼ੁਰੂਆਤ ਵੱਲ ਨੂੰ ਜਾਈਏ ਨਾ, ਤੇ ਸਾਡੇ ਮਾਪਿਆਂ ਨੇ, ਸਾਡੇ ਮਾਸਟਰਾਂ ਨੇ, ਸਾਡੇ ਮੀਡੀਆ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਚੱਲਣ ਦਾ ਸਲੀਕਾ ਹੀ ਨਹੀਂ ਸਿਖਾਇਆ। ਈਸ਼ੂ ਕੀ ਸੀ, ਜਵਾਨੀ ਦਾ ਜੋਸ਼ ਹੋ ਸਕਦਾ, ਸਿੱਧੂ ਦਾ ਜਿਪਸੀ ਥੱਲੇ ਸੀ, ਸਟਾਰ ਸੀ। ਦੂਸਰੇ ਪਾਸੇ ਸਨੌਰੀਆ ਬਜ਼ੁਰਗ ਗੁਰਨਾਮ ਸਿੰਘ ਘਲੋੜੀ ਵਾਲਾ ਸੀ। ਹੁਣ ਰੱਬ ਜਾਣਦਾ ਕਿ ਪਾਰਕਿੰਗ ਦੇ ਵਿੱਚ ਗਲਤੀ ਕਿਹਦੀ ਸੀ। ਤੁਸੀਂ ਮਾਰਕੀਟ ਚਲੇ ਜਾਓ, ਹਰ ਆਉਂਦਾ ਤੇ ਸੜਕ ਦੇ ਗੱਭੇ ਮੇਰੇ ਖਿਆਲ 1-2% ਬੰਦੇ ਹੋਣੇ ਆ ਇੰਡੀਆ ਦੇ ਵਿੱਚ, ਕੀ ਬਜ਼ੁਰਗ ਤੇ ਕੀ ਗੱਭਰੂ ਤੇ ਕੀ ਬੱਚੇ, ਜਿਹੜੇ ਨੂੰ ਰੋਡ ਸੈਂਸ ਨਾਂ ਦੀ ਚੀਜ਼ ਦਾ ਇਲਮ ਹੈ। ਮੈਂ ਹੁਣ ਗਿਆ ਥੋੜਾ ਮਾਰਕੀਟ ਤੇ ਮੈਂ ਸਕੂਟਰ ਆਪਣਾ, ਕੋਸ਼ਿਸ਼ ਹੁੰਦੀ ਹੈ ਕਿ ਉਸ ਜਗ੍ਹਾ ਲਾ ਜਾਵੇ ਜਿੱਥੇ ਘੱਟ ਤੋਂ ਘੱਟ ਜਗ੍ਹਾ ਰੁਕੇ। ਤਿਰਪੜੀ ਬਾਜ਼ਾਰ ਪਟਿਆਲੇ ਦਾ ਸਭ ਤੋਂ ਚੌੜਾ ਬਾਜ਼ਾਰ ਹੈ ਤੇ ਸਭ ਤੋਂ ਜ਼ਿਆਦਾ ਜਾਮ ਇੱਥੇ ਲੱਗਦਾ। ਜਿਹੜਾ ਆਉਂਦਾ ਟੁੱਟੀਆਂ ਜਿਹੀਆਂ ਚੱਪਲਾਂ ਸੜਕ ਦੇ ਗੱਭੇ ਖੜਾ ਕੇ ਥੂ ਦੁਕਾਨ। ਕੀ ਬਜ਼ੁਰਗ ਕੀ ਬੱਚਾ, ਜਿਹੜੀਆਂ ਮੌਤਾਂ ਹੁੰਦੀਆਂ ਨੇ, ਜਿਹੜੀਆਂ ਸੜਕਾਂ ਤੇ ਖੁਦਕੁਸ਼ੀਆਂ ਕਤਲ ਹੁੰਦੇ ਨੇ, ਉਹਨਾਂ ਦਾ ਕਾਰਨ ਸਾਨੂੰ ਅਕਲ ਨਾ ਹੋਣਾ, ਸਾਡੀਆਂ ਬੇਵਕੂਫੀਆਂ ਨੇ। ਅਸੀਂ ਗੱਡੀਆਂ, ਸਾਈਕਲ, ਮੋਟਰਸਾਈਕਲ, ਜਹਾਜ਼ ਚਲਾਉਣ ਦੇ ਵਿੱਚ ਚੈਂਪੀਅਨ ਹੋ ਗਏ, ਪਰ ਕਾਨੂੰਨ ਕੀ ਹੈ, ਦੂਸਰੇ ਨੂੰ ਰਸਤਾ ਕੀ ਦੇਣਾ, ਭੇਡਾਂ ਨੂੰ ਵੀ ਪਤਾ ਹੈ। ਬੱਕਰੀਆਂ ਭੇਡਾਂ ਵੀ ਇੱਕ ਦੂਜੇ ਨੂੰ ਵੇਖ ਕੇ ਰਾਹ ਛੱਡ ਦਿੰਦੀਆਂ ਨੇ। ਇਸ ਮਾਮਲੇ 'ਚ ਅਸੀਂ ਭਾਰਤੀ ਬਹੁਤੇ ਭੇਡਾਂ ਤੋਂ ਵੀ ਬਦਤਰ ਹਾਂ, ਭੈੜੇ ਹਾਂ। ਕਦੇ ਰੋਡ ਤੇ ਹਾਲ ਵੇਖੋ, ਧਾਰਮਿਕ ਸਥਾਨਾਂ 'ਚ ਹਾਲ ਵੇਖੋ, ਪ੍ਰਿੰਸੀਪਲਾਂ ਦੀਆਂ ਪਕੌੜਿਆਂ ਦੇ ਪਿੱਛੇ, ਪਲੇਟਾਂ ਦੇ ਪਿੱਛੇ ਹੁੰਦੀ ਬਦਨਾਮੀ ਵੇਖ ਲਓ। ਆਮ ਲੋਕਾਂ ਦੇ ਪਕੌੜਿਆਂ ਪਿੱਛੇ ਇੱਕ ਦੂਸਰੇ ਦੇ ਜੁੰਡੇ ਪੱਟਦੇ ਵੇਖੋ। ਉਰੋਂ ਛੱਡੋ, ਕੈਨੇਡਾ ਜਾ ਕੇ ਵੀ ਵੇਖਿਆ ਪ੍ਰੈਸ਼ਰ ਕੁਕਰਾਂ ਪਿੱਛੇ ਜਾਂ ਟਿਸ਼ੂ ਪੇਪਰਾਂ ਪਿੱਛੇ ਕੀ ਕੁਛ ਨਹੀਂ ਹੋ ਰਿਹਾ। ਠੀਕ ਹੈ, ਬਾਹਰਲੇ ਵੀ ਕਰਦੇ ਨੇ, ਪਰ ਸਾਡੀ ਕਮਿਊਨਿਟੀ ਜਿਵੇਂ ਸਾਡੇ ਪੈਰਾਂ ਥੱਲੇ ਅੱਗ ਮੱਚਦੀ ਹੈ। ਜੇ ਰੋਡ ਸੈਂਸ ਨਾਂ ਦੀ ਚੀਜ਼ ਦਾ ਪਤਾ ਹੁੰਦਾ, ਵੱਡਿਆਂ ਦਾ ਸਤਿਕਾਰ ਕਰਨ ਦਾ ਸਲੀਕਾ ਬਾਅਦ 'ਚ ਹੈ, ਉਹ ਵੀ ਜ਼ਰੂਰੀ ਹੈ। ਪਰ ਜੇ ਕਿਤੇ ਆਪਣਾ ਸ਼ੇਰਗਿੱਲ ਜੀ ਲਾਈਨ ਤੇ ਹੋ, ਜੇ ਕਿਤੇ ਉਹ ਚੀਜ਼ ਸਿੱਖੀ ਹੁੰਦੀ ਤਾਂ ਇਸ ਨੌਬਤ ਨੂੰ ਇਹ ਨਵਜੋਤ ਸਿੰਘ ਸਿੱਧੂ ਨਾ ਪੁੱਜਦਾ, ਫਿਰ ਇਹਦਾ ਸਿਆਸੀ ਮਾਈਲੇਜ ਹੋਇਆ। ਸ਼ੇਰਗਿੱਲ ਸਾਹਿਬ ਸਵਾਗਤ ਹੈ, ਗੱਲ ਕਰੋ। ਹਾਂਜੀ ਗੱਲ ਕਰੋ, ਤੁਸੀਂ ਔਨ 에ਅਰ ਹੋ। ਸੌਰੀ। ਤੇ ਇਸ ਦੌਰਾਨ ਕੋਈ ਬੱਚੇ ਨੂੰ ਸਿਖਾ ਕੇ ਰਾਜੀ ਨਹੀਂ, ਜੇ ਸਿੱਖ ਗਿਆ ਤਾਂ ਬੱਚਾ ਚੱਲ ਕੇ ਰਾਜੀ ਨਹੀਂ। ਬਿਹਾਰੀ ਇੱਥੇ ਆਉਂਦੇ ਸੀ, ਲਾਈਨ 'ਚ ਚੱਲਦੇ ਸੀ, ਕਿਉਂਕਿ ਛੋਟੀਆਂ ਛੋਟੀਆਂ ਪਗਡੰਡੀਆਂ ਤੇ ਚੱਲਣ ਕਰਕੇ ਆਦਤ ਬਣ ਗਈ ਸੀ। ਹੁਣ ਬਿਹਾਰੀ ਵੀ ਚੌੜੀਆਂ ਸੜਕਾਂ ਤੇ ਚੱਲਦੇ ਨੇ ਤੇ ਉਹ ਵੀ ਲਾਈਨ ਬਣਾ ਕੇ ਨਹੀਂ ਚੱਲਦੇ। ਸਵਾਗਤ ਤੁਹਾਡਾ, ਗੱਲ ਕਰੋ ਜੀ। ਗੱਲ ਕਰੋ ਤੁਸੀਂ ਆਨ 에ਅਰ ਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ ਬਾਈ ਜੀ, ਗੱਲ ਕਰੋ। ਮੈਂ ਕਹਿ ਦਿੱਤਾ ਗੱਲ ਕਰੋ। ਸਤਿ ਸ਼੍ਰੀ ਅਕਾਲ, ਗੱਲ ਕਰੋ। ਮੈਂ ਵੀ ਅੱਜ ਨਾ ਮਨ ਬੜਾ ਦੁਖੀ ਹੈ ਜੀ, ਸੱਚ ਨੂੰ ਫਾਂਸੀ ਹੋਈ ਹੈ ਅੱਜ। ਦੇਖੋ, ਇੱਕ ਇੰਨਾ ਵਧੀਆ ਹੀਰਾ ਬੰਦਾ, ਇਮਾਨਦਾਰ, ਜਿਹੜੇ ਮਤਲਬ ਤੁਸੀਂ ਸਮਝ ਲਓ ਜਿਹੜੇ ਸਮਾਜ ਦੇ ਵਿੱਚ ਰਹਿਣ ਲਾਇਕ ਲੋਕ ਨਹੀਂ ਹੈ, ਉਹਨੂੰ ਅੱਜ ਕੁਛ ਤੇ ਕੁਛ ਬੋਲ ਰਹੇ ਨੇ। ਜਿਹਨਾਂ ਲੋਕਾਂ ਦੀ ਔਕਾਤ ਨਹੀਂ ਹੈ, ਉਹ ਅੱਜ ਉੱਤੇ ਨੂੰ ਥੁੱਕ ਰਹੇ ਨੇ। ਸਰ ਵੀ ਸਰ ਬੜਾ ਦੁੱਖ ਹੋ ਰਿਹਾ। ਅਗਰ ਸਿੱਧੂ ਸਾਹਿਬ ਨਾਲ ਇਸ ਕਾਂਗਰਸ ਤੋਂ 1 ਸਾਲ ਪਹਿਲਾਂ, 1.5 ਸਾਲ ਪਹਿਲਾਂ ਹੀ ਪਾਸੇ ਹੋ ਜਾਂਦਾ, ਸ਼ਾਇਦ ਸਰਕਾਰ ਬਣਾ ਜਾਂਦਾ ਜੀ। ਇਹ ਲੋਕਾਂ ਦਾ ਇਹ ਬਹੁਤ ਹਰਮਨ ਪਿਆਰਾ ਸੀ, ਇਮਾਨਦਾਰ ਸੀ ਤੇ ਸੱਚਾ ਸੀ। ਹੁਣ ਵੀ ਇਹਨੂੰ 1 ਸਾਲ ਦੇ ਵਿੱਚ ਕੁਛ ਨਹੀਂ ਹੋਣ ਲੱਗਿਆ। ਵੇਟ ਕਰੇ,
ਇਹਦੀ ਜਿਹੜੀ ਇਹਦੀ ਪੋਪੂਲੈਰਿਟੀ ਵਧੂਗੀ, ਇਹ ਘਟੂਗਾ ਨਹੀਂ ਸਰ, ਇਹ ਵਧੂਗਾ। ਇਹ ਆਉਣ ਵਾਲਾ ਮੁੱਖ ਮੰਤਰੀ ਹੋਊਗਾ ਜੀ। ਦੇਖੋ ਆਪਾਂ ਜੋ ਮਰਜ਼ੀ ਕਹੀਏ, ਜਿਹੜਾ ਅਸੀਂ ਮਨ ਚ ਲੈ ਕੇ ਚੱਲ ਰਹੇ ਅਸੀਂ ਚੱਲ ਰਹੇ, ਆਉਣ ਵਾਲੇ ਬੱਚਿਆਂ ਦਾ ਸੁਧਾਰ ਹੋਵੇ। ਅਸੀਂ ਤਾਂ ਨੌਕਰੀਆਂ ਕਰ ਲਿਆ, ਸਾਰਾ ਕੁਛ ਕਰ ਲਿਆ ਜੀ, ਤੇ ਹੁਣ ਵੀ ਜਿਹੜਾ ਬੜਾ ਮੋਟਾ ਕੰਮ ਕਰੀ ਜਾਂਦੇ ਆ ਜੀ, ਪਰ ਅਸੀਂ ਕਹਿੰਦੇ ਵੀ ਆਉਣ ਵਾਲੇ ਬੱਚਿਆਂ ਦਾ ਸੁਧਾਰ ਹੋਵੇ। ਇਹ ਸਾਡੀ ਪੰਜਾਬ ਦੀ ਆਵਾਮ ਨੂੰ, ਸਾਡੇ NRI ਨੂੰ। ਸੌਰੀ ਤੁਹਾਡੀ ਲਾਈਨ ਕੱਟ ਗਈ। ਚਲੋ ਗੱਲ ਕੰਪਲੀਟ ਹੋ ਗਈ, ਸੰਖੇਪ ਚ ਕਰ ਲਿਆ ਕਰੋ ਪਲੀਜ਼। ਸੁਰਿੰਦਰ ਵੀ ਗੱਲ ਇਹ ਆ ਕਿ ਸਕੂਲਾਂ 'ਚ ਸਿਖਾਇਆ ਜਾਂਦਾ ਤਾਂ ਅਸੀਂ ਕਿਉਂਕਿ ਹਮੇਸ਼ਾ ਗੁਲਾਮ ਰਹੇ ਹਾਂ ਹੁਣ ਤੱਕ ਦੀ ਜੋ ਹਿਸਟਰੀ ਰਹੀ ਹੈ। ਆਪਣਾ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਸੀ, ਥੋੜੇ ਸਮੇਂ ਲਈ ਬੰਦਾ ਸਿੰਘ ਬਹਾਦਰ ਦਾ ਸੀ, ਰਾਜਕਦਾ ਦਾ ਸਮਾਂ ਸੀ। ਆਪਣਾ ਰਾਜ ਕਿਤੇ ਆਇਆ ਹੀ ਨਹੀਂ ਹੁਣ ਤੱਕ। ਪੁਲਿਸ ਦੀ ਕੁੱਟਮਾਰ ਕਰਨਾ, ਪੁਲਿਸ ਤੋਂ ਬਾਗੀ ਹੋਣਾ, ਅਰਜਨ ਬੈਲੀ ਨੇ ਹੱਥ ਜੋੜ ਕੇ ਗੰਡਾਸੀ ਮਾਰੀ, ਰੌਸ਼ਨੀਆਂ ਦੀਆਂ ਬੋਲੀਆਂ ਪਰਲੋਂ ਆ ਜਾਂਦੀ ਜੇ ਹੁੰਦੀ ਨਾ ਪੁਲਿਸ। ਸਰਕਾਰੀ ਥਾਣੇਦਾਰ ਇਉਂ ਡਿੱਗੇ ਜਿਵੇਂ ਹਲ ਚੋਂ ਡਿੱਗੇ ਪੰਜਾਲੀ। ਥਾਣੇਦਾਰ ਆਪਣੇ ਨੇ, ਆਪਣੇ ਮੁੰਡੇ ਨੇ, ਆਪਣੇ ਬੱਚੇ ਨੇ, ਆਪਣੇ ਬਜ਼ੁਰਗ ਨੇ, ਸਾਡੇ ਚੋਂ ਹੀ ਨੇ ਬਹੁਤੇ। ਉਹਨਾਂ 'ਚ ਵੀ ਅੰਗਰੇਜ਼ਾਂ ਵਾਲੀ ਹੈਂਕੜ ਬਹੁਚਿਆਂ 'ਚ ਨਹੀਂ ਨਿਕਲਦੀ, ਤੇ ਸਾਡੇ 'ਚੋਂ ਵੀ ਬਾਗੀ ਭਗਤ ਸਿੰਘ ਜਾਂ ਬਾਗੀ ਜੋਣਾ ਮੋੜ, ਦੁੱਲਾ ਭੱਟੀ, ਸੁੱਚਾ ਸੂਰਮਾ ਨਹੀਂ ਨਿਕਲਦਾ। ਅਸੀਂ ਕਾਨੂੰਨ ਤੋਂ ਬਾਗੀ ਹੋਣ ਨੂੰ ਆਪਣੇ ਆਪ ਨੂੰ ਬੈਲੀ ਸਮਝਦੇ ਹਾਂ, ਕਾਨੂੰਨ ਤੋੜਨਾ ਅਸੀਂ ਸ਼ੇਖੀ ਸਮਝਦੇ ਹਾਂ, ਪਾਰਕਿੰਗ ਲਾਈਟ ਤੇ ਰੁਕਣਾ ਅਸੀਂ ਆਪਣੀ ਜਿਹੜੀ ਹੈ ਨਾ ਹਦਕ ਸਮਝਦੇ ਹਾਂ। ਸੋ ਇਸ ਕਰਕੇ ਫਿਰ ਲਾਸ਼ਾਂ ਮੋਢਿਆਂ ਤੇ ਢੋਣੇ ਆ। ਨਿੱਕੀ ਜੀ ਗੱਲ ਤੋਂ ਨੌਬਤ ਇੱਥੋਂ ਤੱਕ ਪਹੁੰਚੀ ਆ। ਰੋਜ਼ ਲਾਸ਼ਾਂ ਅਸੀਂ ਢੋਣੇ ਆ, ਆਰਾਮ ਨਾਲ ਕਰਕੇ ਅਰਦਾਸ ਖਾ ਕੇ ਦੇਸੀ ਘਿਓ ਦਾ ਕੜਾਹ, ਬੋਲੇ ਸੋਨਿਆਲ ਸਤਿ ਸ੍ਰੀ ਅਕਾਲ, ਮਰਨ ਖਾਏ ਮੰਡਲ ਮੇ ਆਏ, ਬਸ ਇੱਥੇ ਗੱਲ ਖੜੀ ਹੈ। ਇਹ ਖੁਦਕਸ਼ੀਆਂ ਨੇ, ਕਤਲ ਨੇ। ਨਿੱਕੀ ਜੀ ਪਾਰਕਿੰਗ ਦੀ ਲੜਾਈ ਇੱਥੋਂ ਤੱਕ ਪੁੱਜ ਗਈ ਹੈ। ਇਹ ਇੱਕ ਸਬਕ ਸਿੱਖਣ ਯੋਗ ਘਟਨਾ ਆ। ਦੂਜੇ ਦੀ ਠੋਕਰ ਤੋਂ ਅਗਰ ਆਪਣਾ ਬੂਥਾ ਬਣਾਉਣਾ ਸਿੱਖ ਲਓ ਨਾ ਤਾਂ ਇਹ ਸਿਆਣਪ ਹੁੰਦੀ ਹੈ, ਪਰ ਨਹੀਂ ਕਿਸੇ ਨੇ ਸਿੱਖਣਾ। ਅੱਜ ਚਰਚਾ ਇਸ ਤੇ ਹੋ ਰਹੀ ਹੈ, ਸਿੱਧੂ ਦਾ ਇਹ, ਸਿੱਧੂ ਦਾ ਉਹ। ਗੱਲ ਇਹ ਹੈ ਕਿ ਮਸਲਾ ਵਧਿਆ ਕਿੱਥੋਂ, ਉਹਦੇ ਤੇ ਮੇਰੇ ਖਿਆਲ 1% ਨੇ ਵੀ ਚਿੰਤਨ ਨਹੀਂ ਕੀਤਾ ਹੋਣਾ। ਛੋਟੇ ਬੱਚੇ ਵਰਜਦੇ ਨੇ ਵੱਡਿਆਂ ਨੂੰ ਕਿ ਪਾਪਾ ਬੱਤੀ ਨਹੀਂ ਤੋੜਨੀ, ਪਰ ਜਦੋਂ ਵੱਡੇ ਹੋ ਜਾਂਦੇ ਨੇ ਖੁਦ ਬੱਤੀਆਂ ਤੋੜਦੇ ਨੇ। ਤੇ ਕਿੰਨਿਆਂ ਘਰਾਂ ਦੀਆਂ ਬੱਤੀਆਂ, ਕਿੰਨੇ ਚਿਰਾਗ ਬੁਝਦੇ ਨੇ ਇਹਨਾਂ ਹਾਦਸਿਆਂ ਦੇ ਦੌਰਾਨ। ਅਵਾਰਾ ਪਸ਼ੂ ਸਮੱਸਿਆ ਨੇ, ਉਹ ਬਾਅਦ ਦੀਆਂ ਗੱਲਾਂ ਨੇ। ਪਹਿਲਾਂ ਜੇ ਸਾਨੂੰ ਰੋਡ ਸੈਂਸ ਹੋਵੇ ਤਾਂ ਅਸੀਂ ਇਦਾਂ ਸਿਵਿਆਂ ਨੂੰ ਨਾ ਤੁਰੀਏ, ਇਸ ਤਰ੍ਹਾਂ ਕੀਰਤਪੁਰ ਹਰਿਦੁਆਰ ਸਾਹਾਂ ਪਾਉਂਦੇ ਨਾ ਫਿਰੀਏ। ਪਰ ਦੂਸਰਾ ਪੱਖ ਇਸ ਸ਼ਖਸੀਅਤ ਦਾ ਦੇਖੋ, ਸਿਆਸਤ ਦੇ ਵਿੱਚ ਅੰਮ੍ਰਿਤਧਾਰੀ ਲੋਕ ਸਿੱਖ ਕਹਿਣਗੇ ਉਹ ਟਿੱਕਾ ਲਾਉਂਦਾ ਜੀ, ਉਹ ਸ਼ਿਵਲਿੰਗ ਪੂਜਦਾ ਬੜਾ। ਸਿੱਧੂ ਦੇ ਬਾਰੇ ਕਈਆਂ ਨੂੰ ਤਕਲੀਫ ਹੈ। ਉਹ ਕੋਈ ਅੰਮ੍ਰਿਤਧਾਰੀ ਨਹੀਂ ਹੈ, ਉਹ ਸਿਆਸਤਦਾਨ ਹੈ। ਸਿਆਸਤਦਾਨ ਸਾਰੇ ਧਰਮਾਂ ਦੀਆਂ ਵੋਟਾਂ ਨਾਲ ਬਣਦੇ ਨੇ। ਉਹ ਟਿੱਕਾ ਲਾਵੇ, ਸ਼ਿਵਲਿੰਗ ਪੂਜੇ, ਕੋਈ ਦਿੱਕਤ ਨਹੀਂ ਹੈ, ਕਿਉਂਕਿ ਉਹਨੂੰ ਸਰਬ ਧਰਮ ਸਾਂਝਾ ਹੋਣਾ ਚਾਹੀਦਾ। ਮਹਾਰਾਜਾ ਰਣਜੀਤ ਸਿੰਘ ਵੀ ਤਾਂ ਸੀਗਾ ਹੀ, ਉਹ ਸਾਨੂੰ ਦਰਬਾਰੇ ਖਾਲਸਾ ਪ੍ਰਵਾਨ ਹੈ। ਤੇ ਇਸ ਦੌਰਾਨ ਜਿਹੜਾ ਸਿੱਖ ਇਸ ਤੇ ਇਸ ਕਰਕੇ ਨਾਰਾਜ਼ ਨੇ। ਹੁਣ ਹਿੰਦੂਤਵ ਦਾ ਜੋ ਪ੍ਰਚਾਰ, ਜੋ ਸਲੋਕ ਇਸ ਬੰਦੇ ਨੇ ਉਚਾਰੇ, ਮੇਰੇ ਖਿਆਲ ਮੋਦੀ ਤਾਂ ਮੋਦੀ ਦਾ ਬਾਪ ਜਾਂ ਕਿਸੇ ਨੇ ਵੀ ਨਹੀਂ ਉਚਾਰੇ ਹੋਣੇ। RSS ਵਾਲੇ ਹੈਡਗਵਰ ਨੂੰ ਜਾਂ ਦੂਸਰਿਆਂ ਨੂੰ ਪੁੱਛ ਲਓ, ਇਹਨਾਂ ਸਲੋਕਾਂ ਦਾ ਇੱਲ ਤੇ ਕੋਕੋ ਇਹਨਾਂ ਲਾਂਹਤੀਆਂ ਨੂੰ ਨਹੀਂ ਪਤਾ। ਜਿੰਨਾ ਪ੍ਰਚਾਰ ਹਿੰਦੂਤਵ ਦਾ ਸਿੱਧੂ ਕਰ ਗਿਆ ਆਪਣੀ ਬੋਲਬਾਣੀ 'ਚ, ਇੰਨਾ ਇਹਨਾਂ ਦੇ ਸ਼ੰਕਰਾਚਾਰੀਆਂ ਨੇ ਵੀ ਨਹੀਂ ਕੀਤਾ ਹੋਣਾ। ਬ੍ਰਾਡਕਾਸਟਰ ਤੁਸੀਂ ਅੰਗਰੇਜ਼ੀ ਦਾ ਹੀ ਆਖਿਆ, ਹਿੰਦੀ ਦਾ ਬਾਕਮਾਲ ਬ੍ਰਾਡਕਾਸਟ ਹੈ। ਸਰਦਾਰ ਅੰਗਰੇਜ਼ੀ ਬੋਲ ਲੈਂਦੇ ਨੇ, ਹਿੰਦੀ ਨਹੀਂ ਬੋਲਣੀ ਆਉਂਦੀ, ਪਰ ਬਾਕਮਾਲ ਪ੍ਰੋਨੰਸੀਏਸ਼ਨ ਉਹਦਾ ਹਿੰਦੀ 'ਚ ਹੈ। ਟੌਪ ਦਾ ਸੀਰੀਅਲ ਜਿਹੜਾ ਹੈ ਸਭ ਤੋਂ ਮੋਸਟ ਫੇਵਰਟ ਲੋਕਾਂ ਦਾ ਇੰਡੀਆ ਦਾ, ਜਿਹੜੇ ਹਿੰਦੀ ਸਮਝਦੇ ਨੇ, ਕਪਲ ਸ਼ੋਅ ਹੈ, ਸਭ ਤੋਂ ਵੱਧ TRP ਉਹਦਾ ਕਰਤਾ ਧਰਤਾ ਹੋ ਰਿਹਾ। ਕਮੀ ਕਿਸ ਪਾਸੇ 'ਚ ਨਹੀਂ, ਸਿਰਫ ਕਿਸੇ ਗੱਲੋਂ ਤਕਰਾਰ ਹੁੰਦਾ। ਮਜੀਠੀਆਂ ਦੇ ਨਾਲ ਦੋਸਤੀ ਬਹੁਤ ਸੀ, ਉਹ ਜੱਟ ਵਾਲੀ ਜਿੱਦ ਨਿਕਲੇ। ਹਿੰਦੂਤਵ ਨੂੰ ਪੂਜਦਾ ਕੀ ਗੁਨਾਹ ਹੈ? ਹਿੰਦੂਤਵ ਪੂਜਣਾ ਕੀ ਮਾੜਾ ਹੈ? ਉਹਦੀ ਮਾਂ ਹਿੰਦੂ ਸੀ। ਜੇ ਉਹ ਸਿੱਖ ਵੀ ਹੈ ਤਾਂ ਹਿੰਦੂਆਂ ਦੀਆਂ ਵੋਟਾਂ ਨਾਲ ਵੀ ਬਣਿਆ, ਤਿਲਕ ਲਾਉਣਾ ਕੋਈ ਗੁਨਾਹ ਨਹੀਂ ਹੈ। ਸਾਡੇ ਸਿੱਖਾਂ ਨੂੰ ਇਹ ਤਕਲੀਫ, ਭਗਤ ਸਿੰਘ ਨੇ ਵਾਲ ਕਟਾ ਲਏ ਤਾਂ ਸਾਡੇ ਸਿੱਖਾਂ ਨੂੰ ਤਕਲੀਫ, ਪਰ ਉਹ ਤਾਂ ਗਲ ਵੀ ਕਟਾ ਗਿਆ। ਤੇ ਤੁਸੀਂ ਕੀ ਕੀਤਾ? ਸੋ ਇਸ ਦੌਰਾਨ ਸਿਆਸਤ ਦੇ ਪੱਖੋਂ ਉਹਨੇ ਹਰ ਧਰਮ ਨੂੰ, ਮਜ਼ਹਬ ਨੂੰ, ਸਾਰਿਆਂ ਨੂੰ ਵਧੀਆ ਕੀਤਾ। ਦੋਸਤੀ ਸੀ, ਇਮਰਾਨ ਖਾਨ ਕੋਲ ਗਏਗਾ, ਕੀ ਗੁਨਾਹ ਹੋ ਗਿਆ? ਸਮੇਤ ਬਾਦਲ ਕੇ, ਕੈਪਟਨ ਕੇ, ਮੋਦੀ ਕੇ, ਖਾਲਿਸਤਾਨੀ ਨੂੰ ਛੱਡ ਕੇ ਕਿਵੇਂ ਕਿਹਨਾਂ ਨੇ ਕਿੰਨਾ ਰੌਲਾ ਪਾਇਆ? ਜੇ ਉਹ ਲਾਂਘਾ ਖੁੱਲਿਆ ਤੇ ਕੀ ਬੰਬ ਆ ਗਏ? ਜਦੋਂ ਮੋਦੀ ਚਾਹ ਪੀਣ ਗਿਆ ਸੀ, ਕੀ ਉਹ ਸਹੀ ਸੀਗਾ? ਅਟਲ ਬਿਹਾਰੀ ਵਾਜਪਾਈ ਬੱਸ ਲੈ ਕੇ ਗਿਆ ਸੀ ਤੇ ਉਧਰੋਂ ਕਾਰਗਿਲ ਆ ਗਿਆ ਸੀ। ਵਪਾਰ ਤਜਾਰਤ ਖੁੱਲ੍ਹਦੀ ਮਾੜਾ ਕੀ ਸੀ?
पर गल ये है बाई जी, जे कोई चंगियाई करने की कोशिश करता ना, ਉਹਦਾ हर वैरी है, कीता की जावे सिस्टम दा। पर सियासत दा जो पैटर्न सी जां जिहड़े इस हादसे तो सबक सीखण दी जरूरत है, घट्टो घट्ट अपने बच्चों नूं सिखाओ। तुसी बिल्कुल टॉप ते होवोगे ते निक्की जी कोताही किसी दी जान लैंदी है ते किसी नूं जेलां भेजदी है, समय दा सच है। लम्हों ने खता की ते सदियों ने सजा पाई। ਇਹ भी इस कांड तो सबक सीखना चाहिए। पार्किंग नूं लैके की दिक्कत सी, कहना बजुर्गो कोई नहीं, तुसी पार्क कर लो, की फर्क पैंदा है, बस मामूली गल तो वो मैं हैंकड़ तकरार आया। यकदम हाइपर होने की फितरत कई लोगों की हुंदी है, ये भी बीमारी हुंदी है अपने आप च, समझना इसनूं चाहिए। पर ये देखो कि इस तो इस तरह का सबक सीखण की भी जरूरत है। दूसरा की लगता है क्यूरेटिव पटीशन जां आने वाले समय साल तो इस एक वरा पूरा होने तो पहला कोई सियासी चांस ने। दूसरा जिहड़ा मेरे ख्याल अपनी पार्टी बारे फैसला जां अपने सियासी भविख बारे फैसला वो जेल तो बाहर आने तो बाद ही करेगा। ऐदों वध तां कोई सरकार उहनूं फाहे नहीं ला सकदी। इक्को ही उहदा दोष सी। तुसीं वेखो होर वड्डे वड्डे लानती समੀਤ टॉप दे लीडर हज़ारां केस चलदे ने सब ते, 40% उत्थे दागी ने। आम आदमी पार्टी पंजाब च वादा करदी है, दावा करदी है कि इसे सब तो दुध धोतियां सब तो वध केस इन्हां ते भी ने, सजावां इन्हां नूं भी हो सकदियां ने। पर एक उस वक्त दी गलती ते अज किस नौबत नूं पुज्जिआ। सियासी समीकरण की समय तो 1 साल तो पहला कोई चांस ने बाहर आउण दे। बेहतर दा तरीका यह है कि अपना जिवें वो पाठ पूजा करदा चिंतन करे, अपने आप नूं मैडिटेशन करे ते जेल भी चलो बंदियां नाल ही हुंदी है, अपने आप नूं सोधण। जिवें उन्हें आख्या कि अपना गुनाह सी, चलो जो भी होया, एक व्यक्ति की मौत हुई है, वडप्पन है, दोष है या नहीं है, पर फिर भी किते ना किते जो कीता उसका हुण ईमानदारी नाल भुगतण ची भलाई है। पर फिर भी झुकना नहीं चाहिए, क्योंकि खांदा पींदा परिवार वैल एजुकेटेड है, कोई विफता नहीं पैंदी। पर गोडे टेक के किसी दे अगे झुक के गुलामी नहीं करनी चाहिए, किसी की अपनी मर्जी की गल करनी चाहिए। जे झुक के बीजेपी के दरां ते जांदा तो उस तो भी वड्डी लानत है मेरे ख्याल च जी। देखो पहली गल तो यह आ, फैसला किहड़े समय सुनाया गया। 19 तरीक नूं फैसला सुनाया गया, 23 तरीक तो सुप्रीम कोर्ट 15 जुलाई तक बंद हो रही है गर्मियां दी छुट्टियां दी, यानी कि 15 जुलाई तक तो कोई सुनवाई नहीं सुप्रीम कोर्ट च। आम व्यक्ति इनू नहीं समझ सकेगा कि फैसला किहड़े तरीके दा आया। जदों तुसीं ढंगाई के जाओगे, मैं पहला कल भी एक गल कही सी कि किहड़े जज नूं दोष दईए। जदों डिस्ट्रिक्ट कोर्ट चों बरी हुंदा, वो जज नूं दोष दईए कि उहने क्यों बरी कीता। जेड़े जज ने इरादन कतल दे केस दे विच उहनूं 3 साल की सजा सुनाई हाई कोर्ट दे ने, उहनूं दोष दईए, जां जेड़े जज ने 2018 दे विच उहनूं बरी कीता ते 1000 रुपया जुर्माना कीता, क्या जेड़े ने हुण उहनूं 1 साल की सजा सुनाई है। तारां दे विचों किहड़ा सही आ ते चारों ही गलत ने। अगली गल देखो, 2-4 दिन उन्होंने औखा लगेगा, मुड़ के ऑटोमैटिकली वो जिहड़ा अंदर दा माहौल आ उहदे च ढाल लेगा अपने आप नूं, क्योंकि उन्होंने पता लग जूगा कि इत्थे कट्टनी आ तो साल कोई औखा नहीं है, साल कट लवेगा। दूसरी गल जेड़ी ये 323 च सजा सुनाई गई आ, इहदे च समय तो पहला रिहाई नहीं है। दूसरी गल इहदे च परोल भी नहीं है भी जे कहो कि 15 दिन लिए आ जाऊंगा, परोल बनती नहीं, क्योंकि 1 साल की सजा। हर सजा दे विच 2 साल, किसी भी केस च 2 साल सजा होई नूं पूरे हो गए होने चाहिए, यानी कि 2 साल अंदर जेल कट्टी नूं हो गए होने तद उहनूं परोल मिलती है। परोल मिलनी नहीं क्योंकि 1 साल ये च रिलीफ भी कोई नहीं। जिहड़ी मौजूदा सरकार बैठी आ, जे वो रिकमेंड करूगी तो अगे जाके जिहड़ा वा गवर्नर नहीं करूगा। अगली गल
15 अगस्त ते 26 जनवरी 2 दिन आउंदे ने जी ते तकरीबन सजा दे मुताबक ओदी सजा घट कीती जांदी 1 साल आ ਵੱਧ ਤੋਂ ਵੱਧ 1 साल वाले नूं किन्नी रिलीफ देणगे 1 ਜਾਂ 2 दिन दी देणगे ਉਹ ਵਿੱਚ ਐਡ ਹੋ ਜੂਗੀ यानी कि कुल मिला के साल ਉਹਨੂੰ ਪੂਰੇ ਦਾ ਪੂਰਾ ਜਿਹੜਾ ਉਹ ਅੰਦਰ कॉल ले ली एक सुरेंद्र कॉल ले ली स्वागत है जी ਤੁਹਾਡਾ अपना हाँ जी सतनाम सिंह गल करो जी बाबे दी गली पोते दी देखो जे चलो ओनू जे सजा भी हुई है कोई गल नहीं की पर वो हैगा तो बिल्कुल सोना है वो चीज अपना नवजोत सिंह सिद्धू बिल्कुल सोना है वो जी थैंक यू ते बाकी कोई गल नहीं दिन सारा इको जिहा नहीं रहिंदे जेड़ा सच्चाई है सच्चाई एक बाबे नानक ने भी ये गल कही सी कि जेड़ी सच है वो सच ही आ होर किसी ने नहीं गल कही सी सिर्फ बाबे नानक ने बाबर नूं जावर कहा सीगा होर किसी की हिम्मत नहीं पई थैंक यू सतनाम सिंह जी थैंक यू बिल्कुल ते वैसे सियासी लोगों नूं छड्ड के आम लोग सारे इस मामले च सिद्धू नूं बरी करदे ने ठीक है बजुर्ग की मौत हुई है मैडिकल रिपोर्टां च ओदी डेथ का कारण अटैक है धक्का वजया की ये सरकमस्टेंस बनते ने वो छोटी जी धारा 323 के अधीन ये सजा जाफ्ता होया पर जे सजा जाफ्ता होया तो पहला अदालत उसनूं बाइज्जत बरी भी कर चुकी है पर जिहड़े सियासी समीकरण ने जे सिद्धू आम व्यक्ति हुंदा तां होर हो सकदा सी पर ये सियासी असर रसूख भी इस सिद्धू दी नौबत दे जिम्मेवार ने जिस अदालतां च बांदरां नूं वेख के फैसले सुनाए जांदे होण ते उत्थे फिर सारे फैसले सही भी नहीं कहे जांदे जोशन साहब जड़ियाला तो जोशन जी गल करो तुसीं ऑनर हो वेलकम सत श्री अकाल हाँ जी टवाने जी चलो जो भी नवजोत सिंह सिद्धू नूं सजा हुई है ठीक है पर सुखजिंदर सिंह सुखी रंधावे दी कल जो दी लैंग्वेज हो रही है ना मतलब बहुत ही गलत लैंग्वेज है तुहानू सुखी रंधावा जी भुलना नहीं चाहिए जे तुसीं भी गृह मंत्री बने सी उप मुख मंत्री बने सी ते नवजोत सिंह सिद्धू दा करके बने सी जे नवजोत सिंह सिद्धू कैप्टन अमरिंदर सिंह नूं नाल लाउंदा ते कित्थे चरणजीत सिंह चन्नी ने मुख मंत्री बनना सी ते कित्थे तुसीं गृह मंत्री बनना सी। बाकी टवाना जी जिहड़ा बंदा सच दे राह ते तुरेगा उधर भीड़ हमेशा ही घट रहिंदी है जिहड़ा चापलूस लाना है ते जिहड़ा झूठ ते है उधर भीड़ जिहड़ी हमेशा ही वध रहे। थैंक यू मेहरबानी देखो मैं तो कहना चंगी गल है जिहदे जो मन च है वो कढे सुखजिंदर सुखी रंधावा सुरेंद्रवीर जे कह रहा तो चंगी गल है जिहड़ी उहदी अंदर दी भावना उहदे ते कोई मलम्मा नहीं चाढ़दा जिहड़े उहदे दिल दा रोसा है रांझा वो कढ रहा लोकां नूं पता लग रहा कि वो जो कह रहा सिद्धू बारे की विचार रखदा सच है जां झूठ है उहदे अंदर दी अग निकल रही है ते उहदी शख्सियत बारे सुखी दी बारे लोग जान रहे ने कि इस केस ते की कहना चाहुंदा क्योंकि किस केस ते किहड़ा सियासतदान की नजरिया रखदा ये चंगी गल है। मैं कहना सुखी जम कहे चंगी गल है घट्टो घट्ट लोकां नूं पता लग गया कि सुखी सिद्धू बारे की जानना चाहुंदा है। जे वो वल फेर करके कहंदा बहुत बुरा होया जी फलां होया जी ढमका होया जी ये भी किते ना किते लोकां नाल धोखा सी दा उसदी शख्सियत दा दोहरापन डबल स्टैंडर्ड सी दंभ सी। मैं कहना ठीक है ਉਹਦੇ मन च जो आया तो कह दिता कोई गल नहीं घट्टो घट्ट लोकां नूं पता लग गया कि सुखी दा सिद्धू दे बारे की नजरिया। राजा वड़िंग दा जिहड़ा प्रधान है ਉਹਦਾ सुनेहा आया डिप्लोमैटिक है जां की है ये ਉਹਦੀ शख्सियत दस सकदी है जां लोग जर्नलिस्ट जज कर सकते ने। अमरिंदर राजा वड़िंग कहंदा पार्टी नेता नवजोत सिंह सिद्धू दे समर्थन दे विच आया उन्हें ट्वीट कीती है कि सुप्रीम कोर्ट दा फैसला सन्मानयोग है मैं औखी घड़ी नवजोत सिंह सिद्धू ते उन्हां दे परिवार दे नाल खड़ा। ते इस दौरान पटियाला तो आम आदमी पार्टी की तरफों मैंबर पार्लीमेंट डॉक्टर धर्मवीर गांधी भी जिहड़ा नवजोत सिंह सिद्धू की यादविंद्रा कलोनी स्थित कोठी पहुंचे चंगी गल है ये पता कि सच नूं फांसी है कोई दो रावां नहीं। सो पार्टी पद्धर तो उपर उठ के इस मामले च सिद्धू की भी सपोर्ट गांधी ने कीती सी। ये हुंदा असल दे विच भावें वो सियासी लोग ने पर फिर भी उन्हें चंगे बंदियां दी जिहड़ी है सपोर्ट कीती डॉक्टर गांधी ने होना चाहिए। अफसोस कि चंगियाई दी सपोर्ट च बहुत घट लोग बोलते ने नहीं अगला कहना सानू की पर फिर भी मैं कहना इहदे च सारे नेता बोलन ते घट्टो घट पंजाब नूं पता लग जावे कि ये नेतावां दा चंगियाई ते बुराई दे मामले दे विच की नजरिया है।
ਤੇ ਦੂਸਰਾ ਕਿਸੇ ਹੋਰ ਪਾਰਟੀ ਦੇ ਨੇਤਾ ਦਾ ਜਾਂ ਕੀ ਬਿਆਨ ਤੁਸੀਂ ਕਿੱਦਾਂ ਵੇਖਦੇ ਹੋ? ਪਟਿਆਲੇ ਦੀ ਜੇਲ੍ਹ ਦੀ ਬੈਰਕ ਦੇ ਵਿੱਚ ਉਸਨੂੰ ਵੱਖਰੇ ਸੈੱਲ ਦੇ ਵਿੱਚ ਰੱਖਿਆ ਜਾ ਸਕਦਾ ਹੈ, ਕੀ ਸਥਿਤੀ ਉਹਦੀ ਅੰਦਰ ਹੋਏਗੀ ਜਾਂ ਕੀ ਸਿਆਸੀ ਸਥਿਤੀ ਇਸ ਤੇ ਬਣਦੀ ਹੈ? ਤੇ ਮੈਂ ਇਹਦੇ ਚ ਆਡੀਅנס ਦੀ ਕਾਲ ਵੀ ਚਾਹਾਂਗਾ, ਅਗਰ ਕੋਈ ਕਰਨਾ ਚਾਹਵੇ ਤਾਂ ਪਲੀਜ਼ ਬੇਨਤੀ ਹੈ ਕਿ ਸੰਖੇਪ ਚ ਟਕਾ ਆਪਣੀ ਗੱਲ ਕਹਿ ਦਿਆ ਕਰੋ, ਕਈ ਕਾਲਸ ਕੱਟ ਰਹੀਆਂ ਨੇ ਜੀ। ਸੁਰਿੰਦਰ ਕੰਟੀਨਿਊ ਪਲੀਜ਼। ਦੇਖੋ, ਜਿੱਥੋਂ ਤੱਕ ਤੁਸੀਂ ਗੱਲ ਕੀਤੀ ਸੁੱਖੀ ਰੰਧਾਵਾ ਦੀ, ਅੱਜ ਕੀ ਹੋਇਆ? ਅੱਜ ਕਾਕਾ ਰਜਿੰਦਰ ਸਿੰਘ ਸਾਬਕਾ MLA ਸਮਾਣਾ, ਨਿਰਮਲ ਸਿੰਘ ਸ਼ਤਰਾਣੀ ਵਾਲਾ ਸਾਬਕਾ MLA, ਹਰਦਿਆਲ ਸਿੰਘ ਕੰਬੋਜ ਰਾਜਪੁਰੇ ਵਾਲਾ ਸਾਬਕਾ MLA, ਇਹ ਸਾਰੇ ਜਿਹੜੇ ਉੱਥੇ ਗਏ, ਸਰਜੀਤ ਮਾਨ ਵੀ ਆਇਆ, ਨਵਤੇਜ ਚੀਮਾ ਵੀ ਆਇਆ, ਸਾਰੇ ਉੱਥੇ ਸੀ। ਲੇਕਿਨ ਕੱਲ ਸੁੱਖੀ ਰੰਧਾਵੇ ਨੇ ਕੀ ਕੀਤਾ? ਕਹਿੰਦਾ ਮੈਂ ਲਾਲ ਸਿੰਘ ਵਰਗੇ ਬੰਦੇ ਤੇ ਹੈਰਾਨ ਆ ਕਿ ਉਹ ਸਿੱਧੂ ਨੂੰ ਕਿਉਂ ਮਿਲਦਾ। ਕਹਿੰਦਾ ਵੀ ਹੁਣ ਸਾਰੇ ਸੁੱਖੀ ਰੰਧਾਵੇ ਨੂੰ ਪੁੱਛਿਆ ਕਰਨ। ਸੁੱਖੀ ਰੰਧਾਵੇ ਨੂੰ ਇਹ ਪੁੱਛ ਲਓ, ਤੇਰਾ ਪਿਓ ਉਹ ਸੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਸੀ, ਜਿਹੜਾ ਕਹਿੰਦਾ ਸੀ ਆਪਰੇਸ਼ਨ ਬਲੂ ਸਟਾਰ ਬਿਲਕੁਲ ਸਹੀ ਸਮੇਂ ਤੇ ਕੀਤਾ ਗਿਆ। ਸੁੱਖੀ ਰੰਧਾਵਾ ਉਹਦਾ ਤਾਂ ਜਵਾਬ ਦੇ ਦੇਵੇ। ਦੂਸਰੀ ਗੱਲ, ਗੁਰਿੰਦਰ ਸਿੰਘ ਨਾਮ ਦਾ ਬੰਦਾ ਸੀ ਜਿਹਦੇ ਬਾਰੇ ਬੜਾ ਵਾਵੇਲਾ ਹੋਇਆ, ਉਹ ਇਹਦੇ ਘਰੋਂ ਪਕੜਿਆ ਗਿਆ ਸੀ ਤੇ ਉਹਦੇ ਪਿੱਛੇ ਇਹਦੇ ਪਿਓ ਦੀ ਪ੍ਰਧਾਨਗੀ ਚਲੀ ਗਈ ਸੀ। ਬਕਾਇਦਾ ਗਵਰਨਰ ਪੰਜਾਬ ਨੇ ਕਿਹਾ ਸੀ ਕਿ ਟੈਰੋਰਿਸਟ ਕਦੀ ਕਿਸੇ ਨੂੰ ਕਹੀ ਜਾਂਦੇ, ਕਦੀ ਕਿਸੇ ਨੂੰ ਕਹੀ ਜਾਂਦੇ। ਆਹ ਬੰਦਾ ਇਹਨਾਂ ਦੇ ਘਰੇ ਰਿਹਾ ਤੇ ਉਹਦੇ ਪਿੱਛੇ ਪ੍ਰਧਾਨਗੀ ਖੁੱਸ ਗਈ ਸੀ ਇਹਨਾਂ ਦੇ ਪਿਓ ਦੀ। ਇਸ ਕਰਕੇ ਆ ਸੁੱਖੀ ਰੰਧਾਵੇ ਦੀ ਜਿਹੜੀ ਹੜਬੜਾਹਟ ਆ, ਉਹਨੂੰ ਦੇਖਦਾ ਵੀ ਮੈਂ ਉਮਰ ਦੇ ਜਿਸ ਪੜਾਅ 'ਚ ਬੈਠਾ, ਨਾ ਦੁਬਾਰਾ ਕਾਂਗਰਸ ਦਾ ਦਾਅ ਲੱਗਣਾ ਤੇ ਨਾ ਮੇਰੀ ਵਾਰੀ ਆਉਣੀ ਆ। ਨਹੀਂ, ਉਹ ਇਹਦੀ ਆਲੋਚਨਾ ਕਰਕੇ ਬਣ ਜਾਂਦਾ। ਘੱਟੋ ਘੱਟ ਇਹ ਸੀ, ਅਗਲੀ ਪੀੜ੍ਹੀ ਕਹਿੰਦੀ ਕਿ ਬਾਪੂ ਜਿਹੜਾ ਸੀ ਮੁੱਖ ਮੰਤਰੀ ਪੰਜਾਬ ਰਿਹਾ ਸੀ। ਸੁੱਖੀ ਇਹਦੀ ਆਲੋਚਨਾ ਕਰਕੇ ਸੁਰਿੰਦਰ, ਸੁੱਖੀ ਇੱਕ ਆਪਣੇ ਮਨ ਦੀ ਹੁੱਬ ਪੂਰੀ ਕਰਦਾ, ਰੰਜ ਪੂਰਾ ਕਰਦਾ, ਜਾਂ ਇਹਦਾ ਕੋਈ ਸਿਆਸੀ ਮਾਈਲੇਜ ਹੈ ਉਹਦੀ ਆਲੋਚਨਾ ਕਰਨਾ? ਸਿੱਧੂ ਦੀ ਸਿਆਸੀ ਮਾਈਲੇਜ ਤਾਂ ਕੋਈ ਨਜ਼ਰ ਨਹੀਂ ਆਉਂਦਾ ਮੈਨੂੰ। ਕਾਲ ਲੈ ਲਾ ਮੈਂ ਨਾਲ ਪਲੀਜ਼। ਸਿਆਸੀ ਮਫਾਦ ਤਾਂ ਇਹ ਚ ਕੋਈ ਨਹੀਂ ਹੈ, ਸਿਰਫ ਆਪਣੇ ਮਨ ਦੀ ਰੰਜ ਪੂਰੀ ਕਰਦਾ, ਡਿਪਲੋਮੈਟਿਕ ਨਹੀਂ ਹੈ। ਰਾਜਾ ਵੜਿੰਗ ਮੇਰੇ ਖਿਆਲ ਡਿਪਲੋਮੈਟ ਹੈ ਇਸ ਮਾਮਲੇ 'ਚ, ਜਾਂ ਉਹ ਦਿਲੋਂ ਕਰਦਾ ਤੇ ਉਹ ਪਤਾ ਨਹੀਂ, ਕਿਉਂਕਿ ਉਹਦੇ ਤੇ ਵੀ ਕੁਛ ਨਾ ਕੁਛ ਹੋ ਸਕਦਾ ਹੈ। ਬਨਵਾਸ ਸਾਹਿਬ ਸਵਾਗਤ ਹੈ, ਗੱਲ ਕਰੋ, ਤੁਸੀਂ ਔਨ 에ਅਰ ਹੋ। ਵੈਲਕਮ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਜਿਹੜੇ ਬੰਦੇ ਨਵਜੋਤ ਸਿੰਘ ਸਿੱਧੂ ਨੂੰ ਮਤਲਬ ਮੰਦਾ ਬੋਲ ਰਹੇ ਨੇ, ਉਹਨਾਂ ਵਾਸਤੇ ਗੱਲ ਹੈਗੀ ਹੈ ਬਈ ਹਮਾਮ ਚ ਜਦੋਂ ਨੰਗੇ ਹੋਣ ਸਾਰੇ ਦੇ ਸਾਰੇ, ਤੇ ਉਹ ਬੰਦੇ ਇੱਕ ਨੂੰ ਜਿਹੜਾ ਕੱਛਾ ਪਾ ਕੇ ਆ ਗਿਆ, ਅੰਡਰਵੇਅਰ ਪਾ ਕੇ ਆ ਗਿਆ, ਉਹਦੇ ਲਈ ਬੋਲਦੇ ਹੋਣ ਗਲਤ ਗੱਲ ਹੈ। ਹਮਾਮ ਚ ਨੰਗੇ ਜਿਹੜੇ ਬੰਦੇ ਨੇ ਹੈ ਜੀ, ਚੋਰ ਮਸੇਰੇ ਭਾਈ ਹੈ ਜੀ, ਤੇ ਜਿਹੜੇ ਮਤਲਬ ਉਹਨਾਂ ਨੂੰ ਬਰਦਾਸ਼ਤ ਕਿਵੇਂ ਹੋਣਾ ਸੀਗਾ, ਚੋਰ ਮਸੇਰੇ ਭਾਈਆਂ ਨੂੰ ਤੇ ਹਮਾਮ ਚ ਨੰਗਿਆਂ ਨੂੰ। ਸ਼ੁਕਰੀਆ ਜੀ, ਮਿਹਰਬਾਨੀ। ਗੁਰਦੀਪ ਸੇਲਬਰਾ ਕੰਪਲੀਟ ਕਰੋ ਸੰਖੇਪ ਚ ਪਲੀਜ਼ ਜੀ। ਸੁਰਿੰਦਰ, ਤੇ ਸੁਰਿੰਦਰ ਇਹਦੇ ਚ ਕੋਈ ਸਿਆਸੀ ਮਾਈਲੇਜ ਹੈ ਨਵਜੋਤ ਸਿੰਘ ਸਿੱਧੂ ਦੀ ਇਦਾਂ ਆਲੋਚਨਾ ਕਰਨ ਪਿੱਛੇ, ਜਾਂ ਸਿਰਫ ਆਪਣੇ ਮਨ ਦਾ ਰੰਜ ਪੂਰਾ ਕਰਦਾ ਉਹ? ਕੀ ਲੱਗਦਾ ਹੈ ਜੀ ਸੁਰਿੰਦਰ? ਬਾਪੂ ਜਦੋਂ ਆਖਰੀ ਉਮਰ ਦੇ ਆਖਰੀ ਪੜਾਅ 'ਚ ਹੁੰਦਾ ਨਾ, ਮੰਜੇ ਤੇ ਪਿਆ ਹੁੰਦਾ, ਤੁਰਨ ਜੋਗਾ ਨਹੀਂ ਹੁੰਦਾ, ਜਦੋਂ ਉਹਨੂੰ ਦੇਖਦਾ ਹੁੰਦਾ ਮੇਰੇ ਬੈਂਕ 'ਚ ਵੀ ਕੱਖ ਨਹੀਂ ਤੇ ਨਾ ਤੇ ਵੀ ਕੁਛ ਨਹੀਂ, ਫਿਰ ਉਹ ਸਿਵਾਏ ਉਹਦੇ ਕੋਲ ਗਾਲਾਂ ਕੱਢਣ ਤੋਂ ਹੋਰ ਕੱਖ ਨਹੀਂ ਹੁੰਦਾ। ਠੀਕ ਹੈ ਨਾ? ਉਹ ਸਾਰੇ ਟੱਬਰ ਨੂੰ ਫਿਰ ਗਾਲਾਂ ਕੱਢੀ ਜਾਂਦਾ ਹੁੰਦਾ। ਉਹ ਹਾਲਤ ਇਸ ਵੇਲੇ ਸੁੱਖੀ ਰੰਧਾਵਾ ਦੀ ਹੋਈ ਆ। ਠੀਕ ਹੈ ਨਾ? ਹੁਣ ਇਹੀ ਹਾਲਤ ਰਾਣੇ ਗੁਰਜੀਤ ਦੀ ਹੋਈ ਪਈ ਆ। ਠੀਕ ਹੈ ਨਾ? ਹੁਣ ਦੋਨੋਂ ਜਣੇ ਇਸੇ ਬੰਨੇ ਨੂੰ ਤੁਰੇ ਹੋਏ ਆ। ਹੁਣ ਇਸ ਤੋਂ ਅੱਗੇ ਆ ਜਾਈਏ, ਜਿੰਨਾ ਕੋ ਮੈਂ ਜਾਣਦਾ, ਕਿਉਂਕਿ 1988 ਤੱਕ ਮੇਰੇ ਨਾਲ ਚੰਗਾ ਵਾਸਤਾ ਰਿਹਾ ਨਵਜੋਤ ਸਿੱਧੂ ਦਾ। ਹੁਣ 88 ਤੋਂ ਬਾਅਦ ਲਾ ਲਓ ਕਿ ਕਿੰਨੇ ਸਾਲ ਹੋ ਗਏ ਅੱਜ, ਕਿ ਜਿੱਥੇ ਮੁੜ ਕੇ ਆਪਣਾ ਆਪਸ ਚ ਚਲੋ ਕਦੀ ਮਿਲੇ ਤੱਕ ਨਹੀਂ ਹੈ, ਲੋਕ ਜੋ ਮਰਜ਼ੀ ਕਹਿਣ। ਸੁਰਿੰਦਰ ਹੋਲਡ ਰੱਖਿਓ। ਸਿਲਬਰਾ ਸਾਹਿਬ ਗੱਲ ਕਰੋ, ਗੁਰਦੀਪ ਜੀ ਗੱਲ ਕਰੋ, ਤੁਸੀਂ ਆਨਰ ਸੰਖੇਪ ਚ ਪਲੀਜ਼। ਗੁਰਦੀਪ ਜੀ, ਸਿਲਬਰਾ ਸਾਹਿਬ ਗੱਲ ਕਰੋ, ਤੁਸੀਂ ਆਨਰ ਹੋ, ਤੁਹਾਡੀ ਆਵਾਜ਼ 'ਚ ਕੋਈ ਦਿੱਕਤ ਆ ਬਾਈ ਜੀ। ਜੀ ਸੁਰਿੰਦਰ ਕੰਟੀਨਿਊ ਪਲੀਜ਼। ਕਿਉਂਕਿ ਜਿੰਨਾ ਕੋ ਮੈਂ ਜਾਣਦਾ ਨਵਜੋਤ ਸਿੱਧੂ ਹਮੇਸ਼ਾ ਆਪਣੇ ਮਨ ਦੀ ਕਰਦਾ। ਕਿੰਨੇ ਵੀ ਸਲਾਹਕਾਰ ਹੋਣ, ਜੋ ਮਰਜ਼ੀ ਹੋਣ, ਕਦੀ ਕਿਸੇ ਦੀ ਨਹੀਂ ਸੁਣਦਾ। ਇਹ ਉਹਦੀ ਫਿਤਰਤ ਆ ਅੱਜ ਤੱਕ ਦੀ।
ਨਹੀਂ ਥੋੜੇ ਜਿਹੇ ਕੱਚ ਘਰੜ ਸਲਾਹਕਾਰਾਂ ਦੀ ਵੀ ਮੰਨਦਾ ਉਹ। ਤੁਸੀਂ ਸ਼ਾਇਦ ਹੁਣ ਰਬਾਸਤਾ ਨਹੀਂ ਤੁਹਾਡਾ ਜੋ ਮੈਨੂੰ ਮਿਲਿਆ ਮੈਂ ਵੀ ਨਹੀਂ ਕਦੇ, ਪਰ ਇਹ ਮੈਨੂੰ ਪਤਾ ਲੱਗਾ ਕਿ ਮੈਂ ਦੇਖਿਆ ਬਹੁਤ ਕੱਚ ਘਰੜ ਬੰਦੇ ਜਿਨ੍ਹਾਂ ਦੇ ਅੱਲੇ ਪੱਲੇ ਕੁਛ ਨਹੀਂ ਹੈ, ਉਹਨਾਂ ਦੀ ਸਲਾਹ ਉਹ ਕਾਫੀ ਮੰਨਦਾ। ਪੱਤਰਕਾਰੀ ਚ ਵੀ ਨੇ, ਵੈਸੇ ਵੀ ਨੇ ਜਿਨ੍ਹਾਂ ਨੂੰ ਇੱਲ ਤੇ ਕੋਕੋ ਨਹੀਂ ਪਤਾ ਪੱਤਰਕਾਰੀ ਦਾ, ਉਹ ਉਹਨਾਂ ਦੀ ਵੀ ਸਲਾਹ ਮੰਨਦਾ। ਇਸ ਮਾਮਲੇ 'ਚ ਥੋੜਾ ਜਿਹਾ ਕੱਚ ਘਰੜ ਵੀ ਆ ਉਹ, ਇਹ ਕਾਰਨ ਉਹਦਾ ਇਸ ਹਾਸ਼ਰ ਦਾ ਵੀ ਹੈ ਮੈਂ ਸਮਝਦਾ ਜੀ। ਨਹੀਂ ਚਲੋ ਮੈਂ ਉਹਦੇ ਨਾਲ ਸਹਿਮਤ ਹਾਂ, ਕਿਉਂਕਿ ਜਦੋਂ ਪੋਲੀਟਿਕਸ ਤੇ ਹੁੰਦਾ ਉਦੋਂ ਬੰਦੇ ਨਾਲ ਕੱਚ ਘਰੜ ਬਥੇਰਾ ਕੁਝ ਜੁੜ ਜਾਂਦਾ ਹੁੰਦਾ। ਉਹ ਹਾਲਾਤ ਇਹ ਹੁੰਦੀ ਹੈ ਨਾ, ਆਪਾਂ ਖਰਬੂਜੇ ਤੇ ਚਲੋ ਪੱਕ ਜਾਂਦੇ ਹੁੰਦੇ ਸੀ, ਖੇਤ ਤੋਂ ਤੋੜ ਲਈਏ, ਜਦੋਂ ਆਖਰੀ ਛਾਣ ਹੁੰਦਾ ਸੀ ਨਾ ਉਹ ਕਹਿੰਦੇ ਏਦਾਂ ਕਰੋ ਕਾਕਾ, ਉਹ ਅਧਵਾਣੇ ਵਾਲਾ ਖੇਤ ਵਾਹੁਣਾ, ਉਹ ਕੱਚੇ ਪਿੱਲੇ ਜਿੰਨੇ ਹੈਗੇ ਸਾਰੇ ਤੋੜ ਕੇ ਰੱਖ ਲਓ, ਠੀਕ ਆ। ਫਿਰ ਕਹਿਣਾ ਵੀ ਜਿਹੜੇ ਕੱਚੇ ਹੈ ਨਾ ਇਹ ਸਾਰੇ ਕਰਦ ਫੜੋ, ਕੱਟ ਕੇ ਮੋਟੇ ਮੋਟੇ ਪੀਸ ਕਰਕੇ ਡੰਗਰਾਂ ਦੀ ਖੁਰਲੀ 'ਚ ਸੁੱਟ ਦੋ, ਠੀਕ ਹੈ ਨਾ, ਤੇ ਪੱਕੇ ਰੱਖ ਲਓ, ਇਹ ਤੁਸੀਂ ਖਾ ਲਿਓ, ਠੀਕ ਹੈ। ਇਸ ਕਰਕੇ ਸਿਆਸਤ 'ਚ ਕੱਚ ਘਰੜ ਬਥੇਰਾ ਕੁਛ ਆਉਂਦਾ ਹੈ, ਠੀਕ ਹੈ, ਮੈਂ ਉਹਦੇ ਨਾਲ ਸਹਿਮਤ ਹਾਂ। ਪਰ ਹਾਲਾਤ ਜਿਹੜੇ ਓਵਰਆਲ ਨੇ, ਠੀਕ ਹੈ, ਜਿੱਥੋਂ ਤੱਕ ਮੈਂ ਦੋ ਬੰਦਿਆਂ ਦੀ ਗੱਲ ਕੀਤੀ ਆ, ਦੋਨੋਂ ਜਿਆਦੀ ਹੜਬੜਾਹਟ 'ਚ ਸੀ, ਠੀਕ ਹੈ। ਅੰਦਰੋਂ ਅਕਾਲੀ ਦਲ ਵੀ ਖੁਸ਼ ਆ, ਅਕਾਲੀ ਦਲ ਦਾ ਤਾਂ ਇੱਕ ਸਪੋਕਸਮੈਨ ਵੀ ਆ, ਐਡਵੋਕੇਟ ਵੀ ਆ, ਵਿਕਰਮ ਮਜੀਠੀਏ ਵੱਲੋਂ ਐਡਵੋਕੇਟ ਦੇ ਤੌਰ ਤੇ ਵੀ ਆਉਂਦਾ, ਸਪੋਕਸਮੈਨ ਦੇ ਤੌਰ ਤੇ। ਉਹ ਕਹਿੰਦਾ ਇਹਨੇ ਵਿਕਰਮ ਮਜੀਠੀਏ ਲਈ ਟੋਆ ਪੱਟਿਆ ਸੀ, ਇਹ ਖੂਹ 'ਚ ਡਿੱਗ ਗਿਆ, ਵਿਕਰਮ ਮਜੀਠੀਏ ਨੇ ਕਹਿੰਦਾ ਪਰਸੋਂ ਨੂੰ ਜੇਲ੍ਹ ਤੋਂ ਬਾਹਰ ਆ ਜਾਣਾ। ਮੈਂ ਕਿਹਾ ਇੱਕ ਹੋਰ ਧਰਮਰਾਜ ਆ ਗਿਆ, ਅਜਾ ਪਿਓ ਦਾ ਸਿੱਖ ਜੁਡੀਸ਼ਰੀ ਕਮਿਸ਼ਨ ਦਾ ਚੇਅਰਮੈਨ ਬੈਠਾ। ਮੈਂ ਕਿਹਾ ਹੱਦ ਹੋ ਗਈ ਯਾਰ, ਇਹ ਤਾਂ ਅੰਤਰਜਾਮੀ ਆ ਗਿਆ ਇੱਕ ਹੋਰ ਸਾਡੇ ਕੋਲੇ ਹੈ। ਮਤਲਬ ਜਿਹਦਾ ਜੋ ਦਿਲ ਕਰਦਾ ਫੱਟ ਦੇ ਕੇ ਸੋਸ਼ਲ ਮੀਡੀਆ ਤੇ ਆਪਣੀ ਵੀਡੀਓ ਪਾ ਕੇ ਉਹ ਜਾਂਦਾ, ਕਹਿੰਦਾ ਚੱਲ ਜਿਹੜੇ 4 ਵਿਊ ਆਉਣਗੇ ਉਹ ਹੀ ਸਹੀ। ਮਤਲਬ ਹਾਲਾਤ ਇਹ ਆ ਕਿ ਦੇਖੋ ਗੱਲ ਇਹ ਆ, ਨਵਜੋਤ ਸਿੱਧੂ ਨੇ ਮਾੜਾ ਕੀ ਕੀਤਾ। ਹੁਣ ਗੱਲ ਇਹ ਆ, ਸੁੱਖੀ ਰੰਧਾਵਾ ਜਿਹੜਾ ਕੁਝ ਨਹੀਂ ਸੀ ਕਰਨਾ ਚਾਹੁੰਦਾ ਉਹ ਸਾਰਾ ਕੁਝ ਨਵਜੋਤ ਸਿੱਧੂ ਕਰਾ ਗਿਆ। ਕਹਿੰਦੇ ਜੀ ਉਹਨੇ 2 DGP ਬਦਲਾਤੇ, ਉਹਨੇ 2 ਐਡਵੋਕੇਟ ਜਨਰਲ ਬਦਲਾਤੇ। ਬਹੁਤ ਮਾੜਾ ਬੰਦਾ ਸੀ, ਬੰਦਾ ਇਸ ਕਰਕੇ ਮਾੜਾ ਸੀ ਕਿ ਵਿਕਰਮ ਮਜੀਠੀਏ ਦੇ ਪਰਚਾ ਦਰਜ ਹੋ ਗਿਆ, ਬੰਦਾ ਇਸ ਕਰਕੇ ਮਾੜਾ ਸੀ। ਨਾ ਦਰਜ ਹੁੰਦਾ ਜਿੱਦਾਂ ਕੈਪਟਨ ਅਮਰਿੰਦਰ ਰਾਣਾ ਗੁਰਜੀਤ ਨੂੰ ਬਿਜਲੀ ਮੰਤਰੀ ਨੂੰ ਦੁਬਾਰਾ ਅਹੁਦਾ ਮਿਲ ਗਿਆ, ਸਾਬਕਾ ਬਿਜਲੀ ਮੰਤਰੀ ਨੂੰ ਤਾਂ ਮਾੜਾ ਸੀ। ਹੋਰ ਜਿਹੜੇ ਚੰਨੀ ਨੂੰ ਮੁੱਖ ਮੰਤਰੀ ਬਣਾਤਾ, ਚੰਨੀ ਨਹੀਂ ਕੁਝ ਬੋਲਿਆ, ਚੰਨੀ ਨਹੀਂ ਬੋਲਿਆ। ਮੈਂ ਕਿਹਾ ਨਹੀਂ ਤਾਂ ਸੁੱਖੀ ਰੰਧਾਵਾ ਵੋਟਾਂ ਤੇ 400 ਹੀ ਵਧੀਆਂ ਨੇ ਨਾ, ਜੇ 250 ਹੋਰ ਦੂਜੇ ਬੰਦੇ ਨੂੰ ਹੋ ਜਾਂਦੀ ਤੇ ਫਿਰ ਸੁੱਖੀ ਰੰਧਾਵਾ ਵੀ ਸਾਬਕਾ ਜਿਹਾ ਆ ਜਾਣਾ ਸੀ ਵੀ ਦੋਨੋਂ ਡਿਪਟੀ ਸੀਐਮ ਤੇ ਨਾਲ ਹੀ ਸੀਐਮ ਤਿੰਨੋਂ ਦੇ ਤਿੰਨੋਂ ਹੀ ਹਵਾ 'ਚ ਗਏ ਆ। ਨਹੀਂ ਇਹ ਤਾਂ ਵੋਟਾਂ 'ਚ ਨਾ ਦੇਖੋ, ਰਾਣਾ ਗੁਰਜੀਤ ਦਾ ਜਿੱਤਣਾ ਠੀਕ ਹੈ, ਉਹ ਇਲਾਕੇ 'ਚ ਕੰਮ ਕਰਦਾ ਹੈ, ਤੇ ਉਸ ਦੌਰਾਨ ਜਿਹੜੇ ਬੰਦੇ ਜਿੱਤੇ ਨੇ, ਸੁਖਪਾਲ ਖਹਿਰਾ ਦਾ ਜਿੱਤਣਾ ਤੇ ਇਹ ਕਿਤੇ ਨਾ ਕਿਤੇ ਰਾਜਾ ਵੜਿੰਗ ਦਾ ਜਿੱਤਣਾ, ਇਹ 4-5 ਅਜਿਹੇ ਸਰਦਾਰਾਂ 'ਚੋਂ ਜੱਟ ਅਜਿਹੇ ਬਣੇ ਨੇ ਕਿ ਇਹ ਮਾੜੀ ਮੋਟੀ ਕਾਂਗਰਸ ਨੂੰ ਵੀ ਖਿੱਚੋ ਤਾਣ 'ਚ ਖਤਮ ਕਰਨਗੇ। ਕਿਉਂਕਿ ਨਵਜੋਤ ਸਿੰਘ ਵੱਡੀ ਤੋਪ ਸੀ, ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਕਿਤੇ ਨਾ ਕਿਤੇ ਫੇਰ ਅਗਰ ਇਹ ਜਿੱਤ ਜਾਂਦਾ ਤਾਂ ਉਹਨੂੰ ਸਪੋਰਟ ਮਿਲਣੀ ਸੀ, ਤੇ ਨਵਜੋਤ ਸਿੰਘ ਸਿੱਧੂ ਨੂੰ ਬੋਚਣਾ ਚਾਹੁੰਦੀ ਹੈ ਬੀਜੇਪੀ ਦੁਬਾਰਾ ਆਪਣੇ ਕੋਲ, ਕਿਉਂਕਿ ਉਹਨੂੰ ਇਦਾਂ ਦੇ ਸਰਦਾਰ ਚਾਹੀਦੇ ਨੇ। ਇਸ ਕਰਕੇ ਝਟਕੇ ਤੇ ਝਟਕਾ। ਹੁਣ ਮਨਜਿੰਦਰ ਸਰਸਾ ਸ਼ਹਿਰੀ ਸਿੱਖ ਹੈ, 2600 ਕਰੋੜ ਦਾ ਟਰਨਓਵਰ ਹੈ, ਹੋਰ ਬੜਾ ਕੁਝ ਹੈ। HS ਫੂਲਕਾ ਸਾਹਿਬ ਤੁਸੀਂ ਵੇਖੋ ਕਿ ਲਾਲ ਕਿਲੇ ਦੇ ਵਿੱਚ ਮੋਦੀ ਸਾਹਿਬ ਦੇ ਪਿੱਛੇ ਬੈਠੇ ਕੀਰਤਨ ਸੁਣਦੇ ਕਿਵੇਂ ਆਨੰਦਿਤ ਹੋ ਰਹੇ ਨੇ। ਸੋ ਉਹਨਾਂ ਨੂੰ ਇਦਾਂ ਦੇ ਸਿੱਖ ਚਾਹੀਦੇ ਨੇ ਜਿਨ੍ਹਾਂ ਦੀ ਬਣਾ ਤੇ ਉਹਨਾਂ ਦੀ ਬੀਜੇਪੀ ਦੀ ਕਾਠੀ ਪੰਜਾਬ 'ਚ ਚੱਲੇ, ਘੋੜੀ ਬਣੇ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਬੋਚਿਆ ਗਿਆ, ਲਾਂਭੇ ਕੀਤਾ ਗਿਆ। ਪੰਜਾਬ ਦੇ ਵਿੱਚ ਕਾਂਗਰਸ 'ਚ ਜੇ ਕੁਝ ਬੰਦੇ ਜਿੱਤੇ ਨੇ, ਇਹ ਆਪਣੇ ਕੰਮ ਕਰਕੇ ਨਹੀਂ ਜਿੱਤੇ, ਇਹ ਮੋਦੀ ਸਾਹਿਬ ਦੀ ਕਿਰਪਾ ਕਰਕੇ ਵੀ ਜਿੱਤੇ ਨੇ। ਹੁਣ ਭਲੱਥ ਸੀਟ ਉੱਥੇ RSS ਦਾ ਵੱਡਾ ਜ਼ੋਰ ਹੈ, ਇਹ ਵੀ ਗੱਲ ਮੰਨਣੀ ਪਊ। ਕੁਲਬੀਰ ਕੌੜਾ ਦੀ ਕਿਤਾਬ ਪੜ੍ਹ ਲਿਓ, ਜਗੀਰ ਕੌਰ ਲੱਖ ਬੁਰੀ ਹੋਵੇਗੀ, ਪਰ ਕਿਤੇ ਨਾ ਕਿਤੇ ਸਿੱਖ ਸੈਂਟੀਮੈਂਟਸ ਨੂੰ ਲੈ ਕੇ ਜਿਹੜਾ ਉਹਨੇ RSS ਮਨੂਵਾਦ ਦਾ ਨੱਕ ਭੰਨਿਆ ਨਾ, 2 ਬੋਲਡ ਫੈਸਲੇ ਲਏ ਸੀਗੇ, ਬੀਬੀਆਂ ਦੀ ਸੇਵਾ ਦਾ ਤੇ ਦੂਸਰਾ ਉੱਥੇ ਦਰਬਾਰ ਸਾਹਿਬ ਸੇਵਾ ਦਾ ਤੇ ਕੀਰਤਨ ਦਾ। ਤੇ ਉਸੇ ਦੌਰਾਨ ਫਿਰ ਪੂਰਨ ਸਿੰਘ ਗਿਆਨੀ ਜਥੇਦਾਰ ਸਾਹਿਬ ਗੂਨਾ ਜਾਂਦੇ ਆ, ਮੱਧ ਪ੍ਰਦੇਸ਼ ਜਾਂਦੇ ਆ, ਗੂਨਾ ਜਿੱਥੇ RSS ਦਾ ਹੈੱਡਕੁਆਟਰ, ਉੱਥੇ ਫੈਕਸ ਤੋਂ ਜਗੀਰ ਕੌਰ ਨੂੰ ਪੰਥ 'ਚੋਂ ਛੇਕਦੇ ਨੇ। ਕੁਲਬੀਰ ਕੌੜਾ ਦੀ ਕਿਤਾਬ ਇਹ ਖੁਲਾਸੇ ਕਰਦੀ ਹੈ। ਮੈਂ ਫੈਨ ਨਹੀਂ ਕਿਸੇ ਦਾ, ਨਾ ਜਗੀਰ ਕੌਰ ਦਾ ਨਾ ਉਹਦਾ, ਪਰ ਜਿਹੜੇ ਫੈਕਟ ਨੇ ਕਿ ਇਸ ਇਲਾਕੇ 'ਚ RSS ਦੇ ਸੈਂਟੀਮੈਂਟ ਸਮੀਕਰਨ ਕੀ ਨੇ,
ਕਿਸ ਬੰਦੇ ਨੂੰ ਜਿਤਾਉਣਾ ਤੇ ਕਿਸ ਨੂੰ ਹਰਾਉਣਾ। ਸਿੱਖੀ ਦੇ ਵਿੱਚ ਕਿਹੜਾ ਬੰਦਾ ਆਉਣ ਵਾਲੇ ਸਮੇਂ 'ਚ ਮਾੜਾ ਮੋਟਾ ਸਿੱਖੀ ਦੇ ਨੇੜੇ ਨਿਭਦਾ। ਠੀਕ ਹੈ, ਜਗੀਰ ਕੌਰ ਹੋਰਾਂ ਤੇ ਆਪਣੀ ਬੇਟੀ ਦੇ ਦੋਸ਼ ਲੱਗੇ ਨੇ, ਜੋ ਵੀ ਹੈ ਉਹ ਨਿੱਜੀ ਹੈ, ਪਰ ਕਦੇ ਕੁਲਬੀਰ ਕੌੜਾ ਦੀ ਕਿਤਾਬ ਪੜ੍ਹੋ, ਸਾਰੇ ਖੁਲਾਸੇ ਕਰਦੀ ਹੈ। ਸੋ ਇਹ ਸਮੀਕਰਨਾਂ ਦੇ ਨਾਲ ਕਾਂਗਰਸ ਦੇ ਵਿੱਚ ਜਿਹੜੇ 5-4 ਸਰਦਾਰ ਜਿਤਾਏ ਨੇ ਉਹ ਇੱਕ ਸਿਆਸੀ ਸਮੀਕਰਨ ਹੈ, ਕਿਉਂਕਿ ਦੇਸ਼ ਦੀ ਵੱਡੀ ਪਾਰਟੀ ਬੀਜੇਪੀ ਦਾ ਆਪਣਾ ਏਜੰਡਾ ਹੈ, ਇੱਕ ਰਾਸ਼ਟਰ ਦਾ ਤੇ ਇੱਕ ਪਾਰਟੀ ਦਾ। ਉਸ ਦੇ ਵਿੱਚ ਜਿਹੜਾ ਵੀ ਆੜੇ ਆਉਂਦਾ ਉਹਨੂੰ ਤਰੀਕੇ ਨਾਲ ਹੌਲੀ ਹੌਲੀ ਰਗੜ ਕੇ ਜਿਹੜਾ ਹੈਗਾ ਘਸਾ ਕੇ, ਜਿਵੇਂ ਬਾਦਲ ਘਸਾਉਂਦਾ ਨਾ ਕਈਆਂ ਨੂੰ, ਤੇ ਉਵੇਂ ਘਸਾ ਕੇ ਆਪਣੇ ਕੋਲ ਉਹ ਲਿਆਉਂਦੇ ਨੇ ਪਲੋਸ ਕੇ। ਜੀ ਨਹੀਂ ਬਿਲਕੁਲ ਤੁਸੀਂ ਜਿਹੜੀ ਗੱਲ ਕੀਤੀ ਮੈਂ ਉਹਦੇ ਨਾਲ ਇੱਕ ਗੱਲ ਜੋੜ ਦਿਆਂ। ਮੇਰਠ ਤੋਂ ਕਾਫੀ ਅੱਗੇ ਜਾ ਕੇ ਆ ਉੱਥੇ ਇੱਕ ਬਹੁਤ ਵੱਡਾ ਫਾਰਮ ਹਾਊਸ ਆ, ਤਕਰੀਬਨ 1700 ਏਕੜ ਦਾ। ਉਹ ਮੈਂ ਉੱਥੇ ਗਿਆ, ਜਿਹੜਾ ਉਹ ਲੜਕਾ ਸੀਗਾ ਜਿਹਦੇ ਵੱਲੋਂ FIR ਕਰਵਾਈ ਗਈ ਸੀਗੀ ਬੀਬੀ ਜਗੀਰ ਕੌਰ ਦੇ ਉੱਤੇ ਵੀ ਮੈਂ ਇਹਨਾਂ ਦਾ ਜਵਾਈ ਆ, ਠੀਕ ਹੈ ਨਾ, ਉਹ ਜਿਹੜਾ ਸੀਗਾ ਉਹਨੂੰ ਤੇ ਉਹਦੇ ਬਾਪ ਨੂੰ ਉੱਥੇ ਰੱਖਿਆ ਗਿਆ ਸੀ ਉਸ ਫਾਰਮ ਹਾਊਸ ਤੇ ਮੈਂ ਉਹ ਫਾਰਮ ਹਾਊਸ ਸਾਰਾ ਦਾ ਸਾਰਾ ਦੇਖ ਕੇ ਆਇਆ। ਠੀਕ ਹੈ, ਫਾਰਮ ਹਾਊਸ ਕਿਹਦਾ ਵੀ ਚਲੋ ਮੇਰੇ ਤਾਂ ਹੁਣ ਉਹ ਸੱਜਣ ਮਿੱਤਰ ਨੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਮੁੱਖ ਮੰਤਰੀ ਆ ਤੇ ਮੁੱਖ ਮੰਤਰੀ ਤੁਹਾਡੀ ਸਕੀ ਭੂਆ ਦਾ ਮੁੰਡਾ ਤੇ ਬੀਬੀ ਜਗੀਰ ਕੌਰ ਉਸ ਮੰਤਰੀ ਮੰਡਲ 'ਚ ਤੇ SGPC ਦੀ ਪ੍ਰਧਾਨ, ਤੇ ਤੁਸੀਂ ਇੱਥੇ ਬੰਦਾ ਰੱਖ ਲਿਆ। ਕਹਿੰਦੇ ਹਾਂਜੀ। ਮੈਂ ਕਿਹਾ ਪਰ ਕਾਹਦੇ ਵਾਸਤੇ ਰੱਖੇ ਵੀ ਤੁਸੀਂ ਮਾੜਾ ਮੋਟਾ ਸੋਚ ਲਓ। ਦੂਸਰੇ ਸੀ ਬਠਿੰਡੇ ਤੋਂ ਇੱਕ ਹੈਲਥ ਮਿਨਿਸਟਰ ਰਿਹਾ ਸੀ ਸਰਜੀਤ ਸਿੰਘ ਬਰਨਾਲਾ ਦੀ ਵਜ਼ਾਰਤ 'ਚ, ਦੂਜਾ ਉਹਦੇ ਰਿਸ਼ਤੇਦਾਰ, ਮਤਲਬ ਤਿੰਨਾਂ ਚੋਂ ਦਾ ਇਕੱਠਾ ਫਾਰਮ ਹਾਊਸ ਸੀਗਾ। ਤੇ ਉਸ ਫਾਰਮ ਹਾਊਸ ਦੇ ਵਿੱਚ ਮੈਂ ਦੇਖ ਕੇ ਹੈਰਾਨ ਵੀ ਸਰਕਾਰ ਕਿੱਥੇ ਤੇ ਸਰਕਾਰ ਦੇ ਵਿੱਚ ਬੈਠੇ ਬੰਦੇ ਜਿਹੜੇ ਆ ਉਹ ਕਿਹੜੇ ਬੰਦੇ ਨੂੰ ਤੁਰੇ ਹੋਏ ਆ। ਆਪਣੇ ਮਤਲਬ ਕੋਈ ਲੱਤ ਥੱਲੇ ਰੱਖਣਾ। ਉਹ ਸਾਰੇ ਸਰਕਮਸਟੈਂਸ ਪਤਾ ਹੈ ਕਿ ਪਟਿਆਲੇ ਉਹਦੇ ਮੁੰਡੇ ਦੇ ਆਉਣ ਦਾ ਖਰਚਾ ਟੈਕਸੀ ਅਕਾਲੀ ਨੇਤਾ ਇੱਕ ਵੱਡਾ ਪ੍ਰੋਵਾਈਡ ਕਰਾਉਂਦਾ ਸੀ। ਇੱਕ ਉਹ ਪੱਤਰਕਾਰ ਹੈ ਹਰਪ੍ਰੀਤ, ਚੱਲਿਆ ਗਿਆ ਹੁਣ ਤਾਂ ਕੈਨੇਡਾ, ਉਦੋਂ ਅਜੀਤ 'ਚ ਸੀਗਾ, ਉਹਦੇ ਕੋਲ ਅਸੀਂ ਤਾਂ ਪਰਾਂ ਸੀਗੇ, ਕਵਰੇਜ ਕਰਦੇ ਸੀ ਉਸ ਕੇਸ ਦੀ, CBI ਕੋਰਟ 'ਚ ਸੀ ਜਦੋਂ ਇਹ, ਉਹਦੇ ਕੋਲ ਸਾਰੇ ਖੁਲਾਸੇ ਕੀਤੇ ਆ ਉਦੋਂ ਬੀਬੀ ਜਗੀਰ ਕੌਰ ਨੇ। ਸੋ ਇਹਦੇ ਵਿੱਚ ਹੈ ਨਾ ਕਿ ਦੇਖੋ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਪੈਟਰਨ ਸੀ ਨਾ ਕਿ ਉਹ ਸਰਬ ਸਾਂਝਾ ਜਿਹਾ ਸਿਸਟਮ ਰੱਖਦਾ ਸੀ, ਪਰ ਉਹ ਜਿਹੜਾ ਕੱਟੜਵਾਦ ਹੈ ਨਾ ਧਰਮਾਂ ਦਾ, ਹਾਲਾਂਕਿ ਹਿੰਦੂਤਵ ਲਈ ਉਹਨੇ ਬਹੁਤ ਕੰਮ ਕੀਤਾ, ਮੈਂ ਕਹਿੰਦਾ ਚੰਗੀ ਗੱਲ ਹੈ, ਜਿਹੜੀਆਂ ਅੱਛੀਆਂ ਚੀਜ਼ਾਂ ਨੇ ਸਲੋਕ ਨੇ ਉਹ ਪ੍ਰਸਾਰ ਕਰਦਾ ਹੈ, ਸਿੱਖ ਧਰਮ ਦੀਆਂ ਅੱਛੀ ਚੀਜ਼ਾਂ ਪ੍ਰਸਾਰ ਕਰਦਾ। ਇੱਕ ਸਿਆਸਤਦਾਨ ਸਰਬ ਸਾਂਝਾ ਹੋਣਾ ਚਾਹੀਦਾ। ਖੈਰ ਕੀ ਇਹਦੇ 'ਚ ਹੋਰ ਇਸ ਕੇਸ ਦੇ ਵਿੱਚ ਨਿਕਲਦਾ ਤੇ ਬਾਕੀ ਹਾਲਾਤ ਪੰਜਾਬ ਦੇ ਸੁਰਿੰਦਰਵੀਰ ਕਮਾਲ ਹੀ ਨੇ। ਚਿੱਟੇ ਵਾਲਿਆਂ 66 ਕੇ ਵੀ ਚੱਕ ਲਈ, ਮੈਨੂੰ ਲੱਗਦਾ ਮੁੱਖ ਮੰਤਰੀ ਦਾ ਜਹਾਜ਼ 'ਚ ਬਣ ਕੇ ਕਦੇ ਕਮਾਲ ਹੀ ਹੋਈ ਪਈ ਆ ਲਾਅ ਐਂਡ ਆਰਡਰ ਦੀ। ਤੇ ਉਧਰ RP ਸਿੰਘ BJP ਨੇਤਾ ਕਹਿੰਦਾ ਹੁਣ ਆ ਰਿਹਾ ਨੇੜੇ, ਆਪਣਾ ਰੱਬ ਤੁਹਾਡਾ ਭਲਾ ਕਰੇ, ਘੱਲੂ ਘਾਰਾ, ਕਹਿੰਦਾ ਮਾਨ ਸਾਹਿਬ ਸੁਚੇਤ ਹੋ ਕੇ ਕੰਮ ਚਲਾਓ ਪੰਜਾਬ ਦਾ। ਇਹ RP ਸਿੰਘ ਸਿੱਖ ਨੇਤਾ BJP ਦਾ, ਉਹ ਵੀ ਸਲਾਹਾਂ ਮਾਨ ਸਾਹਿਬ ਨੂੰ ਦੇ ਰਿਹਾ। ਪਰ ਇੱਥੇ ਹਾਲਾਤ ਇਹ ਹੈ, ਚਿੱਟੇ ਵਾਲੇ ਤਾਂ 66 ਕੇ ਵੀ ਚੱਕ ਕੇ ਘਰ ਨੂੰ ਲਿਜਾਈ ਜਾਂਦੇ ਨੇ। ਸਵਾਗਤ ਤੁਹਾਡਾ ਸਿਰਗਲ ਸਾਹਿਬ, ਵੈਲਕਮ। ਸੌਰੀ ਕਾਲ ਕੱਟ ਗਈ, ਇੱਕ ਦੋ ਕਾਲਰ ਲਾਈਨ ਤੇ ਨੇ। 56 ਨੰਬਰ ਸਵਾਗਤ ਹੈ ਤੁਹਾਡਾ, ਵੈਲਕਮ ਜੀ, ਤੁਸੀਂ ਗੱਲ ਕਰੋ ਪਲੀਜ਼। 56 ਨੰਬਰ ਵੀਰੇ ਗੱਲ ਸੁਣ ਲਾ ਵੀ ਪਹਿਲਾਂ ਤਾਂ ਚੋਰ ਤੇ ਚਿੱਟੇ ਵਾਲੇ ਦਾ ਕਾਲੇ ਵਾਲਾ ਇਹ ਚੋਰੀ ਕਰਦੇ ਸੀ ਆਮ, ਤੇ ਅੱਜ ਸਾਡੇ ਨਾ ਰਾਮਪੁਰਾ ਜ਼ਿਲ੍ਹਾ ਬਠਿੰਡਾ TPD ਕਾਲਜ ਦੇ ਮੂਹਰੇ ਉਹ ਟਾਵਰ ਨਹੀਂ ਹੁੰਦੇ ਆਪਣੇ ਆਪ ਦੀਆਂ 66 KB ਵਾਲੇ, ਵੀਡੀਓ ਸਾਡੇ ਕੋਲ ਸੁਰਿੰਦਰ ਚੋਰ ਖੋਲੇ ਤੇ ਅੱਜ ਉਹ ਟਾਵਰ ਡਿੱਗ ਪਏ, ਰਾਤ ਦੀ 30 ਪਿੰਡਾਂ ਦੀ ਲਾਈਟ ਬੰਦ ਪਈ ਆ। ਚਿੱਟੇ ਵਾਲੇ ਬੱਲੇ ਬੱਲੇ ਹੈ, ਚਿੱਟੇ ਵਾਲੇ ਬੱਲੇ ਬੱਲੇ। ਤੇ ਦੂਜੀ ਗੱਲ ਵੀ ਕੱਲ ਨੂੰ ਬੜਾ ਰੇਲਵੇ ਹੈ ਜਾਂ ਬਿਜਲੀ ਬੋਰਡ ਜਾਂ ਹੋਰ ਜਾਂ ਖੇਤਾਂ ਵਾਲੇ ਤਾਂ ਆਪਾਂ ਕਹਿੰਦੇ ਸੀ ਵੱਡੇ ਭਰਾ ਜੀ ਮਾੜੀ ਮੋਟੀ ਇਹ ਆਪ ਨੀਂਦ ਤੋਂ ਜਾਗਦੇ ਰਹੇ ਨੂੰ ਕਹੋ ਯਾਰ ਰਾਖੀਆਂ ਕਰ ਲੋ। ਕੋਈ ਦੇਖੋ ਕੋਈ ਨਹੀਂ, ਥੈਂਕ ਯੂ, ਮਿਹਰਬਾਨੀ ਸੇਲਬਰਾ ਸਾਹਿਬ ਨੇ ਸੁਰਿੰਦਰ ਗੱਲ ਸ਼ੋਅ ਹੀ ਦਿੱਤੀ ਹੈ। ਅੱਗੇ ਤਾਂ ਕਹਿੰਦੇ ਸੀ ਚਿੱਟੇ ਵਾਲੇ ਨਾ ਖਾਧੀ ਪੀਤੀ ਚ ਅੱਗੇ ਅਮਲੀ ਕਹਿੰਦੇ ਖੂਹ ਛਾਵੇਂ ਕਰਨਾ, ਟਿਚਰਾਂ ਕਰਦੇ ਸੀ, ਪਰ ਭਾਈ ਅਮਲੀ ਹੁਣ ਉਹ ਨਹੀਂ। ਜੇ ਚਿੱਟੇ ਵਾਲੇ ਅੜ ਜਾਣ, ਮੈਂ ਕਹਿੰਦਾ ਯੂਕਰੇਨ ਕੀ ਕਹਿੰਦੇ ਹੁੰਦੇ ਸੀ ਉਹਨੂੰ ਸੁਰਿੰਦਰ ਵੀ, ਯੂਕਰੇਨ ਇੱਕ ਉਹ ਪ੍ਰਧਾਨ ਮੰਤਰੀ ਆਉਂਦਾ ਹੁੰਦਾ,
ਉਹ ਹੋਰ ਹੀ ਕੁਝ ਕਹਿੰਦਾ ਹੁੰਦਾ ਯੂਕਰੇਨ ਨੂੰ। ਜੇ ਉਹ ਲਾਣਾ ਅੜ ਜੇ, ਮੈਂ ਤਾਂ ਕਹਿਣਾ ਇਹ ਰਫੇਲ ਸਿੱਟ ਲੈਣਗੇ। ਮੈਨੂੰ ਤਾਂ ਲੱਗਦਾ ਭਗਵੰਤ ਮਾਨ ਦਾ ਹੈਲੀਕਾਪਟਰ ਵੀ ਸਿੱਟਣਗੇ ਹੌਲੀ ਹੌਲੀ। ਜੀ ਸੁਰਿੰਦਰ, 30 ਪਿੰਡਾਂ ਚ ਨੇਰਗਰਦੀ ਕਰ ਦਿੱਤੀ ਚਿੱਟੇ ਵਾਲਿਆਂ ਨੇ, ਕਮਾਲ ਹੀ ਹੈ। ਚਲ ਮੈਂ ਕਾਲ ਵੀ ਲੈਣਾ। 13 ਨੰਬਰ ਸਵਾਗਤ ਹੈ ਸੁਰਿੰਦਰ। 1 ਮਿੰਟ ਵੀਰ। 13 ਨੰਬਰ। ਰਾਣਾ ਸਾਹਿਬ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਨੇਤਰ ਸਿੰਘ ਜੀ। ਉਹਨੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਬਹੁਤ ਰੌਲਾ ਪੈਂਦਾ, ਕਹਿੰਦੇ ਪ੍ਰਿਯੰਕਾ ਨੇ ਫੋਨ ਕਰਿਆ ਇਹਨੂੰ ਸਿੱਧੂ ਨੂੰ। ਹਾਂ ਪ੍ਰਿਯੰਕਾ ਨਾਲ ਹੈ ਇਹਦਾ ਥੋੜਾ ਜਿਹਾ ਸਹਿਚਾਰ ਕਰਿਆ ਹੋਣਾ। ਫਿਰ ਸੁੱਖੀ ਦੇ ਨਾਲ ਉਹਨੇ ਕੀ ਕਰਨਗੇ? ਦੇਖੋ ਹੁਣ ਕੀ ਕਹਿ ਸਕਦੇ ਆ, ਜੇ ਪ੍ਰਿਯੰਕਾ ਫੋਨ ਕਰਦੀ ਹੈ ਤੇ ਫਿਰ ਪ੍ਰਧਾਨਗੀ ਤੋਂ ਲਾਂਭੇ ਕਾਹਨੂੰ ਕਰਦੀ ਹੈ, ਇਸ ਨੌਬਤ ਨੂੰ ਕਿਉਂ ਪਹੁੰਚਾਉਂਦੀ? ਆਏ ਵੀ ਤੁਹਾਡੀ ਗੱਲ ਠੀਕ ਆ, ਪਰ ਬਾਹਲੇ ਵਿਗੜ ਕੇ ਕਾਂਗਰਸ ਹੋਏ ਤਾਂ। ਹਾਂ ਹਾਲਾਤ ਮਾੜੇ ਨੇ। ਚਲੋ ਥੈਂਕ ਯੂ। ਮਾੜੇ ਹੋਏ ਜੀ, ਸਾਰੇ ਪੰਜਾਬ ਦੇ ਹੋ ਗਏ। ਮੋਦੀ ਮਾਰੋ ਮਾਰ ਕਰਦਾ ਹੁੰਦਾ ਬਾਈ ਜੀ, ਬਸ ਬੀ ਟੀਮ ਬਣ ਕੇ ਬਚੂ, ਭਾਵੇਂ ਅਕਾਲੀ ਬੀ ਟੀਮ ਬਣ ਕੇ ਬਚਣ, ਭਾਵੇਂ ਮਾਨ ਜਾਂ ਕੇਜਰੀਵਾਲ। ਜਿਹੜਾ ਬੀ ਟੀਮ ਬਣ ਕੇ ਚੱਲੂ ਉਹੀ ਬਚੂ, ਜਿਹੜਾ ਏ ਟੀਮ ਇਹਨਾਂ ਦੇ ਬਰਾਬਰ ਖੜੂਗਾ ਉਹ ਖਤਮ ਹੋਊਗਾ। ਯੂਕਰੇਨ ਦਲਵੀਰ ਰੰਧਾਵਾ ਕਹਿੰਦਾ ਮੈਨੂੰ ਲੱਗਦਾ ਜੇ ਸੁਰਿੰਦਰ ਇਹਨਾਂ ਨੂੰ ਚਿੱਟੇ ਚੁੱਟੇ ਦਾ ਦੇ ਕੇ ਕੋਟਾ ਯੂਕਰੇਨ ਨੂੰ ਭੇਜ ਦੇਣ, ਰਸ਼ੀਆ ਨੂੰ ਤਾਂ ਬਾਹਰ ਹੀ ਪਾ ਲੈਣਗੇ। 66 ਕਿਸੇ ਨੂੰ ਜਾ ਚੰਬੜੇ। ਮਤਲਬ ਮੈਂ ਹੈਰਾਨ, ਮੇਰੇ ਕੋਲ ਕੱਲ ਆ ਗਈ ਸੀ ਉਹ ਵੀਡੀਓ ਜਿਹੜੀ ਸੀ, ਤੇ ਫਿਰ ਮੈਂ ਕਿਹਾ ਇਹਨੂੰ ਪਹਿਲਾਂ ਤਸੱਲੀ ਕਰ ਲਵਾਂ, ਫਿਰ ਮੈਂ ਕਿਹਾ ਵੈਰੀਫਾਈ ਵੀ ਕਰਨੀ ਪੈਂਦੀ ਆ, ਕਿਤੇ ਐਵੇਂ ਆਪਾਂ ਠੋਕ ਦਈਏ ਤੇ ਮੁੜ ਕੇ ਪਤਾ ਲੱਗੇ ਕਿ ਯਾਰ ਉਦਾਂ ਹੀ ਕਿਸੇ ਨੇ ਬਣਾਈ ਹੋਈ। ਮੈਂ ਕਿਹਾ ਪਹਿਲਾਂ ਵੈਰੀਫਾਈ ਤਾਂ ਕਰ ਲਈਏ। ਉਹ ਚਲੋ ਖੈਰ ਵੈਰੀਫਾਈ ਹੋ ਗਈ ਵੀ ਨਹੀਂ, ਠੀਕ ਆ ਜੀ ਇਹੀ ਕੁਛ ਆ। ਮਤਲਬ ਹੁਣ ਤੁਸੀਂ ਦੇਖੋ 11 ਕੇ ਆਪਣੀ ਕੀ ਕਹਿੰਦੇ ਆ LT ਸੀਗੀ, LT ਦੀਆਂ ਕੀ ਕਰਦੇ ਸੀ, ਸੁੱਚ ਕੱਟਦੇ ਹੁੰਦੇ ਸੀ, ਤਾਰਾਂ ਰਾਤ ਨੂੰ ਇਕੱਠੀਆਂ ਕਰਕੇ ਲੈ ਜਾਂਦੇ ਉਹਨਾਂ ਸਾਰੀਆਂ, ਠੀਕ ਹੈ। ਫੇਰ ਕੀ ਹੋਣਾ ਕਿ ਉਹਨਾਂ ਨੇ 11 kV ਆ ਸੁੱਚ ਕੱਟਿਆ, ਟਰਾਂਸਫਾਰਮਰ ਥੱਲੇ ਸੁੱਟਿਆ, ਲੈ ਗਏ, ਤਾਂਬਾ ਕੱਢ ਲਿਆ, ਤੇਲ ਕੱਢ ਕੇ ਲੈ ਗਏ। ਇਹ ਵੀ ਚੱਲਦਾ ਸੀ। ਮਤਲਬ ਤੁਸੀਂ ਦੇਖੋ 132 kV ਨੂੰ ਵੀ ਤੇ 66 kV ਨੂੰ ਵੀ ਪੈ ਗਏ। ਮਤਲਬ ਥੱਲਿਓਂ ਉਹਦੇ ਜਿਹੜੇ ਆ ਉਹਨਾਂ ਨੇ ਨਟ ਖੋਲ ਕੇ, ਹੁਣ ਪਤਾ ਹੀ ਆ ਵੀ ਉਹ ਐਡਾ ਟਾਵਰ ਜਿਹੜਾ ਉਹ ਖੰਭੇ ਖੜੇ ਕਰਨੇ ਸੌਖੇ ਥੋੜੀ ਹੈ। ਪਹਿਲਾਂ ਤਾਂ ਧਰਤੀ 'ਚ 8-10 ਫੁੱਟ ਡੂੰਘੇ ਟੋਏ ਪੱਟ ਕੇ ਉਹਦੇ 'ਚ ਪਿੱਲਰ ਉਸਾਰ ਕੇ ਕੱਢਦੇ ਆ, ਪੂਰਾ ਫਰੀਸ਼ਨ ਬਣਾ ਕੇ। ਫਿਰ ਉਹ ਪਿੱਲਰਾਂ ਦੇ ਉੱਤੇ ਆ ਕੇ ਉਹਨਾਂ ਨੇ ਉਹਨੂੰ ਦੂਸਰਾ ਕੀ ਕਹਿੰਦੇ ਉਹਦੇ ਕੱਸ ਕੇ ਉੱਪਰ ਤੱਕ ਲਿਜਾਂਦੇ। ਕਿੰਨਾ ਮੁਸ਼ਕਿਲ ਆ, ਕੋਈ ਸੌਖਾ ਕੰਮ ਥੋੜੀ। ਨਹੀਂ ਮੰਨਣਾ ਪਏਗਾ। ਮੈਂ ਤਾਂ ਨਾ ਗੱਲ ਹੀ ਮੁਕਾਤੀ ਵੀ ਇਹ ਤਾਂ ਭਾਈ ਯੂਕਰੇਨ ਭੇਜੇ ਜਾ ਸਕਦੇ ਸੀ, ਕੰਮ ਆਉਂਦੇ ਯੋਧੇ। ਇਹ ਜਿਹੜੇ ਐਵੇਂ ਲੋਕੀ ਝੇਡਾਂ ਝੂਡਾਂ ਕਰੀ ਜਾਂਦੇ ਨੇ। ਤੁਸੀਂ ਵੀ ਕਹਿੰਦੇ ਸੀ, ਕਹਿੰਦਾ ਕਿੱਲੀ ਨੂੰ ਚਿੰਬੜ ਗਿਆ ਉਹਨੇ ਮੰਜਾ ਛੱਡਤਾ। ਉਹ ਕਹਿੰਦਾ ਇੱਕ ਤਾਂ ਫੜ ਲੈਣ ਦੇ, ਦੂਜਾ ਕਾਹਨੂੰ ਛੱਡਤਾ। ਹੁਣ ਅਮਲੀ ਉਹ ਨਹੀਂ ਰਹਿ ਗਏ। ਚਿੱਟੇ ਵਾਲੇ ਬਹੁਤ ਘਾਤਕ ਨੇ। ਵੈਸੇ 500 ਰੁਪਏ ਪਿੱਛੇ ਬੰਦਾ ਮਾਰ ਦਿੰਦੇ ਯਾਰ ਇਹ ਲੋਕ, ਨਾ ਮਤਲਬ ਕੋਈ ਆਪਣੀ ਨਾ ਬਗਾਨੀ। ਮਤਲਬ ਕਈਆਂ ਜਿਹੀਆਂ ਕਹਾਣੀਆਂ ਵੇਖੀਆਂ ਕਿ ਆਪਣੀਆਂ ਧੀਆਂ ਭੈਣਾਂ ਨੂੰ ਵੀ ਕਈ ਲੋਕ ਸਪਲਾਈ ਕਰ ਦਿੰਦੇ ਨੇ। ਐਡਾ ਘਾਤਕ ਨਸ਼ਾ। ਇਹਨਾਂ ਦੀ ਮਜਬੂਰੀ ਹੈ, ਇਹ ਕੋਈ ਚਾਹ ਨੂੰ ਨਹੀਂ ਕਰਦੇ, ਇਹ ਮਜਬੂਰ ਇੰਨੇ ਹੋ ਜਾਂਦੇ ਨੇ। ਮਨੁੱਖੀ ਬੰਬ ਨੇ ਇਹ, ਜਿਹੜੇ ਲੋਕਾਂ ਨੇ ਇਹਨਾਂ ਨੂੰ ਇਸ ਨੌਬਤ ਤੱਕ ਪਹੁੰਚਾਇਆ। ਮੈਨੂੰ ਲੱਗਦਾ ਨਰਕਾਂ 'ਚ ਵੀ ਉਹਨਾਂ ਨੂੰ ਥਾਂ ਨਹੀਂ ਮਿਲਣੀ ਚਾਹੀਦੀ। ਸੋ ਇਸ ਕਰਕੇ ਕਿ ਆਪਣੇ ਚੰਦ ਮਫਾਦ ਦੇ ਵਾਸਤੇ, ਹੁਣ ਅੱਗੇ ਤਾਂ ਕਹਿੰਦੇ ਸੀ ਕਿੱਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਚਿੱਟਾ ਮਜੀਠੇ ਦਾ ਫਲਾਣਾ। ਹੁਣ ਕਿਹੜਾ ਵੀਰ ਚਿੱਟਾ ਸਪਲਾਈ ਕਰਦਾ? ਆ ਰੋਜ਼ ਮੌਤਾਂ ਹੋ ਰਹੀਆਂ ਨੇ। ਤੇ ਇਸ ਦੌਰਾਨ ਤੁਸੀਂ ਵੇਖੋ ਕਿ ਹੋ ਕੁਛ ਨਹੀਂ ਰਿਹਾ। ਅਫਸੋਸ ਇਸ ਗੱਲ ਦਾ, ਨਸ਼ੇ ਤੇ ਹੋ ਕੁਛ ਨਹੀਂ ਰਿਹਾ। ਸੋ ਇਸ ਸੰਬੰਧੀ ਕਿਹਾ ਵੀ ਸੀ ਇਹਨੇ ਆਪਣਾ ਨਵਜੋਤ ਕੌਰ ਸਿੱਧੂ ਨੇ ਕਿ ਜਿਹੜਾ ਕੰਵਰ ਵਿਜੇ ਪ੍ਰਤਾਪ ਹੈ, ਕੰਵਰ ਵਿਜੇ ਪ੍ਰਤਾਪ ਤੋਂ ਕੰਮ ਲਿਆ ਜਾਵੇ, ਲਾਅ ਐਂਡ ਆਰਡਰ ਦੀ ਸਥਿਤੀ ਉਹਨੂੰ ਗ੍ਰਹਿ ਵਿਭਾਗ ਸੌਂਪਿਆ ਜਾਵੇ। ਪਰ ਇਹ ਹੁਣ ਕੰਵਰ ਵਿਜੇ ਪ੍ਰਤਾਪ ਦਾ ਅੱਜ ਬਿਆਨ ਵੀ ਆ ਗਿਆ। ਉਹਨੇ ਮੁੱਖ ਮੰਤਰੀ ਨੂੰ ਚਿੱਠੀ ਲਿਖੀ ਹੈ ਕਿ ਬੇਅਦਬੀ ਮਾਮਲੇ ਦੇ ਵਿੱਚ ਪੈਰਵਾਈ ਯਕੀਨੀ ਬਣਾਓ। ਕੋਟਕਪੂਰਾ ਬਹਿਬਲ ਪਲੰਗ ਗੋਲੀकांड ਜਾਂ ਇਹ ਲਟਕੀਆਂ ਹੋਈਆਂ ਨੇ। ਅਖਬਾਰਾਂ ਤੋਂ ਕਹਿੰਦਾ ਮੈਨੂੰ ਪਤਾ ਲੱਗਿਆ ਕਿ ਕੇਸਾਂ ਦੀ ਪੈਰਵਾਈ ਸਹੀ ਤਰੀਕੇ ਨਾਲ ਨਹੀਂ ਹੋ ਰਹੀ। ਉਹਨਾਂ ਆਖਿਆ ਕਿ ਅਸਤੀਫਾ ਦੇਣ ਤੋਂ ਬਾਅਦ ਬਣਾਈਆਂ SITs ਨੇ ਇਹਨਾਂ ਮਾਮਲਿਆਂ ਨੂੰ ਤਰਕਪੂਰਨ ਸਿੱਟੇ ਤੇ ਲਿਜਾਣ ਲਈ ਕੁਝ ਨਹੀਂ ਕੀਤਾ। ਚਲੋ ਬੇਅਦਬੀ ਵੱਡਾ ਇਸ਼ੂ ਹੈ, ਧਾਰਮਿਕ ਇਸ਼ੂ ਹੈ, ਨਹੀਂ ਹੋਣਾ ਚਾਹੀਦਾ, ਇਨਸਾਫ ਇਹਦੇ ਤੇ ਮਿਲੇ। ਪਰ ਚਿੱਟਾ ਤਾਂ ਬਾਈ ਜੀ ਇਸ ਤੋਂ ਵੀ ਘਾਤਕ ਹੈ। ਬੇਅਦਬੀ 'ਚ ਤਾਂ 2 ਲੋਕਾਂ ਦੀ ਜਾਨ ਗਈ ਸੀ। ਚਲੋ ਸਰਕਾਰ ਨੇ ਮੋਏ ਤਾਂ ਮੋੜੇ ਨਹੀਂ ਜਾ ਸਕਦੇ, ਉਹਨਾਂ ਨੂੰ ਬਹੁਤ ਅੱਛੇ ਬੇਜ਼ਸ ਵੀ ਦਿੱਤੇ ਜਿਹੜੇ ਕਿ ਸ਼ਾਇਦ ਇੰਨੇ ਕਿਸੇ ਕੌਮੀ ਸ਼ਹੀਦ ਨੂੰ ਵੀ ਨਾ ਮਿਲੇ ਹੋਣ।
ਸਰਕਾਰ ਨੇ ਸਭ ਕੁਝ ਕੀਤਾ। ਬਰਗਾੜੀ ਦਾ ਨਾਂ ਕਪਤਾਨ ਨੇ ਬਰਗਾੜੀ ਸਾਹਿਬ ਰੱਖ ਦਿੱਤਾ। ਮੋਏ ਮੋੜੇ ਨਹੀਂ ਜਾ ਸਕਦੇ, ਮੋਇਆਂ ਦੀ ਕੀਮਤ ਨਹੀਂ ਲਾਈ ਜਾ ਸਕਦੀ, ਪਰ ਫਿਰ ਵੀ ਸਰਕਾਰਾਂ ਨੇ ਬਹੁਤ ਕੁਝ ਕੀਤਾ। ਪਰ ਜਿਹੜੇ ਮੋਏ ਰੋਜ਼ ਮਰ ਰਹੇ ਨੇ, ਬੇਅਦਬੀ ਤੇ ਬਿਆਨ ਇਹਨਾਂ ਦਾ ਆ ਗਿਆ, ਪਰ ਚਿੱਟੇ ਤੇ ਬਿਆਨ ਕੌਣ ਦੇਗਾ? ਪਰ ਇਹਨਾਂ ਨੇ ਵੀ ਆਪਣੀ ਸਰਕਾਰ ਦੀ ਪੋਲ ਖੋਲ ਦਿੱਤੀ। ਉਹ ਅਫਸਰ ਜਿਹਦੇ ਤੇ ਬਹੁਤ ਆਸਾਂ ਸੀ ਲੋਕਾਂ ਨੂੰ, ਪਰ ਠੀਕ ਹੈ ਉਹ ਸਿਆਸੀ ਹੋ ਗਿਆ, ਪਰ ਇਹ ਸਿਆਸੀ ਅਫਸਰ ਨੇ ਅੱਜ ਸਿਆਸੀ ਬਿਆਨ ਦੇ ਕੇ ਭਗਵੰਤ ਮਾਨ ਸਰਕਾਰ ਦੀ ਕੇਜਰੀਵਾਲ, ਜਿਹੜਾ ਕੇਜਰੀਵਾਲ ਕਹਿੰਦਾ ਸੀ 24 ਘੰਟੇ 'ਚ ਚੁਟਕੀ ਵਜਾ ਕੇ ਕਿ 24 ਘੰਟੇ 'ਚ ਦੋਸ਼ੀ ਫੜ ਲਾਂਗੇ, ਤੇ ਉਹ ਤੁਹਾਡੇ 24 ਘੰਟਿਆਂ ਵਾਲੇ ਦਾਅਵੇ ਦੀ ਫੂਕ ਅੱਜ ਕੰਵਰ ਵਿਜੇ ਪ੍ਰਤਾਪ ਕੱਢ ਗਿਆ ਕਿ ਤੁਸੀਂ ਮਾਮਲੇ ਦੀ, ਕੋਟਕਪੂਰਾ ਬਹਿਬਲ ਕਲਾਂ ਗੋਲੀकांड ਦੀ ਸਹੀ ਤਰੀਕੇ ਨਾਲ ਤੁਸੀਂ ਪੈਰਵਾਈ ਨਹੀਂ ਕਰ ਰਹੇ। ਇਹ ਤਾਂ ਕੋਈ ਪਰਮਿੰਦਰ ਟਵਾਣੇ ਦਾ ਸਪੋਕਸਪਰਸਨ ਨਹੀਂ ਹੈ ਜਾਂ ਕੋਈ ਟਵਾਣਾ ਰੇਡੀਓ ਦਾ ਪੱਤਰਕਾਰ ਨਹੀਂ ਹੈ ਜਿਹੜਾ ਅੱਜ ਮਾਨ ਸਾਹਿਬ ਨੂੰ ਚਿੱਠੀ ਲਿਖਦਾ ਤੇ ਚਿੱਠੀ ਜਨਤਕ ਵੀ ਕਰਦਾ ਤੇ ਕਹਿੰਦਾ ਮੈਨੂੰ ਰਿਪੋਰਟਾਂ ਤੋਂ ਪਤਾ ਲੱਗਿਆ ਕਿ ਤੁਹਾਡੇ ਵਕੀਲ, ਤੁਹਾਡਾ ਸਿੱਟ ਕੁਝ ਨਹੀਂ ਕਰ ਰਹੀ, ਤੇ ਸਿੱਟ ਸਿਰਫ ਬੱਗੇ ਉਹਨਾਂ ਨੂੰ ਫੜਨ ਨੂੰ ਰੱਖੀ ਹੈ। ਫਿਰ ਜੀ ਸੁਰਿੰਦਰ, ਮੈਨੂੰ ਲੱਗਦਾ ਕੁੰਵਰ ਵਿਜੇ ਪ੍ਰਤਾਪ ਨੇ ਵੀ ਬਹੁਤੇ ਦਿਨ ਆਮ ਆਦਮੀ ਪਾਰਟੀ 'ਚ ਰਹਿਣਾ ਨਹੀਂ ਲੱਗਦਾ। ਬਾਈ ਜੀ ਜ਼ਮੀਰ ਮਾਰ ਕੇ ਕਿੰਨੀ ਕੁ ਦੇਰ ਰਹੂਗਾ ਅਗਲਾ, ਮੈਨੂੰ ਦੱਸ ਦਿਓ। ਤੁਸੀਂ ਅਸੀਂ ਰਹਿ ਲਾਂਗੇ। ਇਹ ਜਿਹੜੇ ਬੰਦਿਆਂ 'ਚ ਕੀੜਾ ਹੁੰਦਾ ਨਾ ਉਹ ਨਹੀਂ ਟਿਕਦੇ, ਨਹੀਂ ਉਹਨਾਂ ਨੂੰ ਚੈਨ ਆਉਂਦਾ ਜੀ। ਫਿਰ ਇਹ ਕੁਝ ਨਾ ਭਗਵੰਤ ਮਾਨ ਨੇ ਐਕਸੈਪਟ ਕਰਨਾ ਤੇ ਨਾ ਇਹ ਕੁਝ ਕੇਜਰੀਵਾਲ ਨੇ ਐਕਸੈਪਟ ਕਰਨਾ, ਤੇ ਕੁੰਵਰ ਵਿਜੇ ਪ੍ਰਤਾਪ ਚਿੱਠੀ ਲਿਖੇ ਮੁੱਖ ਮੰਤਰੀ ਨੂੰ ਤੇ ਚਿੱਠੀ ਜਨਤਕ ਹੋ ਜਾਵੇ। ਠੀਕ ਹੈ, ਇਹ ਦੋ ਚੀਜ਼ਾਂ ਤੁਸੀਂ ਯਾਦ ਰੱਖ ਲਿਓ, ਦੋਨੋਂ ਕੁੰਵਰ ਵਿਜੇ ਪ੍ਰਤਾਪ ਦੇ ਜੋੜਾਂ 'ਚ ਬੈਠ ਜਾਣੀਆਂ ਨੇ। ਮੈਂ ਸਵੇਰ ਦੀ ਜਦੋਂ ਦੀ ਚਿੱਠੀ ਦੇਖੀ ਆ ਤੇ ਮੈਂ ਉਦੋਂ ਦਾ ਇਹੀ ਸੋਚੀ ਜਾਂਦਾ ਸੀ ਵੀ ਕੁੰਵਰ ਵਿਜੇ ਪ੍ਰਤਾਪ ਕਿੰਨੇ ਕੁ ਦਿਨ ਹੁਣ ਆਮ ਆਦਮੀ ਪਾਰਟੀ 'ਚ ਆ। ਨਹੀਂ ਦੇਖੋ, ਜੋੜਾਂ 'ਚ ਬਹਿਜੂ, ਪੈਨਸ਼ਨ ਹੈ, ਵਕਾਲਤ ਕਰੇ। ਮੈਂ ਤਾਂ ਉਦੋਂ ਵੀ ਆਖਿਆ ਸੀ ਕਿ ਆਪਣਾ ਐਜ਼ ਏ ਵਕੀਲ ਉਹ ਕੰਮ ਕਰੇ, ਸਿਆਸਤ ਨਾਲੋਂ ਵੱਧ ਸਤਿਕਾਰ ਰਹੇਗਾ, ਲੋਕ ਰਿਸਪੈਕਟ ਕਰਨਗੇ ਤੇ ਇਸ ਤੋਂ ਵੱਧ ਉਹ ਪੈਸਾ ਕਮਾਏਗਾ। ਇਹ ਦੁੱਕੀ ਦੇ ਬੰਦਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਕਰਕੇ ਕੀ ਬਣੇਗਾ? ਉਹ ਬੰਦਾ ਜਿਹਨੂੰ ਐਡੇ ਐਡੇ ਸਲੂਟ ਪੈਂਦੇ ਹੁਣ, ਉਹ ਆਪਣੇ ਬੱਚਿਆਂ ਦੀ ਉਮਰ ਦੇ ਬੰਦੇ ਨੂੰ, ਮੁੱਖ ਮੰਤਰੀ ਨੂੰ ਸਲੂਟ ਮਾਰਦਾ ਫਿਰੇ, ਹੈਨਾ? ਤੇ ਉਹ ਫਰਕ ਕੀ ਹੈ ਕਿ ਉਹਨੂੰ ਚਿੱਠੀਆਂ ਲਿਖ ਕੇ ਤਰਲੇ ਕਰੇ। ਪਰ ਇਹ ਚਿੱਠੀ ਸਰਕਾਰ ਦੀ ਫੂਕ ਕੱਢ ਗਈ ਹੈ। ਮੇਰਾ ਖਿਆਲ ਆ ਜਿੰਦਾ ਦੇ ਲੋਕ ਹੁੰਦੇ ਨੇ ਜਿਹੜੇ ਜ਼ਮੀਰ ਮਾਰ ਕੇ ਨਹੀਂ ਰਹਿੰਦੇ, ਆ ਬਾਕੀ 90-92 ਨੇ, ਉਹਨਾਂ 'ਚੋਂ ਵੀ ਹੌਲੀ ਹੌਲੀ ਆਉਣਗੇ। ਕਿੰਨੀ ਕੁ ਦੇਰ ਜ਼ਮੀਰ ਮਾਰ ਕੇ ਫਿਰੀ ਜਾਣਗੇ? ਠੀਕ ਹੈ, ਬੇਅਦਬੀ ਵੱਡਾ ਇਸ਼ੂ ਹੈ, ਦੋਸ਼ੀਆਂ ਨੂੰ ਫੜੋ, ਪਰ ਮੈਂ ਸਮਝਦਾ ਉਸ ਤੋਂ ਵੱਡਾ ਇਸ਼ੂ ਹੈ ਜਿਹੜੇ ਜ਼ਹਿਰ ਦੇ ਦੇ ਕੇ ਲੋਕ ਮਾਰੇ ਜਾ ਰਹੇ ਨੇ। ਉਹ ਇਸ ਤੋਂ ਵੀ ਵੱਡਾ ਇਸ਼ੂ ਹੈ ਜਿਹੜੇ ਨਹਿਰਾਂ 'ਚ ਜ਼ਹਿਰ ਪਾ ਪਾ ਕੇ ਲੋਕ ਮਾਰੇ ਜਾ ਰਹੇ ਨੇ, ਉਸ ਤੋਂ ਵੀ ਵੱਡਾ ਇਸ਼ੂ ਹੈ। ਕੀਤਾ ਕੀ ਜਾਵੇ? ਸੋ ਇਸ ਮਾਮਲੇ 'ਚ ਤੁਸੀਂ ਵੇਖੋ ਕਿ ਸੁਰਿੰਦਰ ਅਸੀਂ ਸੁਚੇਤ ਕਿੰਨੇ ਕੁ। ਹੁਣ ਨਹਿਰਾਂ ਦਾ ਮਾਮਲਾ ਐਡਾ ਇਸ਼ੂ ਹੈ, ਕੋਈ ਵੱਡਾ ਆਰਟੀਕਲ ਇੱਕ ਦੋ ਸ਼ਾਇਦ ਐਡੀਟੋਰੀਅਲ ਮੇਰੀ ਨਜ਼ਰ 'ਚ ਨਹੀਂ ਆਇਆ, ਸਾਰੇ ਅਖਬਾਰਾਂ 'ਚੋਂ ਕਈ ਵਾਰੀ ਇੱਧਰ ਉੱਧਰ ਨਿਕਲ ਜਾਂਦਾ। ਉਸ ਕਿੰਨੇ ਅਖਬਾਰਾਂ ਨੇ, ਜਿਹੜੇ 2-3 ਅਖਬਾਰਾਂ ਨੇ ਇਹਦੀ ਰਿਪੋਰਟਿੰਗ ਕੀਤੀ ਹੈ, ਅਜੀਤ ਨੇ ਕੀਤੀ ਹੈ, ਟ੍ਰਿਬਿਊਨ ਨੇ ਕੀਤੀ ਹੈ, ਆਪਣਾ ਗੁਰਸੇਵਕ ਪ੍ਰੀਤ ਹੋਰਾਂ ਨੇ, ਦਵਿੰਦਰਪਾਲ ਨੇ ਕੀਤੀ ਹੈ, ਆਖਰ ਨੂੰ ਤੀਜੇ ਪੇਜ ਤੇ ਉਹਦੀ ਆਈ ਹੈ ਦਵਿੰਦਰਪਾਲ ਦੀ। ਤਾਂ ਉਹ ਵੀ ਜਦੋਂ ਗੁਰਸੇਵਕ ਦੀ ਲੱਗੀ, ਦੂਸਰੇ ਅਜੀਤ ਦੀ ਵੱਡੀ ਲੱਗੀ, ਤੇ ਫਿਰ ਇਹਨਾਂ ਨੂੰ ਵੀ ਕਰਨੀ ਪਈ। ਪਰ ਗੱਲ ਕੀ ਹੈ, ਬੌਦਰ ਕੌਣ ਕਰਦਾ? ਆ ਮੈਂ ਪੋਸਟ ਪਾਈ ਸੀ, ਘੱਟੋ ਘੱਟ ਮੈਂ ਅੱਧਾ ਘੰਟਾ ਲਾ ਕੇ ਟਾਈਪ ਕਰਕੇ ਸਾਰਾ ਸਟੇਟਸ ਲਿਖਿਆ, ਫੋਟੋਆਂ ਪਾਈਆਂ, ਤੇ 6 ਬੰਦਿਆਂ ਦੇ ਕਮੈਂਟ ਨੇ। ਮੈਨੂੰ ਕੋਈ ਕਮੈਂਟਾਂ ਤੋਂ ਪੈਸੇ ਨਹੀਂ ਆਉਂਦੇ। ਮੈਂ ਵੇਖਦਾ ਕਿ ਏਡਾ ਬੋਲਡ ਬਿਆਨ ਦੇਣ ਤੋਂ ਬਾਅਦ ਲੋਕ ਰਿਸਪੌਂਸ ਕੀ ਕਰਦੇ ਨੇ। ਤੁਸੀਂ ਇਹ ਚੁੰਮੇ ਵਾਲੀ ਭਾਬੀ ਦੀ ਕੋਈ ਹੋਰ ਕੱਚ ਕਰੜ ਪਾ ਦਿਓ ਤੇ ਨੇਰੀ ਠਾਲ ਦਿੰਦੇ ਲੋਕ। ਜੇ ਹੁਣ ਸਰਕਾਰਾਂ ਨੂੰ ਪਤਾ ਕਿ ਯਾਰ ਪੋਸਟ ਪਾਈ ਹੈ ਸਿੱਧੀ ਹਲੂਣ ਦੀ ਹੈ, ਮੈਂ ਉਹਦੇ 'ਚ ਲਿਖਿਆ ਵੀ ਭਾਈ ਇੱਥੇ ਗੱਲਾਂ ਜਿਹੜੀਆਂ ਹੁੰਦੀਆਂ ਨੇ ਕਿ ਉਹ ਭਾਵੇਂ ਸੱਚ ਹੈ ਪਤਾ ਨਹੀਂ ਝੂਠ ਹੈ, ਕਿ ਬਾਦਲ ਕਹਿੰਦੇ ਪੁਰਖਿਆਂ ਨੇ ਜ਼ਹਿਰ ਪਾਈ ਸੀ ਮੋਰਚੇ ਵੇਲੇ, ਤੇ ਅੱਜ ਤੱਕ ਵੀ ਉਹ ਮਿਹਣੇ ਚੱਲ ਰਹੇ ਨੇ। ਜੇ ਅੱਜ ਨਹਿਰ 'ਚ ਜ਼ਹਿਰ ਪਈ ਹੈ ਤੇ ਮੁੱਖ ਮੰਤਰੀ ਤੁਸੀਂ ਹੋ ਤੇ ਤੁਹਾਡੀ ਇਨਵੋਲਵਮੈਂਟ ਹੈ ਤੇ ਤੁਹਾਡੀ ਜ਼ਿੰਮੇਵਾਰੀ 'ਚ ਜ਼ਹਿਰ ਪਈ ਹੈ। ਇਹ ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਨਹਿਰਾਂ 'ਚ ਇੰਨੀ ਜ਼ਹਿਰ ਪਈ ਹੈ ਕਿ ਨਹਿਰਾਂ ਬੰਦ ਹੋਈਆਂ ਨੇ। ਇਹਦਾ ਸਵਾਲ ਮਾਨ ਸਾਹਿਬ ਤੁਹਾਡੇ ਤੇ ਖੜਾ ਹੋਏਗਾ। ਤੁਹਾਡੇ ਮੁੱਖ ਮੰਤਰੀ ਦੇ ਕਾਰਜਕਾਲ ਤੇ ਵੱਡਾ ਕਲੰਕ ਹੈ। ਪਰ ਬੌਦਰ ਕੌਣ ਕਰਦਾ? 6 ਮਿੰਟ ਅਗਲਾ ਕਹਿੰਦਾ ਮੇਰੀ ਬੋਲ ਤੇ ਆਏ ਨੇ, ਸਾਨੂੰ ਬੌਦਰ ਕਰਨ ਦੀ ਕੀ ਲੋੜ ਹੈ? ਕੌਣ ਪੁੱਛਦਾ ਨਹਿਰ ਦੇ ਮਸਲੇ ਨੂੰ? ਕੀ ਕਰੋਗੇ ਤੁਸੀਂ? ਔਰ ਉਹਨਾਂ ਦੀ ਨਿਗਾਹ 'ਚ, ਉਹਨਾਂ ਦੇ ਸੀਨੇ 'ਚ ਮੈਂ ਸੂਲ ਵਾਂਗੂ ਚੁਭਿਆ ਹੋਵੇਗਾ ਇਸੇ ਪੋਸਟ ਕਰਕੇ। ਪਰ ਪ੍ਰੈਸ਼ਰ ਨਹੀਂ ਹੈ ਕਿਉਂਕਿ ਪਬਲਿਕ ਕਰਨਾ ਹੀ ਨਹੀਂ ਚਾਹੁੰਦੀ। ਜੀ ਸੁਰਿੰਦਰ, ਗੱਲ ਇਹ ਆ ਜੇ ਇੱਕ ਤਾਂ ਜਿਹੜੇ ਪ੍ਰਿੰਟ ਮੀਡੀਆ ਉਹ ਸਾਰੇ ਦਾ ਸਾਰਾ ਸਰਕਾਰ ਦੀ ਝੋਲੀ ਪੈ ਗਿਆ।
ਉਹਨਾਂ ਜਰਨਲਿਸਟਾਂ ਨਹੀਂ ਕੁਝ ਹੈਗੇ ਨੇ ਜਿਵੇਂ ਲਿਖਿਆ 2-4 ਨੇ ਰਿਪੋਰਟਾਂ ਆਈਆਂ ਨੇ, ਅਜੀਤ ਚੋਂ ਆਈਆਂ ਨੇ, ਟ੍ਰਿਬਿਊਨ ਚੋਂ ਆਈਆਂ ਨੇ, ਕੁਝ ਲੋਕ ਹੈਗੇ ਨੇ ਪਰ ਉਹ ਹਾਸ਼ੀਏ ਤੇ ਕਰੇ ਹੋਏ ਨੇ, ਪਿੱਛੋਂ ਜੇ ਪਾਉਂਦੇ ਚੌਥੇ 5ਵੇਂ ਪੇਜ ਤੇ ਛੋਟੀ ਜੀ ਬਣਾ ਕੇ 1-2 ਕਾਲਮ 3 ਕਾਲਮ ਜੀ, ਮਤਲਬ ਫਰੰਟ ਪੇਜ ਜਿਹੜੇ ਆ ਉਹ ਰੱਖੇ ਹੋਏ ਆ ਜਿਹੜੇ ਉਹਨਾਂ ਦੇ ਖੁਦ ਦੇ ਪਾਲਤੂ ਨੇ, ਉਹ ਰੱਖੀ ਇਸ ਕਰਕੇ ਕਿ ਤੁਸੀਂ ਆ ਭਰੋਸੀ ਚੱਲੋ ਤੇ ਬੱਲੇ ਬੱਲੇ ਹੋਈ ਜਾਵੇ ਤੇ ਐਡਾਂ ਲਈ ਚੱਲੀਏ ਤੇ ਆਪਾਂ ਆਪਣਾ ਤੋਰੀ ਫੁਲਕਾ ਚਲਾਈ ਚੱਲੀਏ। ਜਿਹੜੀ ਵੀ ਕੋਈ ਨਿਊਜ਼ ਜਿਹੜੀ ਆ ਸਰਕਾਰ ਦੇ ਅਗੇਂਸਟ ਜਾਂਦੀ ਆ, ਉਹ ਜਿਹੜੀ ਉਹਨੂੰ ਪਹਿਲੀ ਗੱਲ ਤੇ ਨਿਊਜ਼ ਡੈਸਕ ਚੱਕਦਾ ਹੀ ਨਹੀਂ, ਜੇ ਚੱਕਦਾ ਤਾਂ ਬਹੁਤ ਛੋਟੀ ਜੀ ਬਣਾ ਕੇ ਐਂਡ ਤੇ ਜਾ ਕੇ ਕਿਤੇ ਨਾ ਕਿਤੇ ਚੇਪ ਦਿੰਦਾ ਤੇ ਉਹਨੇ ਨਾਲ ਗੁਜ਼ਾਰਾ ਜਿਹੜਾ ਉਹ ਚੱਲਦਾ। ਹੁਣ ਤੁਸੀਂ ਸੋਸ਼ਲ ਮੀਡੀਆ ਨੂੰ ਦੇਖੋ, ਫੇਸਬੁੱਕ ਨੂੰ ਦੇਖ ਲਓ, ਜਿਹੜੇ ਪੱਤਰਕਾਰ ਸਰਕਾਰ ਦੀ ਫੇਵਰ ਦੇ ਆ ਉਹ ਇੱਕੋ ਗੱਲ ਠੋਕੀ ਤੁਰੇ ਜਾ ਰਿਹਾ। ਦੇਖੋ ਜੀ, ਇਹਨਾਂ ਨੂੰ ਪਾਣੀ ਦੀ ਨਹੀਂ ਚਿੰਤਾ, ਪਾਣੀ ਮੁੱਕਿਆ 8 ਦਿਨ ਕਹਿੰਦੇ ਝੋਨਾ ਪਹਿਲਾਂ ਲਾਉਣਾ ਤੇ ਲੋਕਾਂ ਥੱਲੇ ਮਾਂ ਭੈਣ ਇੱਕ ਘਰ ਦੀ ਝੜੀ ਲਾਤੀ, ਕਹਿੰਦੇ ਵੀ ਤੂੰ ਠੇਕਾ ਲਿਆ ਹੋਇਆ ਸਰਕਾਰ ਦਾ, ਤੂੰ ਕੌਣ ਹੁੰਨਾ? ਅੱਜ ਜਿਹੜੇ ਦੂਸਰਾ ਦਰਿਆ ਜਿਹੜੇ ਉਹ ਕਾਲੇ ਕੀਤੇ ਪਏ ਆ, ਇੰਡਸਟਰੀ ਬਾਰੇ ਵੀ ਬੋਲ ਲਾ ਕਿ ਤੈਨੂੰ ਸਰਕਾਰ ਦਾ ਠੇਕਾ ਚੱਕਿਆ ਤੂੰ, ਪਰ ਏਡੇ ਲਾਂਤੀ ਆ ਫਿਰ ਮਗਰ ਇੱਕ ਪੋਸਟ ਹੋਰ ਠੋਕ ਦਿੰਦੇ ਆ। ਮਗਰ ਲਾਂਤਾਂ ਦੀ ਵੀ ਹੱਦ ਇੱਕ ਹੁੰਦੀ ਹੈ ਨਾ, ਵੀ ਹੱਦ ਹੁੰਦੀ ਆ ਵੀ ਲਾਂਤਾਂ ਪੈ ਗਈਆਂ, ਬੰਦਾ ਕਹਿੰਦਾ ਚੱਲ ਚੁੱਪ ਕਰ ਜਾ ਯਾਰ, ਗਾਲਾਂ ਪੈਣ ਡੀਆਂ, ਕੱਲ ਪੰਗਾ ਲੈਣਾ, ਹਟਦੇ ਹੀ ਨਹੀਂ, ਫਿਰ ਦੂਜੀ ਪਾ ਦਿੰਦੇ, ਦੂਜੀ ਤੇ ਲਾਂਤਾਂ ਮਿਲਦੀਆਂ, ਫਿਰ ਤੀਜੀ ਪਾ ਦਿੰਦੇ। ਮਤਲਬ ਪੋਲਿਸ਼ ਹੀ ਇੰਨਾ ਕਰਨ ਲੱਗੇ ਹੋ ਜਿਹਦਾ ਕੋਈ ਅੰਤ ਹੀ ਨਹੀਂ ਕਿ ਸਰਕਾਰ ਪੋਲਿਸ਼ ਕਰਨੀ ਹੈ, ਕਿੱਦਾਂ ਕਰੀਏ? ਘੱਟੋ ਘੱਟ ਇਹ ਆ ਜ਼ਮੀਰ ਆਪਣੀ ਜਿਹੜੀ ਆ ਉਹਨੂੰ ਥੋੜਾ ਬਹੁਤਾ ਝੰਜੋੜ ਲੈਣ, ਠੀਕ ਹੈ। ਮੈਂ ਕਹਿ ਰਿਹਾ ਸਰਕਾਰ ਆਪਣੀ ਜਗ੍ਹਾ ਗਲਤ ਹੋ ਸਕਦੀ ਹੈ, ਸਰਕਾਰ ਕੀ ਕਰਦੀ ਕੀ ਨਹੀਂ ਕਰਦੀ ਲੋਕਾਂ ਨੇ ਨਿਰਣਾ ਕਰਨਾ। ਜੇ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਪੂਰੀ ਨਹੀਂ ਉਤਰੀ, ਪਹਿਲੀਆਂ ਨਹੀਂ ਉਤਰੀਆਂ, ਲੋਕਾਂ ਚੱਲਦੀਆਂ ਕਰ ਦਿੱਤੀਆਂ, ਨਹੀਂ ਪੂਰੀ ਉਤਰੇਗੀ ਲੋਕ ਚੱਲਦਾ ਕਰ ਦੇਣਗੇ, ਪਰ ਜਿਨ੍ਹਾਂ ਨੇ ਨਿਰਪੱਖ ਰਹਿ ਕੇ ਆਪਣਾ ਰੋਲ ਨਿਭਾਉਣਾ ਸੀ ਉਹ ਕਿਹੜੇ ਬੰਨੇ ਨਿਰਪੱਖ ਰਹਿ ਗਏ? ਜੀ 2942 ਸਵਾਗਤ ਤੁਹਾਡਾ, ਵੈਲਕਮ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਬਾਜ ਬੋਲ ਰਿਹਾ ਕਾਫੀ ਦਾ। ਹਾਂਜੀ ਸਵਾਗਤ। ਅੱਗੇ ਮੈਂ ਮੈਂ ਅੱਗੇ ਇਹਨੂੰ ਫੋਨ ਕੀਤਾ, ਇੱਕ ਦਿਨ ਸੁਰਿੰਦਰ ਬਾਈ ਨੇ ਪੁੱਛਿਆ ਵੀ ਜਿਹੜਾ ਹਰਿਆਣੇ ਵਾਲਿਆਂ ਦਾ ਸੋਨੀਪਤ ਦੇ ਲਾਗੇ ਨਾ ਅਸੀਂ ਜਾਂਦੇ ਰਹੇ ਕਾਫੀ ਟਾਈਮ ਆਪਣੇ ਕੰਬਾਈਨ ਲੈ ਕੇ, ਅੱਗੇ ਇਹਦੇ ਨਾਲ ਆਪਣੀ ਗੱਲ ਚੱਲਣ ਦੀ ਨਾ ਸਹਾਈਪੁਰਾ ਦੀ ਬਾਰੇ, ਤੇ ਉਧਰੇ ਮੈਂ ਫੋਨ ਕੀਤਾ ਤੇ ਉਹਨਾਂ ਦਾ ਧਰਮ ਤੇ ਕੋਈ ਪਤਾ ਨਹੀਂ ਲੱਗਦਾ। ਮੰਨ ਲਓ ਕੋਈ ਮਹਾਂ ਸਿੰਘ ਆਖੀ ਜਾਂਦਾ, ਕੋਈ ਜੈ ਭਗਵਾਨ ਛਤਰੀ ਆਖੀ ਜਾਂਦਾ, ਆਪਣੇ ਸੋਨੀਪਤ ਦੇ ਨਾਲ ਹੀ ਠਰੂ, ਉਦੇਪੁਰ, ਇਹ 2 ਪਿੰਡਾਂ 'ਚ ਅਸੀਂ ਜਾਂਦੇ ਰਹੇ ਆ। ਤੇ ਇੱਕ ਮੰਨ ਲਓ ਹੁਣ ਪਾਣੀ ਦੀ ਗੱਲ ਵੇਖੋ ਤੁਸੀਂ ਕਰਦੇ ਜੇ, ਅੱਜ ਦੇ ਸਮੇਂ 'ਚ ਹਰ ਸਾਈ ਭਰਾ ਦੀ ਅਸੀਂ ਸਵੇਰੇ ਪਿੰਡ ਗਏ ਆ, ਪਾਣੀ ਦਾ ਹੀ ਮਸਲਾ ਹੈ, ਛੱਪੜ ਜਿਹੜੇ ਕੰਨੋ ਕੰਨ ਕੀਤੇ ਆ, ਤੇ ਰੁਪਈਆ ਜੇ ਮੰਨ ਲਓ ਪੁੱਛੀਓ ਕਹਿੰਦੇ ਵੀ ਸਾਡੇ ਕੋਲ ਬਿੱਲ ਤਾਰ ਜੋਗੇ, ਰੋਟੀ ਖਾਣ ਜੋਗੇ ਪੈਸੇ ਨਹੀਂ, ਸਵੇਰੇ ਪੈਪ ਲਾ ਕੇ ਤੇ ਗਲੀਆਂ ਨਾਲੀਆਂ ਸਾਫ਼ ਕਰਨ ਦੇ ਅੱਜ, ਤੇ ਜ਼ਿਮੀਦਾਰ ਨੂੰ ਆਖੀ ਜਾਂਦੇ ਤੁਸੀਂ ਪਾਣੀ ਵੇਸਟ ਕਰਨ ਦੇ। ਜਿਹੜੇ ਮੰਨ ਲਓ ਸ਼ਹਿਰਾਂ ਜਾਂ ਪਿੰਡਾਂ 'ਚ ਇੰਨਾ ਪਾਣੀ ਵੇਸਟ ਹੋਣ ਡਿਆ, ਉਹਦਾ ਕੋਈ ਮੰਨ ਲਓ ਕੋਈ ਪੁੱਛਦਾ ਹੀ ਨਹੀਂ ਜਾ ਕੇ। ਹਾਂ ਉਹ ਫ੍ਰੀ ਹੈ ਜੀ, ਬਹੁਤ ਲੋਕ ਵੇਸਟ ਕਰਦੇ ਨੇ। ਥੈਂਕ ਯੂ ਕਾਸ਼ਤੀਵਾਲ ਸਾਹਿਬ। ਬਿਲਕੁਲ ਦੇਖੋ ਇਹਦੇ 'ਚ ਹਰ ਬੰਦੇ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਨਿਭਾਉਣੀ ਚਾਹੀਦੀ ਹੈ। ਮਿਹਰਬਾਨੀ, ਥੈਂਕ ਯੂ। ਕਿਉਂਕਿ ਤੁਸੀਂ ਆਪਣੀ ਜ਼ਮੀਰ ਨੂੰ ਜਵਾਬ ਦਿਓ, ਟੂਟੀ ਛੱਡ ਦਿਓ। ਨਾ ਸਵੇਰੇ ਸਵੇਰੇ ਕਈ ਵਾਰੀ ਉੱਠੀ ਦਾ ਤੇ ਸੁਸਤ ਹੁੰਦਾ ਸਰੀਰ, ਮੂੰਹ ਧੋਈ ਦਾ ਤੇ ਦੂਸਰਾ ਹੱਥ ਕਈ ਵਾਰੀ ਸ਼ੈਂਕ ਤੇ ਪਾਇਆ ਹੁੰਦਾ, ਪਰ ਫਿਰ ਵੀ ਨਹੀਂ, ਪਹਿਲਾਂ ਟੈਪ ਬੰਦ ਕਰੀ ਦੀ ਹੈ ਯਾਰ, ਜਿੰਨਾ ਪਾਣੀ ਚਾਹੀਦਾ ਉਨਾ ਹੀ ਵਰਤੀਏ, ਹੈ ਨਾ। ਸੋ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਸੀਂ ਇਸ ਲਈ ਜਿੰਨਾ ਕੁ ਵੀ ਆਓ ਤੁਸੀਂ ਖੁਦ ਜਵਾਬ ਦਿਓ, ਕੋਈ ਤੁਹਾਡੇ ਤੇ ਕੋਈ ਇਸ ਤਰ੍ਹਾਂ ਦਾ ਚੈੱਕ ਨਹੀਂ ਹੈ। ਖੈਰ ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਗੋਲਡਨ ਕੀ ਐਕਸਪ੍ਰੈਸ LLC ਪੈਨਸਿਲਵੇਨੀਆ ਤੋਂ, ਜਿਹੜੇ ਕਿ ਰੈਫਰ ਮੁਹੱਈਆ ਕਰਾਉਂਦੇ ਨੇ ਤੁਹਾਨੂੰ। ਇਹਨਾਂ ਨੂੰ ਰੈਫਰ ਆਪਰੇਟਰ ਚਾਹੀਦੇ ਨੇ ਜਿਨ੍ਹਾਂ ਕੋਲ ਆਪਣੇ ਰੈਫਰ ਜਿਹੜੇ ਨੇ ਹੋਣ, ਤੇ ਕੰਪਨੀ ਦੇ ਡਾਇਰੈਕਟਰ ਲੋਡ ਤੁਹਾਨੂੰ ਦਿੰਦੇ ਨੇ, ਬ੍ਰੋਕਰ ਨਹੀਂ ਹੈ। ਸੋ ਲੋਡ ਇਹਨਾਂ ਦੇ ਲਰੀਡੋ ਟੈਕਸਸ ਤੋਂ, ਲਵੇਨੀਆ ਮਿਸ਼ੀਗਨ, ਜੌਨਸਟਾਊਨ ਪੈਨਸਿਲਵੇਨੀਆ ਦੇ ਨੇ, ਤੇ 10% ਮਾਰਜਨ ਮਨੀ ਤੇ ਕਮਿਸ਼ਨ ਤੇ ਕੰਮ ਕਰਦੇ ਨੇ। ਜੇ ਤੁਸੀਂ ਇਹਨਾਂ ਨੂੰ ਸਾਈਨ ਅਪ ਕਰਦੇ ਹੋ ਤੁਹਾਡੀ ਸਹੂਲਤ ਵਾਸਤੇ ਲੋਡ ਦਾ ਸਮਾਂ ਵੀ ਸੈੱਟ ਕਰਦੇ ਨੇ, ਤੁਹਾਡਾ ਦਿਹਾੜੀ ਜੋਤਾ ਬਚਦਾ ਹੈ, ਤੇ ਲੋਡ 33 ਤੋਂ 54 ਡਿਗਰੀ ਦਰਮਿਆਨ ਦੇ ਨੇ, ਤੇ ਬਹੁਤੇ ਜਿਹੜੇ ਫਰੋਜ਼ਨ ਲੋਡ ਇਹਨਾਂ ਕੋਲ ਨਹੀਂ ਹੁੰਦੇ। ਤੁਹਾਡਾ ਰੀਫਰ ਦਾ ਫਾਇਦਾ ਹੁੰਦਾ ਹੈ, ਡੀਜ਼ਲ ਖਪਤ ਘਟਦੀ ਹੈ,
ਤੇ ਰੀਫਰ ਲੈਣ 'ਚ ਵੀ ਤੁਹਾਨੂੰ ਮਦਦ ਕਰਦੇ ਆ ਗੋਲਡਨ ਕੀ ਐਕਸਪ੍ਰੈਸ LLC ਪੈਨਸਿਲਵੇਨੀਆ ਵਾਲੇ, ਤੇ ਸ਼ਿਪਰ ਟੂ ਸ਼ਿਪਰ ਇਹਨਾਂ ਦੇ ਲੋਡ ਨੇ। ਸੰਪਰਕ ਕਰਨਾ ਤੁਸੀਂ ਅਵਤਾਰ ਸਿੰਘ ਬੈਦਵਾਨ ਨੇ ਬਾਈ ਜੀ ਆਪਣੇ ਸੁਹਾਣੇ ਵਾਲੇ ਸਰੋਤੇ, ਉਹਨਾਂ ਦੇ ਬੇਟੇ ਪ੍ਰਗਟ ਸਿੰਘ ਬੈਦਵਾਨ ਹੋਰਾਂ ਦਾ ਕਾਰੋਬਾਰ ਹੈ। ਵੈਬਸਾਈਟ ਹੈ goldenkeyexpress.com। ਆਫਿਸ ਨੰਬਰ ਹੈ ਇਹਨਾਂ ਦਾ 484 320 6700, 484-320-6700। ਸੈੱਲ ਫੋਨ ਹੈ 302-563-0080, 302-563-0080 ਸੈੱਲ ਫੋਨ ਹੈ ਪ੍ਰਗਟ ਸਿੰਘ ਬੈਦਵਾਨ ਹੋਰਾਂ ਦਾ। ਈਮੇਲ ਹੈ goldenkeyexpress@gmail.com। ਸੋ ਲੋਡ ਤੁਹਾਨੂੰ ਮੁਹੱਈਆ ਕਰਾਉਂਦੇ ਨੇ ਡਰੀਡੋ ਟੈਕਸਸ, ਸਲੋਵੇਨੀਆ, ਮਿਸ਼ੀਗਨ, ਜੌਨਸਟਾਊਨ ਪੈਨਸਿਲਵੇਨੀਆ ਦੇ ਰਿਫਰ ਲੋਡ ਨੇ ਗੋਲਡਨ ਕੀ ਐਕਸਪ੍ਰੈਸ LLC ਪੈਨਸਿਲਵੇਨੀਆ ਤੋਂ। ਇਸੇ ਤਰ੍ਹਾਂ ਸਾਨੂੰ ਸਪੋਰਟ ਕੀਤਾ ਵਾਸ਼ਿੰਗਟਨ ਫੀਡ ਸਰਵਿਸ ਨੇ। ਸਿਆਟਲ ਇਲਾਕੇ ਦੇ ਲੋਕਲ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੋਂ ਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਡ ਸਰਵਿਸ ਵਾਲੇ ਨਾਲ, ਜੋ ਤੁਹਾਡੇ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ 'ਚ ਦਿੰਦੇ ਨੇ। ਡਰਾਈਵਿੰਗ ਦੀ ਜੌਬ ਚਾਹੀਦੀ ਹੈ ਤਾਂ ਅਵਰਲੀ ਬਹੁਤ ਅੱਛੇ ਵੇਜਸ ਪੇ ਕੀਤੇ ਜਾਂਦੇ ਨੇ। ਤੁਸੀਂ ਕਾਲ ਕਰਨੀ ਹੈ ਔਨਰ ਆਪਰੇਟਰ ਡਰਾਈਵਰ ਵੀਰਾਂ ਨੇ ਸਿਆਟਲ ਦੇ ਲੋਡ ਅਤੇ ਡਰਾਈਵਿੰਗ ਦੀ ਜੌਬ ਦੇ ਵਾਸਤੇ। ਜਗਦੇਵ ਸੰਧੂ ਦਾ ਨੰਬਰ 253 266 6924, 2532666924। ਗੈਰੀ ਧਾਲੀਵਾਲ ਦਾ ਨੰਬਰ 206 354 4060, 2063544060। ਮੁਕੱਦਰ ਜੀ ਸਵਾਗਤ, ਵੈਲਕਮ। ਹੈਲੋ ਹੈਲੋ, ਹਾਂਜੀ ਗੱਲ ਕਰੋ ਜੀ। ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਮੁਕੱਦਰ ਜੀ। ਹਾਂਜੀ ਮੈਂ ਤੁਹਾਡਾ ਜੀ ਸੁਰਿੰਦਰ ਜੀ ਗੱਲ ਕਰ ਰਹੇ ਸਨ ਵੀ ਇਮਾਨਦਾਰ ਨੂੰ ਵੀ ਇੱਥੇ ਨਹੀਂ ਚੱਲ ਸਕਦਾ ਜਾਂ ਉਹਨਾਂ ਨੂੰ ਵੀ ਇਹ ਛੱਡ ਦੇਣਾ ਚਾਹੀਦਾ, ਵੀ ਏਦਾਂ ਵੀ ਚੁੱਪ ਕਰ ਦੇਣਾ ਚਾਹੀਦਾ। ਦੇਖੋ ਤੁਹਾਡਾ ਸਾਹਿਬ ਗੱਲ ਮੈਂ ਅੱਗੇ ਵੀ ਉਹੀ ਬੈਸਟ ਪੋਲਿਸੀ ਦੀ ਹੋ ਜਾਂਦੀ ਹੈ ਜਾਂ ਕੁਛ ਵੀ ਹੈ। ਜੇ ਹੁਣ ਪਤਾ ਤਾਂ ਸਿੱਧੂ ਨੂੰ ਹੋਏਗਾ ਹੀ ਮੈਂ ਕਿੰਨਾ ਨੁਕਸਾਨ ਕਰਾ ਰਹੇ ਜੀ ਆਪਣਾ ਇਸ ਰਾਜਨੀਤੀ ਦੇ ਵਿੱਚ ਜਾਂ ਇਮਾਨਦਾਰੀ ਦੇ ਵਿੱਚ, ਤੇ ਹੁਣ ਤੁਸੀਂ ਵੀ ਮੰਨ ਲਓ ਕਹਿੰਦੇ ਹੋ ਵੀ ਮੈਂ ਸਵਾਲ ਪੁੱਛਦਾ ਵਾਂ ਉਦਮ ਸਿੰਘ ਦੀਆਂ ਹਸਤੀਆਂ ਨੂੰ ਲੈ ਕੇ, ਤੇ ਉੱਥੇ ਕਹਿ ਦਿੱਤਾ ਜਾਂਦਾ ਵੀ ਇਹਨੂੰ ਕੱਢੋ ਪਹਿਲਾਂ ਵੀ ਮੈਂ ਫਿਰ ਤਾਂ ਇੰਟਰਵਿਊ ਦਿਆਂਗਾ। ਹਾਲਾਂਕਿ ਉਹਦੇ ਵਿੱਚ ਕੁਝ ਗਲਤ ਨਹੀਂ ਹੈਗਾ, ਬਿਲਕੁਲ ਜਾਇਜ਼ ਸਵਾਲ ਸੀ ਤੇ ਸਹੀ ਸੀ, ਜਾਂ ਕੋਈ ਆਪਣੇ ਕੋਲੋਂ ਕੁਝ ਲਾਇਆ ਨਹੀਂ ਹੈਗਾ ਉਹਦੇ ਵਿੱਚ। ਤੇ ਇਹ ਤੁਹਾਡਾ ਸਾਹਿਬ ਜਿਹੜਾ ਇਹ ਰਾਹ ਹੈ ਨਾ ਜੀ, ਇਹ ਜਨੂਨ ਹੀ ਹੁੰਦਾ ਜੀ ਬੰਦੇ ਨੂੰ। ਹੁਣ ਨੁਕਸਾਨ ਤੁਸੀਂ ਆਪ ਹੀ ਦੱਸ ਦਿਓ, ਮੇਰੀ 2.5 ਲੱਖ ਤਨਖਾਹ ਸੀ ਤੇ ਮੈਂ ਹੁਣ ਵੀ ਆਪਣਾ ਦੇਖਦੇ ਜਿਵੇਂ ਵੀ ਚੱਲਦਾ ਪਿਆ ਜੋ ਵੀ ਹੈਗਾ ਸਿਸਟਮ, ਪਰ ਕੁਝ ਲੋਕ ਉਹਦੇ ਤੇ ਉਸ ਚੀਜ਼ 'ਚ ਜ਼ਿਆਦਾ ਸੈਟੀਸਫਾਈ ਹੁੰਦੇ ਨੇ ਜੀ, ਚੋਰੀ ਠੱਗੀ ਨਾਲੋਂ ਜਾਂ ਪੈਸਾ ਬਣਾਉਣ ਨਾਲੋਂ। ਉਹਦੇ ਵਿੱਚ ਉਹਨਾਂ ਨੂੰ ਜ਼ਿਆਦਾ ਆਪਣੇ ਸੂਬੇ ਨਾਲ ਲਗਾਵ ਹੀ ਹੁੰਦਾ ਜੀ, ਤੇ ਉਸ ਕਰਕੇ ਉਹ ਚੀਜ਼ ਤੋਂ ਹਟ ਨਹੀਂ ਸਕਦੇ ਜੀ, ਚਾਹੇ ਜੋ ਵੀ ਹੈ। ਹੁਣ ਵੀ ਉਹ ਹਾਰ ਵੀ ਗਿਆ, ਸਾਰਾ ਕੁਝ ਹੋ ਗਿਆ, ਅਖੀਰ ਉਹਨੇ ਜੇਲ੍ਹ ਵੀ ਜਾਣਾ ਪਿਆ। ਕਿ ਹੋ ਸਕਦਾ ਜੇ ਉਹ ਪਹਿਲਾਂ BJP ਵਾਲੇ ਪਾਸੇ ਜਾਣ ਨੂੰ ਸੋਚ ਲੈਂਦਾ ਤੇ ਵੱਡੇ ਵੱਡੇ ਬਾਹਰ ਬੈਠੇ ਨੇ, ਕੋਈ ਦਿੱਕਤ ਨਹੀਂ ਸੀ ਆਉਣੀ ਹੈਗੀ ਏਡੀ ਗੱਲ। ਪਰ ਉਹਨੇ ਕਬੂਲ ਲਈ ਜੀ, ਜੇਲ੍ਹ ਵੀ ਕਬੂਲ ਲਈ ਹੱਸ ਕੇ। ਬਾਕੀ ਲੋਕਾਂ ਨੂੰ ਸੋਚਣਾ ਪਊਗਾ ਜੀ ਕਿ ਹੁਣ ਕਿਵੇਂ ਚੱਲਣਾ ਚਾਹੀਦਾ। ਧੰਨਵਾਦ, ਮਿਹਰਬਾਨੀ, ਥੈਂਕ ਯੂ। ਦੇਖੋ ਮਨਦੀਪ ਸਿੰਘ ਦੇ ਸੋ ਕਾਲਡ ਸੀਨੀਅਰ ਜਰਨਲਿਸਟਾਂ ਵਾਲੇ ਚੈਨਲ ਤੇ ਕਿਸੇ ਨੇ ਨਹਿਰਾਂ ਬਾਰੇ ਗੱਲ ਨਹੀਂ ਕੀਤੀ, ਰੋਜ਼ ਕਮੈਂਟ ਕਰਦੇ ਆ। ਬਿਲਕੁਲ ਦੇਖੋ ਜੇ ਪਬਲਿਕ ਹੈ, ਜਿਹੜੇ ਭਾਵੇਂ ਕੋਈ ਵੀ ਕਿਸੇ ਦਾ ਚੈਨਲ ਚੱਲਦਾ, TV ਹੈ, ਰੇਡੀਓ ਹੈ, ਤੇ ਜ਼ਰੂਰ ਜਨਤਾ ਅਗਰ ਉਸ ਤੇ ਸਵਾਲਦਾਰ ਸਵਾਲ ਪੁੱਛਦੀ ਹੈ ਨਾ ਕਿ ਇਹਦੇ ਤੇ ਗੱਲ ਕਰੋ, ਇਹਦੇ ਤੇ ਗੱਲ ਕਰੋ, ਜਨਤਾ ਕਰਦੀ ਹੈ। ਤੇ ਇਸ ਮਾਮਲੇ 'ਚ ਮੈਨੂੰ ਪਰ ਗੱਲ ਇਹ ਹੈ ਨਾ ਕਿ ਮੈਂ ਹੁਣ ਉਹ ਜ਼ਿਕਰ ਕੀਤਾ ਇੱਕ ਦੋ ਵਾਰੀ। ਇੱਕ ਵੀਰ ਮੈਨੂੰ ਕਹਿੰਦਾ ਨਾ, ਸ਼ਾਇਦ ਸਾਰੇ ਇਹ ਸੋਚਦੇ ਹੋਣ, ਇੱਕ ਵੀਰ ਕਹਿੰਦਾ ਜੀ ਤੁਸੀਂ ਇਕੱਲੇ ਬੋਲਦੇ ਹੋ, ਤੁਹਾਡੇ ਇਕੱਲੇ ਬੋਲਣ ਨਾਲ ਕੀ ਹੁੰਦਾ, ਤੁਸੀਂ ਕਹਿੰਦਾ ਰੋਜ਼ ਹੀ 2.5 ਲੱਖ ਦੀ ਗੱਲ ਕਰਦੇ ਹੋ, ਕਹਿੰਦਾ ਤੁਸੀਂ ਵੀ ਹਟ ਜਾਓ, ਤੁਸੀਂ ਵੀ ਆਪਣਾ 2.5 ਲੱਖ ਕਮਾਓ। ਇਹ ਸੋਚ ਹੈ ਲੋਕਾਂ ਦੀ ਹੈਨਾ। ਸੋ ਗੱਲ ਇਹ ਨਹੀਂ ਕਿ ਮੈਨੂੰ ਕੋਈ ਰੰਜ ਹੈ, ਰੰਜ ਕੋਈ ਨਹੀਂ, ਜੌਬ ਨਿਭਾਈ ਹੈ। ਇੱਕ ਮੈਂ ਅਹਿਸਾਸ ਕਰਾਉਣਾ, ਇੱਕ ਤੇ ਮੈਂ ਦੱਸਦਾ ਲੋਕਾਂ ਨੂੰ ਕਿ ਭਾਈ ਮਾਣ ਇੱਜ਼ਤ ਨਾਲ ਕੰਮ ਕਰੋ, ਆਪਣਾ ਮਿਹਨਤਾਂ ਨਾਲ ਲਾਓ, ਤੇ ਉਹ ਕਰਨਾ ਚਾਹੀਦਾ। ਬਾਕੀ ਝੂਠ ਖਾਣ ਦੀ ਜ਼ਰੂਰਤ ਨਹੀਂ ਹੈ। ਖੈਰ ਸੁਰਿੰਦਰ ਬਾਈ ਜੀ, ਇਹ ਜਿਹੜੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਚਿੱਠੀ ਹੈ, ਇਹ ਫੂਕ ਕੱਢ ਗਈ ਕੇਜਰੀਵਾਲ ਦੇ ਉਸ ਬਿਆਨ ਦੀ ਕਿ 24 ਘੰਟਿਆਂ 'ਚ ਬੇਅਦਬੀ ਦਾ ਮਸਲਾ। ਇਹਦਾ ਮਤਲਬ ਹੁਣ ਕੀ ਕਾਰਨ ਹੈ ਕਿ ਕਿਉਂ ਅਫਸਰ ਜਾਂ ਕਿਉਂ ਭਗਵੰਤ ਮਾਨ ਬੇਅਦਬੀ ਦੇ ਮੁੱਦੇ ਤੇ ਕੰਮ ਨਹੀਂ ਕਰਦਾ? ਮੇਰੇ ਖਿਆਲ ਬੇਅਦਬੀ ਦੇ ਨਾਲ ਨਾਲ ਨਸ਼ੇ ਦੇ ਮੁੱਦੇ ਤੇ ਉਸ ਤੋਂ ਵੀ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ। ਪਰ ਠੀਕ ਹੈ, ਬੇਅਦਬੀ ਵੀ ਜਿਨ੍ਹਾਂ ਨੇ ਕਰਾਈ ਹੈ ਕਿ ਸਿਰਫ ਬੇਅਦਬੀ ਦੇ ਵਾਸਤੇ ਤੁਸੀਂ ਬਦਨਾਮ ਕਰਕੇ ਸਰਕਾਰ ਹੀ ਬਣਾਉਣੀ ਸੀ। ਜੇ ਤੁਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦੇਣੀ ਤਾਂ ਬੇਅਦਬੀ ਦੀ ਖੇਡ। ਮੇਰਾ ਇੱਕ ਝਟਕਾ ਜਰਨਲਿਜ਼ਮ ਹੈ ਕਿ ਇਹਦੇ 'ਚ ਜਿਹਨੂੰ ਫਾਇਦਾ ਹੋਇਆ ਉਹਨੇ ਕਰਾਈ ਹੈ ਬੇਅਦਬੀ। ਇਹਦਾ ਮਤਲਬ ਹੁਣ ਸਰਕਾਰਾਂ ਬਦਲ ਗਈਆਂ, ਪਹਿਲਾਂ ਕੈਪਟਨ ਨੂੰ ਰਾਸ ਆ ਗਿਆ, ਹੁਣ ਇਹਨਾਂ ਨੂੰ ਆ ਗਿਆ। ਫਿਰ ਜ਼ਿੰਮੇਵਾਰ ਕੌਣ ਹੈ? ਜੇ ਉਹ ਦੋਸ਼ੀ ਨੇ, ਸਬੂਤ ਨੇ, ਚੱਕ ਕੇ ਅੰਦਰ ਕਰੋ। ਜੇ ਚਿੱਟੇ ਦੇ ਕੋਈ ਦੋਸ਼ ਸੀ ਜਾਂ ਉਹਦੇ ਖਿਲਾਫ ਕੋਈ ਕਾਰਵਾਈ ਸੀ ਤਾਂ ਹੀ ਮਜੀਠਾ ਅੱਜ ਜੇਲ੍ਹ 'ਚ ਹੈ। ਜੇ ਬੇਅਦਬੀ 'ਚ ਦੋਸ਼ੀ ਨੇ ਕਾਰਵਾਈ ਕਿਉਂ ਨਹੀਂ ਕਰਦੇ ਫਿਰ? ਤੇ ਤੁਹਾਡਾ ਆਪਣਾ ਜਿਹੜਾ SIT ਦਾ ਚੀਫ ਕੁੰਵਰ ਵਿਜੇ ਪ੍ਰਤਾਪ ਸਵਾਲ ਤੁਹਾਡਾ MLA ਖੜਾ ਕਰ ਰਿਹਾ
ਜਿਹਨੂੰ ਚਾਈ ਤੁਸੀਂ ਲੈ ਕੇ ਆਏ ਸੀਗੇ। ਤੇ ਇਹ ਫਿਰ ਮੈਂ ਕਹਿੰਦਾ ਜ਼ਰੂਰਤ ਵਾਲੀ ਗੱਲ ਹੈ। ਸਰਕਾਰ ਨੂੰ ਚੁਣੌਤੀ ਦੇ ਰਿਹਾ ਕਿ ਸਰਕਾਰ ਕੰਮ ਨਹੀਂ ਕਰ ਰਹੀ, ਤੇ ਸਰਕਾਰ ਕੰਮ ਕਿਉਂ ਨਹੀਂ ਕਰ ਰਹੀ? ਬੱਗੇ ਨੂੰ ਫੜਨ ਲਈ ਤੁਸੀਂ 50 ਬੰਦੇ ਭੇਜ ਦਿੰਦੇ ਹੋ, ਤੇ ਤੁਹਾਡਾ ਕੇਜਰੀਵਾਲ ਸਾਹਿਬ ਕਹਿੰਦਾ ਕੌਣ ਬੱਗਾ, ਕਿਸਕਾ ਬੱਗਾ, ਮੇਰੇ ਕੋ ਤਾਂ ਮਾਲੂਮ ਨਹੀਂ ਹੈ। ਜੀ ਸੁਰਿੰਦਰ, ਕੀ ਨਿਕਲੇਗਾ ਇਸ ਕੁੰਵਰ ਵਿਜੇ ਪ੍ਰਤਾਪ ਦੀ ਚਿੱਠੀ ਦਾ? ਕੋਈ ਹੋਰ ਅਪਡੇਟ ਹੋਵੇ ਉਹ ਵੀ ਨਾਲ ਲਪੇਟ ਲਿਓ। ਜੀ ਸੁਰਿੰਦਰ। ਪਹਿਲੀ ਗੱਲ, ਮੈਂ 2015 ਤੋਂ ਇੱਕ ਗੱਲ ਕਹਿੰਦਾ ਆ ਰਿਹਾ। ਪਹਿਲੀ ਗੱਲ ਤਾਂ ਇਹ, ਦੋਸ਼ੀ ਕੌਣ ਨੇ? ਦੋਸ਼ੀ ਪਤਾ ਹੋਣ ਦੇ ਬਾਵਜੂਦ ਕਿਹਨਾਂ ਨੇ ਨਹੀਂ ਫੜੇ? ਗੱਡੀ ਨੂੰ ਉਸ ਟਰੈਕ ਤੇ ਤੋਰਨਾ ਬਣਦਾ, ਪਰ ਬਦਕਿਸਮਤੀ ਅਸੀਂ ਇੱਕੋ ਰੱਟਾ ਲਾਤਾ ਵੀ ਇਹਨਾਂ ਨੇ ਬੇਅਦਬੀ ਕੀਤੀ ਆ, ਇਹਨਾਂ ਨੇ ਕਰਾਈ ਆ, ਇਹਨਾਂ ਨੂੰ ਅੰਦਰ ਦਿਓ। ਅੱਜ ਤੱਕ ਉਹਨਾਂ ਨੂੰ ਪਕੜ ਕੇ ਅੰਦਰ ਨਹੀਂ ਦਿੱਤਾ ਜਾ ਸਕਿਆ। ਨਵਜੋਤ ਸਿੱਧੂ ਕਹਿੰਦਾ ਰਿਹਾ, ਸੁਖੀ ਰੰਧਾਵਾ ਕਹਿੰਦਾ ਰਿਹਾ, ਸਾਰੇ ਮੰਗ ਕਰਦੇ ਰਹੇ, ਚਾਹੇ ਸਮੇਤ ਸੈਣੀ ਸੀ ਤੇ ਚਾਹੇ ਪੋਲੀਟੀਸ਼ੀਅਨ ਸੀ, ਵੀ ਇਹਨਾਂ ਨੂੰ ਪਕੜ ਕੇ ਅੰਦਰ ਦੋ। ਲੇਕਿਨ ਕੈਪਟਨ ਅਮਰਿੰਦਰ ਸਿੰਘ ਚਲ ਗਿਆ, ਚੰਨੀ ਆ ਗਿਆ, ਹੋਮ ਡਿਪਾਰਟਮੈਂਟ ਸੁਖਜਿੰਦਰ ਸਿੰਘ ਸੁਖੀ ਰੰਧਾਵੇ ਕੋ ਆ ਗਿਆ ਤੇ ਪਕੜਿਆ ਫੇਰ ਵੀ ਕੋਈ ਨਹੀਂ ਗਿਆ। ਦੂਸਰੀ ਗੱਲ, ਮੈਂ ਉਦੋਂ ਹੀ ਇਹ ਗੱਲ ਕਹਿੰਦਾ ਸੀ ਕਿ ਇਹਦੇ 'ਚ ਇਨਸਾਫ ਨਹੀਂ ਮਿਲਣਾ। ਅਕਾਲੀ ਬੀਜੇਪੀ ਦੀ ਸਰਕਾਰ ਗਈ, ਇਨਸਾਫ ਨਹੀਂ ਮਿਲਿਆ। ਕਾਂਗਰਸ 'ਚ ਕੈਪਟਨ ਦੀ ਸਰਕਾਰ ਗਈ, ਚੰਨੀ ਦੀ ਗਈ, ਇਨਸਾਫ ਨਹੀਂ ਮਿਲਿਆ, ਤੇ ਇਨਸਾਫ ਇੱਥੇ ਵੀ ਨਹੀਂ ਮਿਲਣਾ। ਪਹਿਲੀ ਗੱਲ, ਅੱਜ ਤੱਕ ਕਿਸੇ ਨੇ ਸਟੱਡੀ ਨਹੀਂ ਕੀਤਾ ਕਿ ਕੇਸ ਕਿੰਨੇ ਨੇ, ਕਿਹੜੀ ਕਿਹੜੀ ਸਿੱਟ ਕੋਲੇ ਆ, ਕਿਹੜੀ ਜਿਹੜੀ ਇਨਕੁਆਰੀ ਸੀ ਉਹ ਹਾਈ ਕੋਰਟ ਨੇ ਇਨਕੁਆਰੀ ਜਿਹੜੀ ਸੀ ਉਹ ਬੰਦ ਕਰਵਾਤੀ। ਨਵੀਂ ਸਿੱਟ ਜਿਹੜੀ ਉਹ ਪੁਆਇੰਟ ਕਿੱਦਾਂ ਹੋਈ, ਕਿਹਦੀ ਅਗਵਾਈ 'ਚ ਚੱਲ ਰਹੀ, ਉਹਨੇ ਰਿਪੋਰਟ ਕਿਹਨੂੰ ਦੇਣੀ, ਅੱਜ ਤੱਕ ਕਿਸੇ ਦੇ ਹੱਲੇ ਪੱਲੇ ਕੱਖ ਨਹੀਂ। ਜੇ ਹਾਈ ਕੋਰਟ ਨੇ ਪਹਿਲੀ ਕੀਤੀ ਗਈ ਇਨਕੁਆਰੀ, ਪਹਿਲੀ ਗੱਲ ਤਾਂ ਮੈਂ ਕੁੰਵਰ ਵਿਜੇ ਪ੍ਰਤਾਪ ਵਾਲੀ ਇਨਕੁਆਰੀ ਤੇ ਮੈਂ ਵੀ ਸਹਿਮਤ ਨਹੀਂ ਸੀ। ਕਦੀ ਹੋ ਸਕਦਾ ਕਿ ਜਿਹੜੀ ਸਿੱਟ ਬਣੀ ਹੋਵੇ ਉਹਦਾ ਚੀਫ ਤੇ ਦੂਸਰੇ ਉਹਦੇ ਰੈਂਕ ਦਾ ਵਿਅਕਤੀ, ਦੋ ਉਹਦੇ ਤੋਂ ਨਾਰਾਜ਼ ਹੋਣ ਤੇ ਇਕੱਲਾ ਬੰਦਾ ਗੱਡੀ ਚੜਾਈ ਫਿਰੇ, ਤੇ ਦੋ SSP ਰੈਂਕ ਦੇ ਵਿਅਕਤੀ ਹੋਣ ਉਹ ਵੀ ਉਹਦੇ ਨਾਲ ਨਾ ਸਹਿਮਤ ਹੋਣ। ਯਾਨੀ ਕਿ ਚਾਰ ਇੱਕ ਬੰਨੇ ਹੋ ਜਾਣ ਤਾਂ ਇਕੱਲਾ ਬੰਦਾ ਕਵੇ ਜੋ ਕੁਛ ਆ ਮੈਂ ਹੀ ਹਾਂ। ਇਹ ਕਿਤੇ ਹੁੰਦਾ? ਪਹਿਲੀ ਗੱਲ, ਉਹ ਇਨਕੁਆਰੀ ਗਲਤ ਸੀ। ਜੇ ਕਰਨੀ ਸੀ ਤਾਂ ਪੰਜੇ ਇਕੱਠੇ ਬੈਠ ਕੇ ਕਰਦੇ, ਪਰ ਪੰਜ ਇਕੱਠੇ ਨਹੀਂ ਹੋਏ, ਇਕੱਲੇ ਨੇ ਚਲਾਈ। ਉਹ ਵੀ ਅਖੀਰ ਖੇ ਖਰਾਬੂ ਹੋ ਗਈ, ਕੱਖ ਨਹੀਂ ਬਣਿਆ। ਹਾਈ ਕੋਰਟ ਕਹਿੰਦੀ ਇਨਕੁਆਰੀ ਜਿਹੜੀ ਆ ਇਹ ਪੱਖਪਾਤੀ ਆ, ਇਸ ਕਰਕੇ ਦੁਬਾਰਾ ਤੋਂ ਸਿੱਟ ਬਣਾਓ। ਦੁਬਾਰਾ ਤੋਂ ਸਿੱਟ ਬਣ ਗਈ। ਸਿੱਟਾਂ ਵੀ ਦੋ ਬਣਾਤੀਆਂ ਉਸੇ ਮਸਲੇ ਦੇ ਉੱਤੇ। ਉਹ ਦੋਨਾਂ ਸਿੱਟਾਂ ਨੇ ਵੀ ਅਜੇ ਤੱਕ ਕਿਸੇ ਕੰਢੇ ਸਿਰੇ ਬੰਨੇ ਨਹੀਂ ਲਾਈ ਗੱਲ ਜਿਹੜੀ ਆ, ਤੇ ਨਾ ਲੱਗਣੀ ਆ। ਹਾਂ, ਇੰਨਾ ਜ਼ਰੂਰ ਆ, ਜਿਹੜੀ ਇਹ ਚਿੱਠੀ ਲਿਖੀ ਗਈ ਆ, ਚਿੱਠੀ ਨੇ ਪੋਲ ਤਾਂ ਖੋਲੀ ਆ ਸਰਕਾਰ ਦੀ, ਪਰ ਸਰਕਾਰ ਦੀ ਪੋਲ ਤਾਂ ਜਿਹੜੀ ਖੁੱਲੀ ਆ, ਭਾਵੇਂ ਕੇਜਰੀਵਾਲ ਦੀ ਖੁੱਲੀ ਸੀ, ਭਗਵੰਤ ਮਾਨ ਦੀ, ਪਰ ਕੁੰਵਰ ਵਿਜੇ ਪ੍ਰਤਾਪ ਜਿਹੜਾ ਉਹ ਮੇਰੇ ਹਿਸਾਬ ਦੇ ਨਾਲ ਬਹੁਤਾ ਲੰਬਾ ਸਮਾਂ ਆਮ ਆਦਮੀ ਪਾਰਟੀ 'ਚ ਤੁਹਾਨੂੰ ਦਿਖਾਈ ਜਿਹੜਾ ਉਹ ਨਹੀਂ ਦੇਵੇਗਾ। ਦੇਖੋ, ਇਹ ਚਿੱਠੀ ਲਿਖ ਕੇ ਨਹੀਂ ਕਿ ਉਹਨਾਂ ਨੂੰ ਗੱਲ ਨਹੀਂ ਕਰ ਸਕਦੇ, ਆਫ ਦੀ ਏਅਰ ਗੱਲਾਂ ਹੋਈਆਂ ਹੋਣਗੀਆਂ, ਪਰ ਜਦੋਂ ਕਿਸੇ ਤਣ ਪੱਤਣ ਨਹੀਂ ਲੱਗਿਆ ਤੇ ਅਗਲੇ ਨੇ ਚਿੱਠੀ ਅਖਬਾਰ 'ਚ ਜਾਰੀ ਕਰ ਦਿੱਤੀ। ਇਹ ਵੀ ਕਹਿਤਾ ਕਿ ਮੈਨੂੰ ਅਖਬਾਰੀ ਰਿਪੋਰਟਾਂ ਤੋਂ ਪਤਾ ਲੱਗ ਰਿਹਾ ਕਿ ਤੁਸੀਂ ਕਾਰਵਾਈ ਇਹਦੇ ਤੇ ਤੁਹਾਡੀ ਸਰਕਾਰ ਸਹੀ ਨਹੀਂ ਕਰ ਰਹੀ। ਯਾਨੀ ਸਰਕਾਰ ਦੀ ਪੋਲ ਉਹਦਾ ਆਪਣਾ ਹੀ MLA ਖੋਲ ਗਿਆ। ਸੋ ਗੱਲ ਬਾਈ ਜੀ, ਮੰਨੋ ਚਾਹੇ ਨਾ ਮੰਨੋ, ਉਹੀ 24 ਤੱਕ ਮਾਨ ਸਾਹਿਬ ਕਰ ਲੈਣ ਮੁੱਖ ਮੰਤਰੀ ਦੀਆਂ ਮੌਜਾਂ। ਇਹ ਗੁਜਰਾਤ ਜਾਂ ਹਿਮਾਚਲ ਜਿੱਤਣ ਨੂੰ ਫਿਰਦੇ ਨੇ। ਅਗਲੇ ਨੇ 100 ਸਾਲ ਪੁਰਾਣੀ ਪਾਰਟੀ ਮਾਂਜ ਕੇ ਰੱਖ ਦਿੱਤੀ। ਆ ਤੀਜੇ ਚੌਥੇ ਅਲਾਇੰਸ ਵਾਲੇ ਮਮਤਾ ਬੈਨਰਜੀ ਠੀਕ ਹੈ ਸੂਬੇ 'ਚ ਜਿੱਤ ਗਈ, ਸ਼ਰਦ ਪਵਾਰ ਹੋ ਰਹੀ, ਸਾਰੇ ਹਾਸ਼ੀਏ ਤੇ ਧੱਕ ਦਿੱਤੇ, ਬਥੇਰਾ ਭੱਜਿਆ ਫਿਰਿਆ। ਪ੍ਰਸ਼ਾਂਤ ਕਿਸ਼ੋਰ ਅਗਲੇ ਨੇ ਤੀਜਾ ਬਦਲ ਨਹੀਂ ਬਣਨ ਦਿੱਤਾ। ਪ੍ਰਕਾਸ਼ ਸਿੰਘ ਬਾਦਲ ਨੇ ਵੀ ਕੋਸ਼ਿਸ਼ ਕੀਤੀ ਆਪਣੇ ਤੌਰ ਤੇ ਕਿ ਕਾਂਗਰਸ ਵਾਲੇ ਅਲਾਇੰਸ ਤੋਂ ਬਿਨਾਂ ਕੋਈ ਆਪਣਾ ਅਲਾਇੰਸ ਬਣਾ ਲਈ। ਉਹ ਵੀ ਗਿਆ ਸੀ ਚੁਟਾਲਿਆਂ ਕੋਲ, ਹੋਰਾਂ ਕੋਲ, ਚੰਦੂ ਮਾਜਰੇ ਨੂੰ ਵੀ ਭੇਜਿਆ, ਪਰ ਨਹੀਂ ਗੱਲ ਬਣੀ। ਤੇ ਕੇਜਰੀਵਾਲ ਕੀ ਸੁਪਨੇ ਵੇਖਦਾ ਜਿਹੜਾ ਇੱਕ ਮਜੀਠੇ ਦੇ ਮਾਨਹਾਨੀ ਦੇ ਮੁਕੱਦਮੇ ਤੋਂ ਡਰਦਾ ਮਾਫੀ ਮੰਗ ਗਿਆ ਤੇ ਮੁੜ ਕੇ ਪੰਜਾਬ ਆਉਣੋਂ ਹਟ ਗਿਆ ਜਦੋਂ ਧਮਾਕੇ 2017 ਦੇ ਹੋਏ ਨੇ। ਤੇ ਉਹ ਪੰਜਾਬ ਦੀ ਸਿਆਸਤ 'ਚ ਨਹੀਂ ਖੜਿਆ ਤੇ ਉਹ ਭਾਰਤ ਦੀ ਸਿਆਸਤ 'ਚ ਮੋਦੀ ਹੋਰਾਂ ਦੇ ਬਰਾਬਰ ਕਿੱਥੇ ਖੜ ਲੂਗਾ। ਇਹ ਬਸ ਸੀ ਕਿ ਪੈਰ ਹੇਠ ਵਡੇਰਾ ਆ ਗਿਆ। ਕਾਂਗਰਸ ਦਾ ਖਾਤਮਾ ਕਰਨਾ ਸੀ, ਸਭ ਤੋਂ ਵੱਡਾ ਕਿਸਾਨ ਅੰਦੋਲਨ ਦਾ ਖਾਤਮਾ ਕਰਨਾ ਸੀ, ਸੋ ਕਰ ਦਿੱਤਾ। ਤੇ ਰਹਿੰਦੀ ਖੁੰਦੀ ਕਿ ਕਿਸਾਨ ਅੰਦੋਲਨ ਦੀ ਲੀਡਰਾਂ ਨੂੰ ਇੱਥੇ ਘੁਮਾ ਫਿਰਾ ਕੇ ਇਹਨਾਂ ਦੇ ਰਾਹੀਂ ਉਹਨਾਂ ਨੂੰ ਉਹ ਬਦਨਾਮ ਕਰਾਉਣਾ ਕਿ ਮੁੜ ਕੇ ਕਿਸਾਨ ਅੰਦੋਲਨ ਦਾ ਬੀਜ ਇੱਥੋਂ ਪਨਪੇ ਗਏ ਨਹੀਂ।
ਇਹ ਮੇਰੀਆਂ ਗੱਲਾਂ ਯਾਦ ਰੱਖੋਗੇ ਜਦੋਂ ਇਹ ਸਭ ਕੁਝ ਵਾਪਰ ਜਾਏਗਾ। ਮੈਂ ਕੋਈ ਰੱਬ ਨਹੀਂ, ਮੈਂ ਗਲਤ ਵੀ ਹੋ ਸਕਦਾ, ਪਰ ਯਕੀਨ ਕਰਿਓ ਇਹ ਚੀਜ਼ ਵਾਪਰਨੀ ਹੈ। ਸੋ ਇਸ ਕਰਕੇ ਬਾਈ ਜੀ ਤੁਸੀਂ ਵੇਖੋ ਕਿ ਕੰਵਰ ਵਿਜੇ ਪ੍ਰਤਾਪ ਜਾਂ ਹੋਰ ਹੌਲੀ ਹੌਲੀ ਇੱਕ ਦੋ ਕਰਕੇ ਇਹ ਅਜਿਹਾ ਮਾਹੌਲ ਸਿਰਜਣਗੇ। ਕਾਂਗਰਸ ਖਤਮ ਹੈ, ਕੋਈ ਖੱਬੇ ਸੱਜੇ ਕਾਮਰੇਡ ਕਿਸੇ ਦੀ ਕੋਈ ਸਰਕਾਰ ਦੇ ਚਾਂਸ ਨਹੀਂ। ਲੋਕ ਕਹਿਣਗੇ ਰਾਸ਼ਟਰਪਤੀ ਰਾਜ ਦੇ ਨਾਲੋਂ ਤੇ ਮੋਦੀ ਦਾ ਰਾਜ ਹੀ ਲੈ ਆਓ, ਕਿਉਂਕਿ ਆਰਪੀ ਸਿੰਘ ਦਾ ਬਿਆਨ ਵੇਖ ਲਓ। ਅੱਜ ਆਰਪੀ ਸਿੰਘ ਦਿੱਲੀ ਵਾਲੇ ਸਰਦਾਰ ਜੀ ਕਹਿੰਦੇ ਮਾਨ ਸਾਹਿਬ ਜੂਨ ਦੇ ਘੱਲੂ ਘਾਰੇ ਦੇ ਦਿਨਾਂ 'ਚ 15 ਦਿਨ ਰਹਿ ਗਏ ਨੇ, ਖਾਲਿਸਤਾਨੀ ਕਹਿੰਦੇ ਪਨਪ ਰਹੇ ਨੇ, ਫਟਾਫਟ SGPC ਨੂੰ ਭਰੋਸੇ 'ਚ ਲਾਓ ਤੇ ਫੋਰਸਾਂ ਲਾਓ, ਬਹੁਤ ਕੁਝ ਵਾਪਰ ਸਕਦਾ। ਦੱਸੋ ਇਹ ਕਿਹੜਾ ਇਸ ਵਾਰੀ ਕੋਈ ਨਵਾਂ ਘੱਲੂ ਘਾਰਾ ਦਿਨ ਆ ਗਿਆ? ਇੱਕ ਦਿਨ ਜਿੰਦਾਬਾਦ ਮੁਰਦਾਬਾਦ ਹੁੰਦੀ ਹੈ ਤੇ ਉਸ ਤੋਂ ਬਾਅਦ ਸਾਰਾ ਕੁਝ ਠੰਡਾ ਪੈ ਜਾਂਦਾ। ਤੇ ਆਰਪੀ ਸਿੰਘ ਹੋਰਾਂ ਨੂੰ ਕਿਹੜੀ ਇਨਪੁਟ ਐਡੀ ਦਿੱਲੀ ਤੋਂ ਪੁੱਛ ਗਈ ਕਿ ਭਗਵੰਤ ਮਾਨ ਨੂੰ ਟਵੀਟਾਂ ਕਰਕੇ ਕਹਿੰਦੇ ਨੇ ਕਿ ਘੱਲੂ ਘਾਰੇ ਤੇ ਸਥਿਤੀ ਨੂੰ ਕਾਬੂ ਕਰਨ ਦੇ ਲਈ ਫੋਰਸਾਂ ਲਾਓ। ਮਾਨ ਸਰਕਾਰ ਕਹਿੰਦੇ ਹੋਰ ਯੋਗ ਪ੍ਰਬੰਧ ਕਰੇ। ਦੱਸੋ ਇਹ ਦਿੱਲੀ ਦੇ ਸਿਆਸਤਦਾਨ ਪਾਪਾ ਜੀ ਆਰਪੀ ਸਿੰਘ ਇਹ ਟਵੀਟ ਕਰ ਰਹੇ ਨੇ। ਦੱਸੋ ਸੋ ਇਸ ਕਰਕੇ ਹੌਲੀ ਹੌਲੀ ਸਟੈਪ ਬਾਈ ਸਟੈਪ ਜਿਹੜਾ ਬੀਜੇਪੀ ਦਾ ਰਾਜ ਆਏਗਾ ਤੇ ਇਹ ਕੰਵਰ ਵਿਜੇ ਪ੍ਰਤਾਪ ਜਾਂ ਇਹ ਫਿਰ ਲੋਕਾਂ ਨੂੰ ਲੱਗੇਗਾ ਬਾਦਲਾਂ ਨੂੰ ਬੀਜੇਪੀ ਰਗੜੂ ਜੀ, ਹੁਣ ਬੀਜੇਪੀ ਨੂੰ ਜਿਤਾ ਦਿਓ। ਕਹਾਣੀ ਉੱਥੇ ਹੀ ਹੈ, ਬਾਦਲਾਂ ਨੂੰ ਕੁਝ ਨਹੀਂ ਹੋਣਾ ਤੇ ਉਹਨਾਂ ਨੇ ਉਹਨਾਂ ਦੇ ਜੂਲੇ ਦੇ ਵਿੱਚ ਆਪਣਾ ਸਿਰ ਦੇ ਕੇ ਆਪਣਾ ਗੱਡਾ ਖਿੱਚੀ ਜਾਣਾ, ਗੱਡੀਆਂ ਚਲਾਈ ਜਾਣੀਆਂ, ਇਹ ਕੁਝ ਹੋਣਾ। ਸੋ ਬੀਜੇਪੀ ਜਿੰਨੀ ਦੇਰ ਇੱਥੇ ਸੱਤਾ 'ਚ ਨਹੀਂ ਆਉਂਦੀ ਤੇ ਉਨੀ ਦੇਰ ਪਤਾ ਨਹੀਂ ਕਿੰਨੇ ਰਗੜੇ ਜਾਣੇ ਆ। ਮੀਡੀਆ ਬੋਲਦਾ ਕੋਈ ਨਹੀਂ, ਬੋਲੇ ਕਿਉਂ, ਬੋਲੂ ਕਿਹੜਾ, ਬੁਰਕੀ ਪੈ ਜਾਂਦੀ ਹੈ। ਇੱਕ ਦੋ ਰਵੀਸ਼ ਵਰਗੇ ਨੇ ਉਹ ਵਿਚਾਰੇ ਰਗੜੇ ਲਾਈ ਜਾਂਦੇ ਨੇ ਤੇ ਆਖਰ ਨੂੰ ਸ਼ੇਅਰ ਤਾਂ ਸਾਰੇ ਉਹਦੇ ਖਰੀਦ ਲਏ NDTV ਦੇ। ਬਸ ਇੱਕ ਮਜਬੂਰੀ ਨੂੰ ਲਈ ਬੈਠਿਆ ਰਵੀਸ਼ ਨੂੰ, ਕਿੰਨੀ ਕੁ ਦੇਰ ਬੋਲੇਗਾ ਜੀ ਸੁਰਿੰਦਰ? ਦੇਖੋ ਗੱਲ ਇੱਕ ਆ, ਮੈਂ ਸ਼ੁਰੂ ਚ ਕਹਿਤਾ ਕਿ ਇਹਦੇ ਚ ਇਨਸਾਫ ਨਹੀਂ ਮਿਲਣਾ। ਇਨਸਾਫ ਮਿਲਣਾ ਹੁੰਦਾ ਤੇ 2015 ਦੇ ਵਿੱਚ ਜੂਨ ਦੇ ਵਿੱਚ ਹੀ ਇਹ ਸਾਰਾ ਕੁਝ ਨਿਪਟ ਸਕਦਾ ਸੀ, ਪਰ ਨੀਅਤ ਕੁਝ ਹੋਰ ਸੀ। ਪਤਾ ਉਹਨਾਂ ਨੂੰ ਵੀ ਸੀ ਕਿ ਗੇਮ ਏਡੀ ਪੁੱਠੀ ਪੈ ਜਾਏਗੀ। ਅੱਜ ਪਛਤਾ ਰਹੇ ਹੋਣਗੇ। ਅੱਜ ਪਤਾ ਲੱਗਿਆ ਕਿ 2 ਚੋਣਾਂ ਲਗਾਤਾਰ ਹਾਰਨੀਆਂ ਤੇ ਹਾਸ਼ੀਏ ਤੇ ਜਾਣਾ ਕਿੱਡਾ ਮਾੜਾ ਹੁੰਦਾ। ਉਦੋਂ ਕਾਰਵਾਈ ਕਰ ਜਾਂਦੇ, ਲੇਕਿਨ ਉਸ ਤੋਂ ਮਗਰਲੇ 2 ਮੁੱਖ ਮੰਤਰੀਆਂ ਨੇ ਕੁਝ ਨਹੀਂ ਕੀਤਾ ਤਾਂ ਹੋਣ ਵਾਲੇ ਨੇ ਕੀ ਕਰਨਾ। ਰਹਿ ਗਈ ਗੱਲ ਕੇਂਦਰ ਦੀ, ਕੇਂਦਰ ਤਾਂ ਇਹ ਕੁਝ ਚਾਹ ਰਿਹਾ। ਤੁਸੀਂ ਦੇਖੋ ਜੋ ਮਰਜ਼ੀ ਕਰੀ ਜਾਣ, ਜਿਹੜੇ ਕਿਤੇ ਅਮਰਿੰਦਰ ਸਿੰਘ ਨੂੰ 2019 ਚ ਉਤਾਰ ਕੇ ਨਵਜੋਤ ਸਿੱਧੂ ਨੂੰ ਕਾਂਗਰਸ ਦੀ ਕਮਾਂਡ ਸਟੇਟ ਦੀ ਦੇ ਜਾਂਦੇ, ਕਾਂਗਰਸ ਪੰਜਾਬ 'ਚ ਮਰਦੀ ਨਹੀਂ ਸੀ, ਜੋ ਮਰਜ਼ੀ ਹੋ ਜਾਂਦਾ। ਨਵਜੋਤ ਸਿੱਧੂ ਇੰਨੀ ਕੁ ਜੋਗਾ ਹੈਗਾ ਸੀ ਕਿ ਉਹਨੇ ਕਾਂਗਰਸ ਕੀਤੀ ਫਿਰਨੀ ਸੀ ਇਕੱਲੇ ਨੇ, ਤੇ ਕੰਮ ਵੀ ਉਹ ਕਰ ਜਾਣੇ ਸੀ ਜਿਹੜਾ ਲੋਕਾਂ ਪਸੰਦ ਕਰਨੇ ਸੀ। ਪਰ ਬਦਕਿਸਮਤ ਜਦੋਂ ਉਹਦਾ ਏਜੰਡਾ ਇੱਕ ਆ, ਅੰਨਾ ਹਜ਼ਾਰੇ ਦੁਬਾਰਾ ਨਹੀਂ ਚਮਕਿਆ। ਅੰਨਾ ਹਜ਼ਾਰੇ ਲਿਆ ਕੇ ਬਿਠਾਇਆ ਤੇ ਉਹਦੇ ਚੋਂ ਬੀਜੇਪੀ ਨੇ ਸਿਆਸਤ ਚਮਕਾਈ ਤੇ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਕੱਢ ਲਈ ਤੇ ਉਹ ਬੁੜਾ ਜਿੱਥੋਂ ਲਿਆਂਦਾ ਸੀ ਉੱਥੇ ਦੁਬਾਰਾ ਛੱਡ ਦਿੱਤਾ। ਦੁਬਾਰਾ ਉਹਦੀ ਗੱਲ ਦਾ ਕਿਸੇ ਨੇ ਜਵਾਬ ਨਹੀਂ ਦਿੱਤਾ। ਅੱਜ ਕਹਿ ਦੋ ਕਿ ਕਿਤੇ ਅੰਨਾ ਹਜ਼ਾਰੇ ਦਿੱਲੀ ਆ ਕੇ ਅੰਦੋਲਨ 'ਚ ਬਹਿ ਜਾਵੇ, ਜੇ 10 ਬੰਦੇ ਵੀ ਇਕੱਠੇ ਹੋ ਜਾਣ। ਲੋਕ ਸਮਝ ਗਏ। ਇੱਕ ਉਹ ਬਾਬਾ ਸੀ ਜਿਹੜਾ ਸਲਵਾਰ ਪਾ ਕੇ ਭੱਜਿਆ ਸੀ, ਉਹ ਕਹਿੰਦਾ ਸੀ 35 ਰੁਪਏ ਵਾਲਾ ਪੈਟਰੋਲ ਲੈਣਾ ਤਾਂ ਫਿਰ ਬੀਜੇਪੀ ਨੂੰ ਵੋਟਾਂ ਪਾਓ। ਹੁਣ ਉਹ ਕਹਿੰਦਾ ਨਹੀਂ, ਇਹ ਗੱਲ ਇਹ ਤਾਂ ਸਵਾਲ ਤੁਹਾਡਾ ਗਲਤ ਆ, ਇਹਦਾ ਕਰਨਾ ਹੀ ਨਹੀਂ ਕਹਿੰਦਾ ਬਣਦਾ। ਇਸ ਕਰਕੇ ਇਹ ਆ, ਜੋ ਕੁਝ ਚਾਹੁੰਦੇ ਸੀ, ਜਿਸ ਤਰੀਕੇ ਨਾਲ ਤਾਣਾ ਬਾਣਾ ਬੁਣਿਆ ਸੀ, ਉਸ ਤਾਣੇ ਬਾਣੇ ਦੇ ਵਿੱਚ ਜਿਹੜਾ ਕੁਝ ਫਸ ਗਿਆ ਉਹ ਸਾਰਾ ਕੁਝ ਮਲੀਆ ਮੇਟ ਜਿਹੜਾ ਉਹ ਕਰ ਦਿੱਤਾ ਗਿਆ। ਸੋ ਇਸ ਕਰਕੇ ਜਿਹੜੇ ਬੰਨੇ ਨੂੰ ਸਰਕਾਰ ਤੁਰੀ ਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੇ ਇੱਕ ਦਿਨ ਇਹਨਾਂ ਦੇ ਹੱਥੋਂ ਵੀ ਸਾਰਾ ਕੁਝ ਖੋਹ ਲੈਣਾ। ਉਹਨਾਂ ਕੀ ਕਰਨਾ, ਜਿਹੜੀ ਸਟੇਟ ਉਹਨਾਂ ਨੂੰ ਪਤਾ ਸਾਡੇ ਹੱਥ ਚੋਂ ਖਿਸਕ ਰਹੀ ਆ, ਸ਼ਰੇਆਮ ਦੇਖਦਾ ਕਿ ਸਾਡੇ ਹੱਥੋਂ ਖਿਸਕਦੀ ਆ, ਹੋਰ ਕਿਸੇ ਵੱਲ ਨੂੰ ਨਾ ਆ ਜੇ, ਉਹ ਇਹਨਾਂ ਵੱਲ ਨੂੰ ਤੋੜ ਦੇਣੀ ਆ। ਇਹ ਤਾਂ ਕੜੇ ਦੀ ਮੱਛੀ ਆ, ਜਦੋਂ ਮਰਜੀ ਜਿੱਥੇ ਮਰਜੀ ਮਰੋੜ ਲੈਣਗੇ ਫੜ ਕੇ। ਇਹਨਾਂ ਦੀ ਥੋੜੀ ਕੋਈ ਪ੍ਰੋਬਲਮ, ਇਹਨਾਂ ਦੀ ਇਸ ਕਰਕੇ ਕੋਈ ਵੀ ਸਮੱਸਿਆ ਜਿਹੜੀ ਆ ਉਹ ਹੋਣੀ ਨਹੀਂ ਆ। ਇਸੇ ਬੰਨੇ ਨੂੰ ਕੇਂਦਰ ਸਰਕਾਰ ਜਿਹੜੀ ਆ ਉਹ ਚੱਲੀ ਪਈ ਆ, ਸਾਰਿਆਂ ਦਾ ਬੋਰੀ ਬਿਸਤਰਾ ਜਿਹੜਾ ਉਹ ਗੋਲ ਕਰਦੀ ਤੁਰੀ ਜਾ ਰਹੀ ਆ।
ਜੀ ਸਾਨੂੰ ਸਪੋਰਟ ਕੀਤਾ ਬਾਈ ਸੁੱਖੀ ਘੁੰਮਣ ਹੋਰਾਂ ਨੇ। ਬੇਕਰਸਫੀਲਡ ਇਲਾਕੇ 'ਚ ਵਿਚਰ ਰਹੇ ਤੇ ਮਾਰੋ ਆਪਣੇ ਟਰੱਕ ਟਰਾਲਿਆਂ ਨੂੰ ਬ੍ਰੇਕ। ਯੂਨੀਅਨ ਵਿਲੇਜ ਟਰੱਕ ਸਟਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਹੈ ਜਿੱਥੇ ਦੇਸੀ ਘਿਓ ਦੇ ਪਰੌਂਠਿਆਂ ਦਾ ਦਹੀਂ ਨਾਲ ਲਓ ਲੁਤਫ ਇਹਨਾਂ ਦੀ ਖਾਸੀਅਤ ਹੈ। ਹੋਰ ਭਾਰਤੀ ਵਿਦੇਸ਼ੀ ਖਾਣੇ ਛਕੋ ਛਕਾਓ, ਟਰੱਕ ਤੋਂ ਆਓ ਡੀਜ਼ਲ ਪਾਓ। ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ। ਐਡਰੈਸ 2201 ਸਾਊਥ ਯੂਨੀਅਨ ਐਵਨਿਊ, ਬੇਕਰਸਫੀਲਡ, ਕੈਲੀਫੋਰਨੀਆ। ਜਿਪ ਕੋਡ 93307। ਰੋਡਵੇਜ਼ ਟਰਾਂਸਪੋਰਟ ਵਾਲੇ ਸੁੱਖੀ ਘੁੰਮਣ ਹੋਰਾਂ ਦਾ ਇਹ ਬਿਜ਼ਨਸ ਹੈ ਜਿਨ੍ਹਾਂ ਦਾ ਨੰਬਰ 661 304 7500 6613047500 ਤੇ ਜੈ ਘੁੰਮਣ ਹੋਰਾਂ ਦਾ ਨੰਬਰ 661 885 8858 6618858858 ਨੰਬਰ ਹੈ ਜੈ ਘੁੰਮਣ ਹੋਰਾਂ ਦਾ। ਬੇਕਰਸਫੀਲਡ ਦੇ ਵਿੱਚ ਯੂਨੀਅਨ ਵਿਲੇਜ ਟਰੱਕ ਸਟਾਪ ਤੇ ਇੰਡੀਅਨ ਰੈਸਟੋਰੈਂਟ। ਸਾਨੂੰ ਸਪੋਰਟ ਕੀਤਾ ਹੈ ਬਾਈ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਨੇ ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਆਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਚਾਹ ਸ਼ਾਵਰ ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦਉਪਯੋਗ ਕਰੋ। ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਫਿਊਲ ਕੰਪਨੀ ਦਾ ਕਾਰੋਬਾਰ ਹੈ। ਉਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਾਈਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼ ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਹੋ। ਤੇ ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ 425 232 84 13 4252328413 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ। ਸਾਨੂੰ ਸਪੋਰਟ ਕੀਤਾ ਗੋਲਡਨ ਕੀ ਐਕਸਪ੍ਰੈਸ LLC ਪੈਂਸਿਲਵੇਨੀਆ ਵਾਲਿਆਂ ਨੇ ਜੋ ਰਿਫਰ ਆਪਰੇਟਰ ਦਾ ਬਿਜ਼ਨਸ ਕਰਦੇ ਨੇ ਤੇ ਤੁਹਾਨੂੰ ਜਿਹੜੇ ਓਨਰ ਆਪਰੇਟਰ ਉਹਨਾਂ ਨੂੰ ਜਿਨ੍ਹਾਂ ਕੋਲ ਆਪਣੇ ਰਿਫਰ ਨੇ ਉਹਨਾਂ ਨੂੰ ਕੰਪਨੀ ਦੇ ਡਾਇਰੈਕਟ ਲੋਡ ਦਿੰਦੇ ਨੇ, ਬ੍ਰੋਕਰ ਨਹੀਂ ਹੈ। ਇਹਨਾਂ ਦੇ ਲੋਡ ਲਰੀਡੋ, ਟੈਕਸਸ, ਲੋਵੇਨੀਆ, ਮਿਸ਼ੀਗਨ, ਜੌਨਸਟਨ, ਪੈਂਸਿਲਵੇਨੀਆ ਦੇ ਨੇ ਤੇ 33 ਤੋਂ 54% ਤਾਪਮਾਨ ਦੇ ਇਹ ਰਿਫਰ ਲੋਡ ਨੇ ਤੇ ਬਹੁਤੇ ਫਰੋਜ਼ਨ ਲੋਡ ਨਹੀਂ ਹੁੰਦੇ ਜਿਸ ਕਰਕੇ ਤੁਹਾਡੀ ਡੀਜ਼ਲ ਦੀ ਖਪਤ ਬਚਦੀ ਹੈ, ਰਿਫਰ ਲਈ ਫਾਇਦੇਮੰਦ ਹੈ। ਤੇ ਸ਼ਿਪਰ ਟੂ ਸ਼ਿਪਰ ਟਰਾਂਸਫਰ ਲੋਡ ਨੇ, ਤੁਹਾਨੂੰ ਰਿਫਰ ਲੈਣ 'ਚ ਵੀ ਇਮਦਾਦ ਕਰਦੇ ਨੇ ਤੇ ਜੇ ਤੁਸੀਂ ਇਹਨਾਂ ਨੂੰ ਸਾਈਨ ਅਪ ਕਰ ਦਿਓ ਤੁਹਾਡੀ ਸਹੂਲਤ ਮੁਤਾਬਕ ਤੁਹਾਡੇ ਲੋਡ ਦਾ ਸਮਾਂ ਸੈੱਟ ਕੀਤਾ ਜਾਂਦਾ, ਤੁਹਾਡੀ ਦਿਹਾੜੀ ਜੋਤਾ ਬਚਦਾ ਹੈ। ਤੇ ਆਪਣੇ ਅਵਤਾਰ ਸਿੰਘ ਬੈਦਵਾਨ ਸਰੋਤੇ ਨੇ ਸੁਹਾਣੇ ਵਾਲੇ, ਉਹਨਾਂ ਦੇ ਬੇਟੇ ਪ੍ਰਗਟ ਸਿੰਘ ਬੈਦਵਾਨ ਹੋਰਾਂ ਦਾ ਕਾਰੋਬਾਰ ਹੈ। ਇਹਨਾਂ ਦੀ ਵੈਬਸਾਈਟ ਹੈ goldenkeyexpress.com, ਈਮੇਲ ਹੈ goldenkeyexpress@gmail.com। ਪ੍ਰਗਟ ਬੈਦਵਾਨ ਦਾ ਨੰਬਰ 484 320 6700 484 3206700। ਸੈਲ ਨੰਬਰ ਹੈ ਪ੍ਰਗਟ ਸਿੰਘ ਹੋਰਾਂ ਦਾ 302 563 0080 302 563 0080। ਸੁਰਿੰਦਰ ਵੀਰ ਹੁਣ ਮੁੰਡਾ ਪਿੰਡ ਦਾ ਸੀ, ਸ਼ਹਿਰ ਆ ਕੇ ਸ਼ਹਿਰੀ ਹੋ ਗਿਆ, ਪਾਣੀ ਪੰਜਾਂ ਦਰਿਆਵਾਂ ਵਾਲਾ ਨਹਿਰਾਂ ਵਾਲਾ ਜ਼ਹਿਰੀ ਹੋ ਗਿਆ। ਸਤਿੰਦਰ ਨੇ ਵੀ ਗਾਇਆ ਪਰ ਸਾਰਾ ਕੁਝ ਜ਼ਹਿਰੀ ਹੋਇਆ ਪਿਆ, ਬੰਦੇ ਜ਼ਹਿਰੀ ਹੋ ਗਏ ਨੇ, ਬੁਰਕੀ ਮਾਰਦੇ ਨੇ। ਇਸ ਦੌਰਾਨ ਪਹਿਲੇ ਪੜਾਅ ਤੇ ਕਹਿੰਦੇ ਲੋਕਾਂ ਦੀ ਸਿਹਤ ਵਾਸਤੇ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ 15 ਅਗਸਤ ਤੋਂ ਕਰਾਂਗੇ। ਆਜ਼ਾਦੀ ਦਿਹਾੜਾ ਭਗਵੰਤ ਮਾਨ ਕਹਿੰਦਾ ਦਿੱਲੀ ਪੈਟਰਨ ਤੇ 75 ਮੁਹੱਲਾ ਕਲੀਨਿਕ ਸਥਾਪਿਤ ਕਰਾਂਗੇ ਦੇਸ਼ ਦੀ ਆਜ਼ਾਦੀ ਦੇ 75ਵੇਂ ਵਰ੍ਹੇਗੰਢ ਤੇ ਆਪਣੇ ਸਰਕਾਰੀ ਨਿਵਾਸ ਤੇ ਸਰਕਾਰੀ ਅਧਿਕਾਰੀਆਂ ਦੀ ਮੀਟਿੰਗ ਕੀਤੀ ਹੈ ਚੰਡੀਗੜ੍ਹ ਦੇ ਵਿੱਚ। ਪਰ ਸੰਗਰੂਰ ਇੱਥੇ ਜਿਹੜੇ ਜੀਟਰ ਟਰੈਕਟਰ ਵਾਲੇ ਡਾਕਟਰ ਵਿਜੇ ਸਿੰਗਲਾ ਵੀ ਆਏ ਨੇ। ਪਰ ਇਸ ਦੌਰਾਨ ਜਿਹੜਾ ਸੰਗਰੂਰ ਵਾਲਾ ਘਰ ਹੈ ਉੱਥੇ ਜਿੰਦਾਬਾਦ ਮੁਰਦਾਬਾਦ ਹੋਈ ਜਾਂਦੀ ਹੈ ਤੇ ਅੱਛਾ ਫੈਸਲਾ ਪਰ ਮੁਹੱਲਾ ਕਲੀਨਿਕਾਂ 'ਚ ਡਾਕਟਰ ਜਾਂ ਕੀ ਸਥਿਤੀ ਰਹੇਗੀ ਮੁਹੱਲਾ ਕਲੀਨਿਕਾਂ 'ਚ? ਜੀ ਸੁਰਿੰਦਰ। ਮੁਹੱਲਾ ਕਲੀਨਿਕਾਂ ਵਾਲਿਆਂ ਨੂੰ ਨਾ 5-7 ਇੰਜੈਕਸ਼ਨ 5-7 ਟੇਬਲੇਟ ਤੇ ਬਾਕੀ ਪੱਟੀਆਂ ਪੁੱਟੀਆਂ ਦੇ ਦੇਣਗੇ ਵੀ ਜੇ ਕੋਈ ਫੱਟੜ ਫੁੱਟੜ ਹੋ ਗਿਆ ਆਪੇ ਕਰ ਲਿਆ ਕਰਿਓ, ਡਾਕਟਰ ਤਾਂ ਹੈ ਨਹੀਂ ਕੋਈ। ਦੂਸਰੀ ਗੱਲ 13,000 ਪਿੰਡ ਆ ਪੰਜਾਬ ਦਾ ਤੇ 75 ਮੁਹੱਲਾ ਕਲੀਨਿਕ ਆ, ਕਿੰਨੇ ਆ ਗਏ ਉਹ ਤਾਂ ਦੱਸ ਦੇਣ। 23 ਤੇ ਜ਼ਿਲ੍ਹੇ ਨੇ, ਜ਼ਿਲ੍ਹਿਆਂ ਨੂੰ 3 ਨਹੀਂ ਹੋਣੇ, 75 ਨੂੰ ਲੋਕਾਂ ਨੇ ਚੱਟਣਾ। ਮੁਹੱਲਾ ਕਲੀਨਿਕ ਚ ਕੀ ਆ? ਚਲੋ ਸ਼ੁਰੂਆਤ ਤਾਂ ਕਰਦੇ ਆ ਵੈਸੇ ਕਿ ਨਹੀਂ ਯਾਰ? ਕਿਹੜੀ ਸ਼ੁਰੂਆਤ ਕਰਦੇ ਹੋ ਦੱਸੋ? ਮੁਹੱਲਾ ਕਲੀਨਿਕ ਚ ਆਉਂਦਾ ਕੀ ਆ? ਕੀ ਉਹਦੇ ਚ ਕੋਈ ਸਰਜਨ ਹੈਗਾ? ਸਾਡੇ 5 ਪਿੰਡਾਂ ਦੇ ਉੱਤੇ ਡਿਸਪੈਂਸਰੀ ਬਣੀ ਹੋਈ ਆ, ਉੱਥੇ ANM ਬੈਠਦੀ ਆ, ਠੀਕ ਹੈ। ਜਿਹੜਾ ਸਬ ਹੈਲਥ ਸੈਂਟਰ ਆ ਉੱਥੇ ਜਾ ਕੇ ਡਾਕਟਰ ਬੈਠਣਾ, ਉੱਥੇ GNM ਬੈਠਣੀ ਆ ਤੇ ਜਿਹੜਾ PHC ਆ ਉਹਦੇ ਚ ਆਉਣੇ ਆ ਸਾਰੇ ਦੇ ਸਾਰੇ। ਇਹ ਤਾਂ ਸਬ ਹੈਲਥ ਸੈਂਟਰ ਲੈ ਲੈ
ਤੇ ਦੂਸਰਾ ਕੀ ਕਹਿੰਦੇ ਹੁੰਦੇ ਆ ਆਪਣਾ PHCਆਂ ਲੈ ਲੀਆਂ। ਇਹ ਤਾਂ ਗੱਲਾਂ ਤੋਂ ਉੱਥੇ ਆਓ ਨਾ। ਤੁਸੀਂ ਮਹੱਲਾ ਕਲੀਨਿਕ ਤੁਸੀਂ ਇੱਕ ਨਵਾਂ ਹੀ ਸ਼ਬਦ ਕੱਢ ਕੇ ਬੈਠ ਗਏ। ਕੀ ਆ ਮਹੱਲਾ ਕਲੀਨਿਕ ਚ? ਦਿੱਲੀ ਚ ਕੀ ਆ ਹੁਣ ਤੱਕ ਦੱਸ ਦੇਣ। ਕੀ ਉੱਥੇ ਗਲੀਆਂ ਨਾਲੀਆਂ ਸਾਰੀਆਂ ਬਣੀਆਂ ਹੋਈਆਂ ਨੇ ਦਿੱਲੀ ਦੇ ਵਿੱਚ? ਪੰਜਾਬ ਚ ਵੀ ਕਹਿੰਦਾ ਘਰ ਘਰ ਰਾਸ਼ਨ ਪਹੁੰਚਾਉਣਾ, ਦਿੱਲੀ ਚ ਲੱਗੇ ਸੀ ਪਹੁੰਚਾਉਣ। ਹਾਈ ਕੋਰਟ ਨੇ ਸ਼ੀਸ਼ਾ ਦਿਖਾਤਾ। ਉਹ ਕਹਿੰਦਾ ਜਿਹੜੇ ਪਹਿਲਾਂ ਡੀਪੂ ਹੋਲਡਰ ਵੰਡ ਰਹੇ ਉਹੀ ਵੰਡਣਗੇ, ਤੁਸੀਂ ਕੌਣ ਹੁੰਦੇ ਹੋ? ਹਾਈ ਕੋਰਟ ਨੇ ਬੈਨ ਕਰਤਾ। ਇਸ ਕਰਕੇ ਐਵੇਂ ਜਾਣ ਬੁੱਝ ਕੇ ਫੈਸਲੇ ਗਲਤ ਲੈ ਰਹੇ ਆ, ਪੈਸੇ ਦੀ ਬਰਬਾਦੀ ਕਰ ਰਹੇ ਆ। ਅਖਬਾਰਾਂ 'ਚ ਐਡਾ ਲਾ ਕੇ ਸਿਰਫ ਚਮਕਾਉਣ ਤੇ ਲੱਗੇ ਹੋਏ ਆ। ਇੱਕ ਬੰਨੇ ਕਹਿੰਦੇ ਸਟੇਟ ਕੰਗਾਲ ਹੋਈ ਪਈ ਆ, ਤੇ ਫਿਰ ਪੈਸੇ ਕਿਉਂ ਫਾਲਤੂ ਖਰਚੀ ਜਾਂਦੇ ਆ? ਆਪਾਂ ਪਿੰਡਾਂ 'ਚ ਆਮ ਦੇਖਦੇ ਹੁੰਦੇ ਸੀ, ਜਦੋਂ ਕਿੱਲੇ 2 ਕਿੱਲੇ ਨੇੜੇ ਖਰੀਦ ਲੈਣੇ ਤੇ ਫਿਰ ਘਰ ਦੇ ਮੋਢੀ ਨੇ ਕਹਿਣਾ ਕਾਕਾ ਹੁਣ ਬਹੁਤਾ ਖਰਚਾ ਨਹੀਂ ਮਿਲਣਾ ਕਿਸੇ ਨੂੰ, ਚੁੱਪ ਕਰ ਜਿਓ, 2 ਫਸਲਾਂ ਨਹੀਂ ਮਿਲਣਾ ਕਿਸੇ ਨੂੰ ਕੁਝ ਵੀ, ਕਿਉਂਕਿ ਪੈਸੇ ਸਾਰੇ ਜ਼ਮੀਨ ਖਰੀਦੀ ਉਹਦੇ ਤੇ ਲੱਗ ਗਏ ਆ। ਤੇ ਫਿਰ ਇਹ ਹੁੰਦਾ ਸੀ ਯਾਰ ਗੋਲੀਆਂ ਤੇ ਟੌਫੀਆਂ ਖਰੀਦਣੀਆਂ ਹੁੰਦੀਆਂ ਸੀ ਕਿ ਯਾਰ ਇਹ ਪੰਜੀ ਦੁੱਕੀ ਵੀ ਗਈ, ਇਹ ਵੀ ਨਹੀਂ ਲੱਭਣੀ ਆਪਾਂ ਨੂੰ ਐਤਕੀ। ਇਸ ਕਰਕੇ ਆ ਕਿ ਜਦੋਂ ਇਦਾਂ ਦੀ ਹਾਲਾਤ ਹੋਵੇ ਫਿਰ ਇਹ ਖਰਚੇ ਜਿਹੜੇ ਬੰਦ ਕਰਨੇ ਬਣਦੇ ਆ। ਜੇ ਬੰਦ ਨਹੀਂ ਕਰਦੇ ਤਾਂ ਫਿਰ ਨੁਕਸਾਨ ਹੁੰਦਾ। ਪਰ ਬਦਕਿਸਮਤੀ ਖਰਚੇ ਤੁਹਾਡੇ ਜਿਹੜੇ ਉਹ ਪਹਿਲਾਂ ਨਾਲੋਂ ਵਧੇ ਹੋਏ ਆ। ਹੈਲੀਕਾਪਟਰ ਜਿਹੜਾ ਉਹ ਤੁਸੀਂ ਪਹਿਲੇ ਨਾਲੋਂ ਵੱਧ ਘਮਾਤਾ, ਚੰਡੀ ਨੂੰ ਵੀ ਕੱਟ ਗਏ ਤੁਸੀਂ, ਚਾਹੇ ਉਹ ਗੁਜਰਾਤ ਆ ਤੇ ਚਾਹੇ ਹਿਮਾਚਲ ਆ, ਘਮਾਤਾ। ਜੇ ਪਤਾ ਨਹੀਂ ਕਿੱਥੋਂ ਤੱਕ ਜਾਓਗੇ ਕੋਈ ਸਮਝ ਹੀ ਨਹੀਂ। ਮੈਂ ਤਾਂ ਦੇਖਦਾ ਸੀ ਪੰਜਾਬ ਵਾਲਿਆਂ ਦੀਆਂ ਪੋਸਟਾਂ ਪਈਆਂ, ਜਿਹੜਾ ਪੰਜਾਬ ਦੇ ਵਿੱਚ ਇਹਨਾਂ ਦਾ ਅਸੈਂਬਲੀ ਸੈਗਮੈਂਟ ਤੇ ਵੀ ਬੰਦੇ ਬੈਠੇ ਨੇ ਉਹਨਾਂ ਨੂੰ ਕਿਸੇ ਨੂੰ ਹਿਮਾਚਲ ਚੜਾਤਾ, ਕਿਸੇ ਨੂੰ ਗੁਜਰਾਤ ਚੜਾਤਾ। ਚਲੋ ਜੀ ਗੁਜਰਾਤ ਮਿਸ਼ਨ ਤੇ, ਚਲੋ ਜੀ ਹਿਮਾਚਲ ਮਿਸ਼ਨ ਤੇ। ਉਹ ਪੋਸਟਾਂ ਪਾਈ ਜਾਂਦੇ ਉੱਥੇ ਜਾ ਕੇ। ਕੰਪੇਨ ਕਰੋ ਜੀ ਉੱਥੇ, ਉਹਨਾਂ ਨੂੰ ਦੱਸੋ ਪੰਜਾਬ 'ਚ ਆਮ ਆਦਮੀ ਪਾਰਟੀ ਨੇ ਕੀ ਕੀ ਕੰਮ ਕਰ ਦਿੱਤੇ ਆ। ਸਾਨੂੰ ਤਾਂ ਲੱਭਿਆ ਨਹੀਂ ਅੱਜ ਤੱਕ। ਰੰਗ ਰੋਗ ਨਹੀਂ ਕਰ ਦਿੰਦੇ। ਕਈ ਵਾਰੀ ਕੀ ਹੁੰਦੀ ਉਹ ਕੁੱਲੀ ਜੀ ਬਣਾਈ ਹੁੰਦੀ ਨਾ, ਕਿਸੇ ਨੇ ਛੰਨ ਬਣਾਈ ਹੁੰਦੀ, ਕਿਸੇ ਨੇ ਢਾਰਾ ਬਣਾਇਆ ਹੁੰਦਾ ਸੀ ਉਹ ਕਾਨਿਆਂ ਕੂਨਿਆਂ ਦਾ। ਉਹ ਲੋਕ ਕਹਿੰਦੇ ਸੀ ਚਲੋ ਏਦਾਂ ਕਰੋ ਜੀ ਇਹਨਾਂ ਨੂੰ ਨਾ ਥੱਲੇ ਵੀ ਪੋਚਾ ਫੇਰ ਦਿਓ, ਸਾਈਡਾਂ ਤੋਂ ਵੀ 2-2 3-3 ਫੁੱਟ ਤੱਕ ਮਿੱਟੀ ਜੀ ਚੜਾ ਦਿਓ, ਜਰਾ ਕੋ ਮਜ਼ਬੂਤ ਹੋਇਆ ਰਹੂਗਾ। ਕੋਈ ਓਦਾਂ ਦਾ ਹੀ ਕੰਮ ਕਰ ਦਿੰਦੇ। ਕੀਤਾ ਕੱਖ ਨਹੀਂ ਸਿਵਾਏ ਐਡਾਂ ਦੇਣ ਤੋਂ, ਤੇ ਐਡਾਂ ਦੇ ਸਿਰ ਤੇ ਸਾਰਾ ਕੁਝ ਚਲਾਉਣਾ ਚਾਹੁੰਦੇ। ਏਦਾਂ ਬਹੁਤਾ ਲੰਬਾ ਸਮਾਂ ਜਿਹੜਾ ਉਹ ਨਹੀਂ ਚੱਲਣਾ ਜੀ। 2 ਖਬਰਾਂ ਨੇ ਸੰਖੇਪ ਦੇ ਵਿੱਚ। ਉਧਰ ਲਾਲੂ ਪ੍ਰਸ਼ਾਦ ਹੁਣ ਉਹਦੇ ਚ ਪਤਾ ਨਹੀਂ ਕਿੰਨਾ ਕੁ ਗਊ ਮਾਤਾ ਨੇ ਸ਼ਰਾਬ ਦੇਣਾ, ਪਰ ਸ਼ਰਾਬ ਕੁਛ ਨਹੀਂ। ਸ਼ਰਾਬ ਤਾਂ ਇਹੀ ਹੈ ਕਿ ਇਹਨਾਂ ਦਾ ਰੱਥ ਰੋਕਿਆ ਸੀ, ਕਹਿੰਦਾ ਸੀ ਮੈਂ ਧਰਮ ਦੇ ਨਾਂ ਤੇ ਗੁੰਡਾਗਰਦੀ ਨਹੀਂ ਕਰਨ ਦਊਂਗਾ, ਤੇ ਦੀਵਾਨੀ ਦਾ ਰੱਥ ਰੋਕਿਆ ਸੀ। ਉਹੀ ਰੜਕਾਂ ਠੀਕ ਹੈ, ਕਰਪਸ਼ਨ ਕੀਤੀ ਹੈ ਉਹਦੀ ਵੀ ਸਜ਼ਾ। ਪਰ ਹੁਣ CBI ਨੇ ਉਹਦੇ 16 ਟਿਕਾਣਿਆਂ ਤੇ ਛਾਪਾ ਮਾਰਿਆ। ਸੋ ਨੌਕਰੀ ਬਦਲੇ ਜ਼ਮੀਨ ਲੈਣ ਮਾਮਲੇ 'ਚ ਲਾਲੂ ਤੇ ਰਾਬੜੀ ਤੇ 2 ਬੇਟੀਆਂ ਤੇ ਵੀ FIR ਹੈ। ਤੇ ਉਧਰ ਗਿਆਨ ਵਾਪੀ ਮਸਜਿਦ ਨੂੰ ਲੈ ਕੇ ਜਿਹੜਾ ਕੋਰਟ ਰੂਮ ਦੇ ਵਿੱਚ ਸੁਪਰੀਮ ਕੋਰਟ 'ਚ ਡਰਾਮਾ ਹੋਇਆ। 2 ਵਕੀਲ ਆਪਸ ਦੇ ਵਿੱਚ ਭਿੜੇ ਨੇ, ਪਰ ਇਸ ਮਾਮਲੇ ਦੇ ਵਿੱਚ ਜਿਹੜੀ ਗਿਆਨ ਵਾਪੀ ਮਸਜਿਦ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦਾ ਆਦੇਸ਼ ਹੈ ਕਿ ਬਨਾਰਸ ਦੀ ਜ਼ਿਲ੍ਹਾ ਜੱਜ 8 ਹਫ਼ਤੇ ਦੇ ਵਿੱਚ ਸੁਣਵਾਈ ਪੂਰੀ ਕਰੇ ਤੇ ਨਮਾਜ਼ ਜਾਰੀ ਰਹੇਗੀ ਤੇ ਸ਼ਿਵਲਿੰਗ ਦੇ ਦਾਅਵੇ ਵਾਲੀ ਜਗ੍ਹਾ ਨੂੰ ਸੁਰੱਖਿਅਤ ਰੱਖਿਆ ਕਰੇ। ਜਾਨੀ ਫਾਸਟ ਟਰੈਕ ਤੇ ਇਹ ਕੰਮ ਹੋਇਆ। ਸੋ 17 ਮਈ ਦੇ ਆਦੇਸ਼ 'ਚ ਜਿਹੜੀਆਂ 3 ਚੀਜ਼ਾਂ ਨੇ ਉਹਦੇ ਵਿੱਚ ਇਹ ਹੋਰ ਮੈਂਡ ਕਰਤੀ ਕਿ 8 ਹਫ਼ਤਿਆਂ 'ਚ ਸੁਣਵਾਈ ਤੁਸੀਂ ਕੰਪਲੀਟ ਕਰੋ। ਟਾਈਮ ਬਾਉਂਡ ਹੋ ਗਿਆ ਤੇ 8 ਹਫ਼ਤੇ ਟਾਈਮ ਬਾਉਂਡ ਹੋ ਗਿਆ। ਵੈਸੇ ਇਸ ਤਰ੍ਹਾਂ ਦੇ ਮਸਲੇ ਸੈਂਸਿਟਿਵ ਨੇ। ਸੁਰਿੰਦਰਵੀਰ, ਸੁਪਰੀਮ ਕੋਰਟ ਬਨਾਰਸ ਦੀ ਜ਼ਿਲ੍ਹਾ ਜੱਜ ਨੂੰ, ਜਿਹੜਾ ਪ੍ਰਧਾਨ ਮੰਤਰੀ ਸਾਹਿਬ ਦਾ ਹਲਕਾ ਹੈ, ਉਹਨੂੰ ਟਾਈਮ ਬਾਉਂਡ ਦੇਣ ਦਾ 8 ਹਫ਼ਤੇ ਕਿ ਐਡਾ ਕੋਈ ਸੈਂਸਿਟਿਵ ਕੇਸ ਹੈ ਕਿ 8 ਹਫ਼ਤੇ 'ਚ ਸੁਣਵਾਈ ਪੂਰੀ ਕਰੋ, ਜਾਂ ਇਹ ਹੈ ਕਿ ਫਟਾਫਟ ਕੰਮ ਨਿਬੇੜ ਦਿਓ ਫਾਸਟ ਟਰੈਕ ਤੇ, ਨਮਾਜ਼ ਵੀ ਜਾਰੀ ਰਹੇ ਤੇ ਸ਼ਿਵਲਿੰਗ ਵਾਲੀ ਜਗ੍ਹਾ ਵੀ ਸੁਰੱਖਿਅਤ ਰਹੇ। 8 ਹਫ਼ਤਿਆਂ ਦਾ ਟਾਈਮ ਬਾਉਂਡ ਦੇਣਾ ਕੀ ਮਾਨੇ ਰੱਖਦੇ ਹੋ ਕਿ 24 ਤੋਂ ਪਹਿਲਾਂ ਦੱਬੀ ਚਲੋ ਕੰਮ? ਦੇਖੋ ਇਹ ਆ ਕਿ 8 ਹਫ਼ਤਿਆਂ 'ਚ ਉਹਨਾਂ ਨੂੰ ਕਿਹਾ 2 ਨਹੀਂ ਮਹੀਨੇ ਲਾਉਣਗੇ ਤੇ 3 ਲਾ ਦੇਣਗੇ। 3 'ਚ ਫੈਸਲਾ ਉਹ ਸੁਣਾ ਦੇਣਗੇ। ਫਿਰ ਉਹਦੀ ਅਪੀਲ ਜਾਏਗੀ ਹਾਈ ਕੋਰਟ ਜਾਏਗੀ, ਹਾਈ ਕੋਰਟ ਨੂੰ ਵੀ ਟਾਈਮ ਬਾਉਂਡ ਕਰ ਦੇਣਗੇ। ਫਿਰ ਸੁਪਰੀਮ ਕੋਰਟ ਆਏਗੀ, ਚੌਕੀ ਜਾਂਦੀ ਉਹ ਉੱਥੇ ਜਾ ਕੇ ਆਪਣੀ ਬਣਾ ਲੈਣੇ, ਮੰਦਰ ਨੂੰ ਦੇ ਦਿਓ ਗਲਤ ਕੰਮ। ਫਿਰ ਉਹਦੇ ਬਾਅਦ ਮਸਰੇ ਵੱਲ ਨੂੰ ਆ ਜਾਣਗੇ, ਫਿਰ ਆਗਰੇ ਵੱਲ ਨੂੰ ਤਾਜ ਮਹਿਲ ਨੂੰ ਚੱਲ ਪੈਣਗੇ, ਤੇ ਫਿਰ ਉਹਦੇ ਬਾਅਦ ਕੁਤਬ ਮੀਨਾਰ ਵੱਲ ਨੂੰ। ਇਹ ਤੇ ਏਦਾਂ ਹੀ ਚੱਲਣਾ ਕੰਮ। ਇਹ ਤਾਂ ਚੋਣਾਂ ਵੀ ਇਸੇ ਦੇ ਸਿਰ ਤੇ ਜਿੱਤਣੀਆਂ ਨੇ। ਜਦੋਂ ਜਿਹਦੇ ਸਿਰ ਤੇ ਚੋਣਾਂ ਜਿੱਤੀਆਂ ਤੇ ਫਿਰ ਉਹੀ ਕੁਝ ਹੋਣਾ ਨਾ, ਟਾਈਮ ਬਾਉਂਡ ਹੀ ਹੋਣਾ।
ਪਹਿਲਾਂ ਅਗਲੇ ਬਾਬਰੀ ਮਸਜਿਦ ਤੋਂ ਕਹਿੰਦੇ ਬਹੁਤ 1992 ਦੀ ਢਾਈ ਇੰਨਾ ਲੰਬਾ ਸਮਾਂ ਕੱਟ ਲਿਆ, ਉਹ ਕਹਿੰਦੇ ਹੁਣ ਤਾਂ ਅਸੀਂ ਇੰਨਾ ਕੱਟਣਾ ਹੀ ਨਹੀਂ। ਹੁਣ ਤਾਂ ਅਸੀਂ ਜਿਹੜਾ ਕੰਮ ਮਹੀਨਿਆਂ 'ਚ ਜਿਹੜਾ ਸਾਲਾਂ 'ਚ ਮਤਲਬ ਸਾਲ ਵੀ 2 ਨਹੀਂ ਲਾਉਣੇ। ਕਹਿੰਦੇ ਜਿੱਦਾਂ ਹੁਣ ਡਿਸਟ੍ਰਿਕਟ ਕੋਰਟ ਨੂੰ ਗਿਆ, ਹਾਈ ਕੋਰਟ ਤੇ ਸੁਪਰੀਮ ਕੋਰਟ, ਸਾਰਾ ਕੁਝ ਜਿਹੜਾ ਉਹਨਾਂ ਨੇ ਸਾਲ 6 ਮਹੀਨੇ 'ਚ ਕੰਮ ਕਰਕੇ ਪਾਸੇ ਮਾਰਨਾ, ਉਹਨਾਂ ਕਹਿਣਾ ਜਾਓ ਜੀ ਇਹਦੇ ਬਾਅਦ ਕੋਈ ਅਪੀਲ ਹੀ ਨਹੀਂ, ਤੇ ਫਿਰ ਆਪਣੇ ਆਪ ਪਿੰਡ ਬੋੜੀ ਚੱਕੀ ਜਾਣੀ। ਉਹ ਤਾਂ ਹੈ ਹੀ ਆ ਸੁਰਿੰਦਰ ਵੀਰ, ਫੌਜੀਆਂ ਦੀ ਬਲੀ, ਸਿਪਾਹੀਆਂ ਦੀ ਬਲੀ। ਤੁਸੀਂ ਵੇਖੋ ਪੁਲਵਾਮਾ ਅਟੈਕ ਚੋਂ ਪੋਲਿਟਿਕਸ ਨਿਕਲਦੀ ਹੈ, ਅਹੁਦੇ ਨਿਕਲਦੇ ਨੇ। ਰਿਪੋਰਟ ਹਿਲਾਉਣ ਵਾਲੀ ਆ BSF ਦੇ ਉੱਤੇ ਦੋਸ਼ ਵੀ ਲੱਗਦੇ ਨੇ, ਪਹਿਲਾਂ ਅਕਾਲੀ BJP ਸਰਕਾਰ ਨੇ ਲਾਏ ਸੀ ਤੇ ਹੁਣ ਹਰਜੋਤ ਬੈਂਸ ਨੇ ਲਾਏ ਨੇ। ਪਰ ਘੱਟੋ ਘੱਟ ਇਹਨਾਂ ਦੀ ਸਥਿਤੀ ਵੀ ਵੇਖੋ ਕਿ ਉੱਥੇ ਬਾਰਡਰਾਂ ਦੇ ਹਾਲਾਤ ਕੀ ਨੇ। ਇਹਨਾਂ ਦੀ ਦਾਲ ਰੋਟੀ ਜੋ ਖਾਂਦੇ ਨੇ ਉਹ 'ਚ ਸੁੰਡ ਕੀੜੇ ਇਹ ਵੀ ਦਿਖਾਉਂਦੇ ਨੇ। ਤੇ 20 ਘੰਟੇ ਡਿਊਟੀ ਹੈ। BSF ਦੇ ਵਿੱਚ 5 ਸਾਲਾਂ 'ਚ 21,000 BSF ਦਾ ਜਵਾਨ ਨੌਕਰੀਆਂ ਛੱਡ ਗਿਆ, ਪ੍ਰੀ ਮੈਚੁਰ ਰਿਟਾਇਰਮੈਂਟ ਲੈ ਗਿਆ। ਕਹਿੰਦੇ ਭੁੱਲ ਕੇ ਵੀ ਗਲਤੀ ਨਾ ਕਰੋ BSF 'ਚ ਜਾਣ ਦੀ, ਫੌਜ 'ਚ ਜਾਣ ਦੀ। 16 ਘੰਟੇ ਡਿਊਟੀ ਹੈ, 20 ਸਾਲ ਬਾਅਦ ਪ੍ਰਮੋਸ਼ਨ ਮਿਲਦੀ ਹੈ ਤੇ ਟਾਇਲਟ ਜਾਣ ਵਾਸਤੇ ਵੀ ਲਾਈਨ ਬੰਨ ਕੇ ਖੜਨਾ ਪੈਂਦਾ, ਪਤਾ ਨਹੀਂ ਕਦੋਂ ਕਿਹਦਾ ਨੰਬਰ ਲੱਗੇ ਤੇ ਇੰਨੇ ਨੂੰ ਇਹ ਨਹੀਂ ਪਤਾ ਕਿ ਗੋਲੀ ਕਿੱਧਰੋਂ ਆ ਜੇ। 2016 ਤੋਂ ਲੈ ਕੇ 2020 ਤੱਕ ਇਹ ਰਿਕਾਰਡ ਟੁੱਟ ਗਿਆ ਕਿ ਬਾਰਡਰ ਸਿਕਿਉਰਿਟੀ ਫੋਰਸ ਦੇ ਵਿੱਚ BSF ਦੇ ਵਿੱਚ 20,249 ਜਵਾਨ ਵੋਲੰਟਰੀ ਰਿਟਾਇਰਮੈਂਟ ਲੈ ਗਏ ਨੇ। 1708 ਬੰਦੇ ਰਿਜ਼ਾਈਨ ਕਰ ਗਏ ਨੇ। ਬੀਤੇ 10 ਵਰ੍ਹਿਆਂ ਦੇ ਦੌਰਾਨ ਸੈਂਟਰਲ ਆਰਮਡ ਪੁਲਿਸ ਫੋਰਸ CAPRPF, ਜਿਸ ਦੇ ਵਿੱਚ BSF ਵੀ ਸ਼ਾਮਲ ਹੈ, ਉਸ ਦੇ 1200 ਜਵਾਨਾਂ ਨੇ ਸੁਸਾਈਡ ਕੀਤਾ ਹੈ। ਮਤਲਬ ਇੰਨੇ ਫਿਜ਼ੀਕਲ ਫਿੱਟ, ਤਨਖਾਹਾਂ ਮਿਲਦੀਆਂ ਪਰ ਪਰਿਵਾਰਾਂ ਤੋਂ ਦੂਰ, ਛੁੱਟੀਆਂ ਨਾ ਮਿਲਣਾ, ਹਰ ਵਕਤ ਮੌਤ ਦਾ ਸਾਇਆ, ਅਫਸਰਾਂ ਦਾ ਸ਼ੋਸ਼ਣ, ਸਿਸਟਮ ਦਾ ਸ਼ੋਸ਼ਣ, ਗੁਲਾਮੀ। ਤੁਸੀਂ ਵੇਖੋ ਕਿ ਉਹ ਪੰਜਾਬ ਦੀ ਕੁੜੀ ਸੀ, ਉਹਦੇ 'ਚ ਉਹ ਮੁੰਡਾ ਉਹਨੂੰ ਕਹਿੰਦਾ BSF ਵਾਲਾ ਕੋਈ ਜਵਾਨ ਕਹਿੰਦਾ ਮੈਨੂੰ 2 ਸਾਲ ਹੋ ਗਏ ਮੈਂ ਔਰਤ ਨਹੀਂ ਵੇਖੀ, ਮੈਂ ਤੈਨੂੰ ਹੰਡਾਉਣਾ ਚਾਹੁੰਦਾ। ਤੇ ਉਹ ਇੰਸਪੈਕਟਰ ਸੀ ਕੁੜੀ ਚੰਡੀਗੜ੍ਹ ਦੀ, ਉਹ ਭੱਜ ਕੇ ਆਈ ਹੈ। ਤੇ ਫਿਰ ਇਹ ਜਵਾਨ ਰੇਪ ਵੀ ਕਰਦੇ ਨੇ, ਜਿਹੜਾ ਕਨਈਏ ਨੇ ਕਿਹਾ ਸੀ। ਤੇ ਫਿਰ ਹਾਲਾਤ ਕੀ ਸੀ ਤੁਸੀਂ ਵੇਖੋ ਕਿ ਜੇ ਅਫਸਰ ਨੂੰ ਇਹ ਕਹਿੰਦਾ ਕਿ ਮੈਨੂੰ 2 ਸਾਲ ਹੋ ਗਏ ਮੈਂ ਫੀਮੇਲ ਚੈੱਕ ਦੇਖੀ ਵੀ ਨਹੀਂ ਕਿਤੇ, ਮੈਂ ਪਾਗਲ ਹੋਇਆ ਪਿਆ। ਉਸ ਤੋਂ ਬਾਅਦ ਉਹਨਾਂ ਦੋਨਾਂ ਅਫਸਰਾਂ ਨੇ ਜੀਪ 'ਚ ਆਪਣੇ ਆਪ ਨੂੰ ਬੰਦ ਕਰਕੇ ਰਾਤ ਕੱਟੀ ਸੀ। ਪਰ ਅੰਕੜੇ ਨੇ ਕਿ ਕਿਉਂ ਨਹੀਂ ਉਹਨਾਂ ਨੂੰ ਰਿਲੈਕਸੇਸ਼ਨ ਮਿਲਦੀ, ਕਿਉਂ ਇੰਨੀ ਗੁਲਾਮੀ ਉਹਨਾਂ ਤੋਂ ਕਰਾਈ ਜਾਂਦੀ ਹੈ, ਤੇ ਜਦੋਂ ਬਲੀ ਲੈਣੀ ਹੈ ਤੇ ਚਾੜ ਦੋ ਗੱਡੀ। ਇਹ ਅੰਕੜੇ ਡਰਾਉਣ ਵਾਲੇ ਨੇ ਕਿ ਜਿਨ੍ਹਾਂ ਤੇ ਦੇਸ਼ ਖੜਾ ਹੈ, ਜਿਨ੍ਹਾਂ ਤੇ ਦੇਸ਼ ਫਖਰ ਕਰਦਾ ਹੈ, ਉਹਨਾਂ ਦੇ ਨਾਲ ਅਜਿਹਾ ਕਿਉਂ। ਸੋ ਇਸ ਦੌਰਾਨ ਇਹ ਜਿਹੜੇ ਅੰਕੜੇ ਹੈਰਾਨ ਕਰਦੇ ਨੇ ਕਿ 5 ਸਾਲਾਂ ਦੇ ਦੌਰਾਨ ਮੋਦੀ ਸਾਹਿਬ, ਇਹ ਵੀ 70 ਸਾਲ 'ਚ ਪਹਿਲੀ ਵਾਰੀ ਹੋ ਰਿਹਾ ਕਿ 5 ਸਾਲਾਂ ਦੇ ਦੌਰਾਨ 21,000 BSF ਦਾ ਜਵਾਨ ਛੁੱਟੀ ਕਰ ਗਿਆ, ਪ੍ਰਮੋਸ਼ਨ ਲੈ ਗਿਆ। ਸੁਰਿੰਦਰ ਕਾਲ ਲੈਣਾ, ਇਸ ਤੋਂ ਬਾਅਦ ਸਮਾਪਤੀ ਕਰਾਂਗੇ, ਅੱਜ ਨਿਬੇੜਾਂਗੇ ਜਲਦੀ। ਜਗਦੇਵ ਸਿੱਧੂ ਬਾਈ ਜੀ ਸੰਖੇਪ 'ਚ ਵੈਲਕਮ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਜਿਹੜੇ ਮਹੱਲਾ ਕਲੀਨਿਕ ਗੱਲ ਕਰਨ ਲੱਗਿਆ ਵੀ ਇਹ ਕਿਤੇ ਬਣਾਉਣੇ ਆ, ਅਸੀਂ 70 ਜਾਂ 75 ਬਣਾਉਣੇ ਆ, ਤੇ ਜਿਹੜੀਆਂ ਪਹਿਲਾਂ ਡਿਸਪੈਂਸਰੀਆਂ ਬਣੀਆਂ ਹੋਈਆਂ ਉਹਨਾਂ ਦੇ ਵਿੱਚ ਮਤਲਬ ਜਿਹੜਾ ਕੋਈ ਬਹਿੰਦੇ ਆ ਉਹ ਵੈਲ ਐਜੂਕੇਟਡ ਹੈਗੇ ਆ, ਮਤਲਬ ਵੀ ਉਹਨਾਂ ਦੇ ਹਾਲਾਤ ਜਿੰਨਾ ਇਹਨਾਂ 70 ਦੇ ਖਰਚਾ ਕਰਨਾ ਵਾ ਤੇ ਉਹੀ ਉਹਨਾਂ ਤੇ ਮੈਡੀਕਲ ਮਤਲਬ ਦਵਾਈਆਂ ਦੇ ਉਹਨਾਂ ਦੇ ਹਾਲਾਤ ਸੁਧਾਰ ਲੈਣ। ਉਹਨਾਂ ਨੇ ਕਰਨਾ ਨਹੀਂ ਕਿ ਦੂਜਿਆਂ ਨੇ ਬਣਾਏ ਹੋਏ ਆ, ਅਸੀਂ ਆਪਣਾ ਮਹੱਲਾ ਕਲੀਨਿਕ ਬਣਾਉਣਾ, ਚਾਹੇ ਉਹਦੇ 'ਚ ਕੱਖ ਨਾ ਹੋਵੇ। ਨਵਾਂ ਨਾ ਕਰਨਾ, ਬ੍ਰਾਂਡਿੰਗ ਕਰਨੀ ਹੈ। ਥੈਂਕ ਯੂ। ਨਵਾਂ ਨਾ ਕਰਨਾ ਜੀ। ਥੈਂਕ ਯੂ। ਬਿਲਕੁਲ ਉਹਨੂੰ ਅਪਡੇਟ ਕੀਤਾ ਜਾ ਸਕਦਾ, ਉਹਨਾਂ ਡਿਸਪੈਂਸਰੀ ਨੂੰ ਮਹੱਲਾ ਕਲੀਨਿਕ ਬਣਾ ਦਿਓ। ਖੈਰ ਸੁਰਿੰਦਰ ਵੀਰ, ਇਹ ਜਿਹੜੇ ਬਾਰਡਰ ਸਿਕਿਉਰਿਟੀ ਫੋਰਸ BSF ਦੇ ਜਿਹੜੇ ਹਾਲਾਤ ਨੇ, ਜੋ ਦੇਸ਼ ਦੀਆਂ ਸਰਹੱਦਾਂ ਤੇ ਜਾਨ ਵਾਰਦੇ ਨੇ, ਜੌਬਾਂ ਛੱਡ ਕੇ ਲੋਕ ਘਰਾਂ ਨੂੰ ਆ ਗਏ ਨੇ, ਰਿਜ਼ਾਈਨ ਕਰਕੇ ਲੋਕ ਘਰਾਂ ਨੂੰ ਆ ਗਏ ਨੇ, ਇੱਥੇ ਖੜਾ ਦੇਸ਼। ਜੀ ਸੁਰਿੰਦਰ ਵੀਰ। BSF ਦੀ ਨਾ ਕਰੋ, ITBP ਨੂੰ ਲੈ ਲਓ, ਆਰਮੀ ਨੂੰ ਲੈ ਲਓ, ਸਭ ਦਾ ਇੱਕੋ ਹੀ ਹਾਲ ਆ। ਜਿੰਨੀਆਂ ਸੈਂਟਰ ਗੌਰਮੈਂਟ ਦੀਆਂ ਫੋਰਸਾਂ ਨੇ, ਉਹਦੀ ਪ੍ਰੋਬਲਮ ਕੀ ਹੈ ਕਿ ਪੂਰੇ ਕੰਟਰੀ ਦੇ ਵਿੱਚੋਂ ਉਹਦੇ 'ਚ ਭਰਤੀ ਆ। ਸਟੇਟ ਦਾ ਸਰ ਜਾਂਦਾ, ਸਟੇਟ 'ਚ ਇਹ ਹੁੰਦਾ ਕਿ ਚਲੋ ਡਿਸਟ੍ਰਿਕਟ ਨਹੀਂ ਹੈ, ਨਾਲ ਦੇ ਡਿਸਟ੍ਰਿਕਟ 'ਚ ਕਿਤੇ ਨਾ ਕਿਤੇ ਤਾਂ ਵਿਅਕਤੀ ਬੈਠਾ ਹੀ ਹੈ ਨਾ, ਉੱਥੇ ਸਰ ਜਾਂਦਾ, ਉੱਥੇ ਸਾਰਾ ਕੁਛ ਆ। ਆਪਾਂ ਨੂੰ ਪਤਾ ਜਦੋਂ ਖਾਣੇ ਦਾ ਰੌਲਾ ਪਿਆ, ਜਿਹੜੇ ਉਸ ਮੁਲਾਜ਼ਮ ਨੇ ਮਤਲਬ ਉਸ ਸਿਪਾਹੀ ਨੇ ਉਹ ਸਾਰੀ ਵੀਡੀਓ ਵਾਇਰਲ ਕੀਤੀ ਸੀ ਵੀ ਆਹ ਦੇਖ ਲਓ, ਆਹ ਸਬਜ਼ੀ ਤੇ ਦਾਲ ਸਾਨੂੰ ਮਿਲਦੀ ਆ, ਆਹ ਰੋਟੀ ਮਿਲਦੀ, ਅਸੀਂ ਕੀ ਕਰੀਏ। ਉਹ ਵਿਚਾਰੇ ਦਾ ਕੋਰਟ ਮਾਰਸ਼ਲ ਕਰਤਾ, ਨੌਕਰੀ ਤੋਂ ਕੱਢ ਕੇ ਬਾਹਰ ਮਾਰਿਆ। ਠੀਕ ਹੈ, ਉਹ ਵਿਚਾਰਾ ਰੋਂਦਾ ਫਿਰਦਾ, ਨੌਕਰੀ ਵੀ ਗਈ। ਸਿਰਫ ਇੰਨਾ ਕੁਝ ਕਹਿਣ ਤੇ ਸਰਕਾਰ ਜਰ ਨਹੀਂ ਸਕੀ।
ਉਹ ਕੋਰਟ ਗਿਆ, ਕੋਰਟ ਨੇ ਕੋਈ ਰਿਲੀਫ ਨਹੀਂ ਦਿੱਤੀ ਉਸ ਵਿਅਕਤੀ ਨੂੰ। ਕੋਰਟ ਕਹਿੰਦੀ ਇਹ ਆਰਮੀ ਦਾ ਮਸਲਾ, ਅਸੀਂ ਆਰਮੀ ਦੇ ਕਿਸੇ ਵੀ ਮਾਮਲੇ 'ਚ ਦਖਲ ਨਹੀਂ ਦੇ ਸਕਦੇ। ਹੁਣ ਦੇਖੋ, ਜੇ ਸੱਚ ਬੋਲਿਆ ਤੇ ਸੱਚ ਦੀ ਉਹਨੂੰ ਸਜ਼ਾ ਸੁਣਾ ਦਿੱਤੀ ਤੁਸੀਂ। ਇਸ ਕਰਕੇ ਸਾਰੀਆਂ ਫੋਰਸਾਂ 'ਚ ਇਹੀ ਕੁਛ ਆ। ਤੁਸੀਂ ਇੱਥੋਂ ਤੱਕ ਦੇਖੋ ਕਿ 2008 'ਚ ਇੱਕ ਮਸਲਾ ਆਇਆ ਸੀ, ਇੱਕ ਜਿਹੜੇ ਕਮਿਸ਼ਨ ਮਿਲਦਾ ਡਾਇਰੈਕਟ, ਜਿਸ 'ਚ ਕਮਿਸ਼ਨ 'ਚ ਹੁੰਦਾ ਲੈਫਟੀਨੈਂਟ ਕਰਨਲ ਵਗੈਰਾ ਦੀ ਜਿਹੜੀ ਭਰਤੀ ਹੁੰਦੀ ਆ, ਉਹਦੇ 'ਚ ਕੀ ਆ ਕਿ ਡਾਇਰੈਕਟ ਕਮਿਸ਼ਨ ਮਿਲ ਗਿਆ। ਕਮਿਸ਼ਨ 'ਚ ਜਿਹੜੀਆਂ ਲੜਕੀਆਂ ਉਹਦੇ 'ਚ ਆਰਮੀ 'ਚ ਕਮਿਸ਼ਨ ਲੈਣ 'ਚ ਕਾਮਯਾਬ ਹੋ ਗਈਆਂ, ਸਿਲੈਕਸ਼ਨ ਹੋ ਗਈ, ਉਹਨਾਂ ਦਾ ਮੈਡੀਕਲ ਹੋਣਾ ਸੀ, ਉੱਥੇ ਲੇਡੀ ਡਾਕਟਰ ਨਹੀਂ ਆ ਕੋਈ ਵੀ। ਉਹਨਾਂ ਕਿਹਾ ਕਿ ਅਸੀਂ ਸਾਡਾ ਮੈਡੀਕਲ ਤਾਂ ਲੇਡੀ ਡਾਕਟਰ ਕਰੇ। ਕਹਿੰਦੇ ਨਹੀਂ ਜੀ, ਜੈਂਟਸ ਤੋਂ ਕਰਾਉਣਾ ਪਊਗਾ। ਉਹਨਾਂ ਵਿਰੋਧ ਕੀਤਾ ਤੇ ਵਿਰੋਧ ਕਰਨ ਦੇ ਬਾਵਜੂਦ ਫੇਰ ਜਾ ਕੇ ਜਦੋਂ ਕਿਰਕਰੀ ਹੋਈ ਸਰਕਾਰ ਦੀ, ਤਾਂ ਫਿਰ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਲੇਡੀ ਡਾਕਟਰ ਨਹੀਂ ਹੈ, ਅਸੀਂ ਨਾ ਲੇਡੀ ਡਾਕਟਰ ਜਿਹੜੀ ਆ ਬਾਹਰੋਂ ਕੋਈ ਮੰਗਾ ਕੇ ਉਹਦੇ ਤੋਂ ਕਰਵਾ ਦਿੰਦੇ ਆ, ਕਿਉਂਕਿ ਸਰਕਾਰ ਦੀ ਕਿਰਕਰੀ ਹੋਈ। ਤੇ ਜਦੋਂ ਉਹਨੂੰ ਸਾਰੇ ਕੇਸ ਨੂੰ ਫਰੋਲਿਆ ਗਿਆ ਤਾਂ ਪਤਾ ਲੱਗਿਆ ਕਿ ਇਸ ਤੋਂ ਪਹਿਲਾਂ ਜਿੰਨੀਆਂ ਵੀ ਭਰਤੀ ਹੋਈ ਸੀ, ਜਿਨ੍ਹਾਂ ਨੂੰ ਕਮਿਸ਼ਨ ਮਿਲਿਆ ਸੀ, ਉਹ ਸਾਰਿਆਂ ਦੇ ਮੈਡੀਕਲ ਜਿਹੜੇ ਸੀ ਉਹ ਜੈਂਟਸ ਸੀ ਡਾਕਟਰ, ਉਹਨਾਂ ਨੇ ਕੀਤੇ। ਯਾਨੀ ਕਿ ਜਿੱਥੇ ਕੋਈ ਵਿਰੋਧ ਕਰਦਾ ਉੱਥੇ ਕਈ ਵਾਰੀ ਵਿਰੋਧ ਦਾ ਫਿੱਟ ਵੀ ਬੈਠ ਜਾਂਦਾ ਤੇ ਬਹੁਤਿਆਂ ਦੀ ਛੁੱਟੀ ਵੀ ਹੋ ਜਾਂਦੀ। ਉਹ ਲੜਕੀ ਦਾ ਕਰਨਾਜੀਤ ਕੌਰ ਆ ਜਿਹੜੀ, ਉਹ ਵੀ ਮੇਰੇ ਖਿਆਲ ITBP 'ਚ ਸੀਗੀ, ਜਿਹੜੀ ਉਹ ITBP 'ਚ ਸੀ, ਚੰਡੀਗੜ੍ਹ ਦੀ ਕੁੜੀ ਸੀ ਉਹ। ਦਾ ਰੌਲਾ ਪਿਆ ਸੀਗਾ, ਰਾਤ ਨੂੰ ਉਹਦੀ ਜਗ੍ਹਾ ਜਿਹੜੀ ਸੁਰੱਖਿਅਤ ਨਹੀਂ ਸੀਗੀ, ਜਿੱਥੇ ਕੁਝ ਜਵਾਨ ਜਿਹੜੇ ਸੀਗੇ ਉਹਨਾਂ ਦੇ ਕੁਆਟਰ 'ਚ ਘੁਸ ਗਏ ਸੀ ਆ ਕੇ। ਤੇ ਅੱਜ ਕੱਲ ਉਹ ਹਾਈ ਕੋਰਟ 'ਚ ਪ੍ਰੈਕਟਿਸ ਕਰਦੀ ਆ, ਨੌਕਰੀ ਛੱਡ ਕੇ ਆ ਗਈ ਹੈ। ਇਸ ਕਰਕੇ ਇਹ ਕਿ ਜਦੋਂ ਸਰਕਾਰਾਂ ਦਾ ਸਿਸਟਮ ਖੁਦ ਦਾ ਸਹੀ ਨਾ ਹੋਵੇ ਤੇ ਫਿਰ ਇਹੀ ਕੁਝ ਵਾਪਰਦਾ ਜਿਹੜਾ ਕੁਝ ਹੁਣ ਸਾਡੇ ਇੰਡੀਆ 'ਚ ਵਾਪਰ ਰਿਹਾ। ਬਿਲਕੁਲ ਬਿਲਕੁਲ ਬਾਈ ਜੀ, ਦੇਖੋ 20 ਸਾਲ ਬਾਅਦ ਸਿਪਾਹੀ ਦਾ ਬੰਦਾ ਸਿਪਾਹੀ ਰਹਿੰਦਾ। 20 ਸਾਲ ਤੱਕ ਸਿਪਾਹੀ ਤੋਂ ਪ੍ਰਮੋਸ਼ਨ ਨਹੀਂ ਹੁੰਦੀ। ਅਫਸਰਾਂ ਨੂੰ 10 ਸਾਲ ਪ੍ਰਮੋਸ਼ਨ ਜਿਹੜੀ ਆ ਉਹ ਨਹੀਂ ਹੁੰਦੀ। ਜੇ ਦੋ ਜਵਾਨ ਆਪਸ 'ਚ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਤੇ ਗੱਲ ਕਮਾਂਡੈਂਟ ਕੋਲ ਪਹੁੰਚ ਗਈ, 3 ਮਹੀਨੇ ਦੀ ਸਜ਼ਾ ਆ। ਐਡੇ ਡਰ ਦੇ ਮਾਹੌਲ ਦੇ ਵਿੱਚ ਉਹ ਰਹਿੰਦੇ ਨੇ। 1700 ਬੰਦਾ ਇਹਨਾਂ 5 ਵਰ੍ਹਿਆਂ ਦੇ ਦੌਰਾਨ ਇਸ ਫੋਰਸ ਦਾ ਸੁਸਾਈਡ ਕਰ ਗਿਆ, ਡਿਪਰੈਸ਼ਨ ਦੇ ਨਾਲ, ਘਰਾਂ ਦੇ ਉਦਰੇਵੇਂ ਦੇ ਕਾਰਨ ਜਾਂ ਹੋਰ ਕਾਰਨਾਂ ਕਰ। ਕਿਸੇ ਵੀ ਮੁੱਦੇ ਤੇ ਉਹ ਆਪਣਾ ਵਿਚਾਰ ਚਰਚਾ ਨਹੀਂ ਕਰ ਸਕਦੇ। ਅਗਰ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਜਿਹਾ ਬਹਿਸ ਮੁਬਾਸਾ ਹੋ ਗਿਆ ਤਾਂ 3 ਮਹੀਨੇ ਦੀ ਸਜ਼ਾ ਅੰਦਰ ਭੁਗਤਣੀ ਪੈਂਦੀ ਹੈ, ਇੰਡੋਰ ਜਿਹੜੇ ਇਹਨਾਂ ਦੇ ਚੈਂਬਰ ਨੇ। ਉਸ ਤੋਂ ਬਾਅਦ ਨੌਕਰੀ ਜਿਹੜੀ ਹੈ ਉਹ ਖਾਸ ਕਰਕੇ ਉਹਦੀ ਤਨਖਾਹ ਰੋਕ ਦਿੱਤੀ ਜਾਂਦੀ ਹੈ। ਹੋਰ ਬਹੁਤ ਸਾਰੀਆਂ ਪਨਿਸ਼ਮੈਂਟ ਨੇ। ਜੇ ਕਿਤੇ ਅਫਸਰ ਨੇ ਅੱਖ ਚੁੱਕ ਕੇ ਵੀ ਵੇਖ ਲਿਆ ਤਾਂ ਕਈ ਦਿਨ ਡਰਦੇ ਰਹਿੰਦੇ ਕਿ ਪਤਾ ਨਹੀਂ ਮੇਰੇ ਤੋਂ ਕੀ ਗਲਤੀ ਹੋ ਗਈ। 18 ਤੋਂ 20 ਸਾਲ ਬਾਅਦ ਪਹਿਲਾ ਪ੍ਰਮੋਸ਼ਨ, 18-20 ਸਾਲ ਤੋਂ ਪਹਿਲਾਂ ਪ੍ਰਮੋਸ਼ਨ ਨਹੀਂ ਹੁੰਦਾ, ਜਾਣੀ ਕਿ 20 ਸਾਲ ਬਾਅਦ ਤੁਹਾਡੀ ਸਿਪਾਹੀ ਤੋਂ ਅੱਗੇ ਪ੍ਰਮੋਸ਼ਨ ਹੋਣੀ ਹੈ, ਹੌਲਦਾਰ ਜੀ ਜਾਂ ਹੋਰ ਉਹਦੀ। ਜਿਹੜੇ ਅਫਸਰ ਭਰਤੀ ਹੋਣੇ ਨੇ ਉਹਨਾਂ ਦੀ 10 ਜਾਂ 12 ਸਾਲ ਤੋਂ ਬਾਅਦ ਪ੍ਰਮੋਸ਼ਨ ਹੋਣੀ ਹੈ। ਤੇ ਇਸ ਦੌਰਾਨ ਵੈਕੈਂਸੀਆਂ ਨੇ ਜਿਹੜੀਆਂ BSF 'ਚ ਹੁਣ ਵੀ 20 ਤੋਂ 22,000 ਵੈਕੈਂਸੀਆਂ ਖਾਲੀ ਨੇ। ਤੇ ਇਸ ਦੌਰਾਨ ਬਹੁਤ ਹਾਲਾਤ ਮਾਤਰਾ ਅਗਲਾ ਕਹਿੰਦਾ ਘਰੇ ਦਿਹਾੜੀ ਕਰ ਲੋ ਯਾਰ। ਸੋ ਕੀਤਾ ਕੀ ਜਾਵੇ ਸਿਸਟਮ ਦਾ। ਸੁਰਿੰਦਰ ਵੀਰ ਬਹੁਤ ਬਹੁਤ ਧੰਨਵਾਦ। ਸਵੇਰੇ ਹੁੰਦੀ ਹੈ ਮੁਲਾਕਾਤ 6 ਵਜੇ। ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮਿਹਰਬਾਨੀ। ਇਹ ਸਨ ਦੋਸਤੋ ਐਡਵੋਕੇਟ ਸੁਰਿੰਦਰ ਸਿੰਘ। ਸਾਨੂੰ ਸਪੋਰਟ ਕੀਤਾ ਹੈ ਬਾਈ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ। ਵਾਸ਼ਿੰਗਟਨ ਦੇ ਵਿੱਚ ਹੈ ਇਹਨਾਂ ਦਾ ਅਰਲਿੰਗਟਨ ਫਿਊਲ ਸਟਾਪ, 1801 ਪਾਇਨਰ ਈਸਟ ਹਾਈਵੇ, ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ, ਫੈਕਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਟਰੱਕਾਂ ਦਾ ਸਮਾਨ ਸਮਗਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਇਹਨਾਂ ਦੀ ਕੈਲੀਫੋਰਨੀਆ 'ਚ ਹੈ, ਲਾਸਟੇਲ ਟਰੈਵਲ ਸੈਂਟਰ, 14814 ਅਲੋਮਾ ਸਟਰੀਟ, ਲਾਸਟੇਲ, ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ। ਨਾਲ ਲਿਕਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ। ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਿਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ, ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼, ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਹੋ। ਤੇ ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਸਮਾਨਪੁਰ ਹੋਰਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ, 425 232 84 13 425238 ਤੇ ਕੁਝ ਕਮੈਂਟ ਆਏ ਨੇ। ਪਿਆਰਾ ਸਿੰਘ ਜੀ ਲਿਖਦੇ ਨੇ, ਕਹਿੰਦੇ ਜੀ ਮੁਹੱਲਾ ਕਲੀਨਿਕ ਖੋਲ ਕੇ ਪੰਜਾਬ ਨੂੰ ਇੱਕਦਮ ਵੱਡੀ ਬੇਰੁਜ਼ਗਾਰੀ ਦੇ ਵਿੱਚ ਧੱਕ ਦੇਣਗੇ, ਕਿਉਂਕਿ ਪੰਜਾਬ ਦੇ ਹਰ ਪਿੰਡ 'ਚ 5 ਤੋਂ 6 RMP ਡਾਕਟਰ ਬੈਠੇ ਨੇ। ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰ ਕਿੱਥੇ ਐਡਜਸਟ ਕਰੂਗੀ।
ਤੇ ਡਾਕਟਰਾਂ ਦੀ ਵੀ ਪੰਜਾਬ ਪੱਧਰ ਤੇ ਬਹੁਤ ਵੱਡੀ ਜਥੇਬੰਦੀ ਹੈ, ਸੋ ਜਿਨ੍ਹਾਂ ਨੂੰ ਪਿੰਡਾਂ ਦੇ ਵਿੱਚ ਲੋਕਾਂ ਦਾ ਸਮਰਥਨ ਵੀ ਹਾਸਲ ਹੈ। ਵਰਿੰਦਰਜੀਤ ਸਿੰਘ ਮੰਟੂ ਲਿਖਦੇ ਨੇ ਕਿ ਮਹਾਰਾਸ਼ਟਰ ਨਵ ਨਿਰਮਾਣ ਸੈਨਾ ਨੇ ਮੁਗਲ ਬਾਦਸ਼ਾਹ ਔਰੰਗਜ਼ੇਬ ਦੀ ਕਬਰ ਪੱਟਣ ਦਾ ਐਲਾਨ ਕਰ ਦਿੱਤਾ, ਜਿਸ ਨੂੰ ਲੈ ਕੇ ਕਬਰ ਤੇ ਸੁਰੱਖਿਆ। ਉਹ ਹੀਰੋ ਬਣਦੇ ਨੇ ਜੀ, ਕੀ ਇਹਨਾਂ ਲੋਕਾਂ ਦਾ। ਤੁਸੀਂ ਇਹਨਾਂ ਨੂੰ ਛੱਡੋ, ਸਾਡੇ ਵਾਲੇ ਸਿੱਖ ਨੇਤਾ ਵੇਖ ਲਓ, ਇਹ ਉਹਦੇ ਤੇ ਸਪਰੇਅ ਮਾਰ ਕੇ ਕੌਮ ਦੇ ਹੀਰੇ ਬਣੇ ਹੋਏ ਨੇ। ਆਪਣਾ ਮਨਜਿੰਦਰ ਸਿੰਘ ਸਿਰਸਾ ਹੋਣੀ, ਸਿੱਖੀ ਕਹਿੰਦੀ ਹੈ ਕਿ ਡਿੱਗੇ ਪਏ ਦੁਸ਼ਮਣ ਨਾ ਹੱਥੇ, ਦੁਸ਼ਮਣ ਤੇ ਵਾਰ ਨਾ ਕਰੋ। ਇਹ ਸਾਈਨ ਬੋਰਡ ਤੇ ਸਪਰੇਅ ਮਾਰ ਕੇ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਕਰੀ ਜਾਂਦੇ ਨੇ। ਆਹ ਤਾਂ ਸਿੱਖੀ ਖੜੀ ਆ ਇੱਥੇ। ਕੰਵਰ ਵਿਜੇ ਪ੍ਰਤਾਪ ਵੀ ਨਵਜੋਤ ਸਿੰਘ ਸਿੱਧੂ ਵਾਂਗ ਸੱਚ ਦੀ ਆਵਾਜ਼ ਉਠਾਉਂਦੇ ਰਹਿਣਗੇ। ਆਮ ਆਦਮੀ ਪਾਰਟੀ ਦੇ ਦੂਜੇ ਉਮੀਦਵਾਰ ਧਰਮਵੀਰ ਗਾਂਧੀ ਬਣਨਗੇ। ਬਿਲਕੁਲ ਲਿਖਦੇ ਨੇ ਜਗਦੀਸ਼ ਲਾਲ। ਹਾਂ, ਨਹੀਂ ਤਾਂ ਫਿਰ ਬੀਜੇਪੀ 'ਚ ਜਾਣਗੇ, ਹੋਰ ਕੀ ਹੋਵੇਗਾ। ਉਹ ਬੀਜੇਪੀ ਵੀ ਇਸ ਤਰ੍ਹਾਂ ਦੀ ਗੇਮ ਕਰ ਰਹੀ ਹੈ, ਪਰ ਸਰਕਾਰ ਦੀ ਫੂਕ ਕੱਢ ਗਈ ਇਹ ਚਿੱਠੀ ਕਿ ਤੁਸੀਂ ਬੇਅਦਬੀ ਦਾ ਰੌਲਾ ਪਾਉਂਦੇ ਸੀ, ਜੇ ਸੱਚੇ ਹੋ ਤੇ ਕਾਰਵਾਈ ਕਿਉਂ ਨਹੀਂ। ਜੋ ਆਪਣਾ ਐਸਟੀਓ ਜਗਦੀਸ਼ ਜੀ ਲਿਖਦੇ ਨੇ 70 ਸਾਲਾਂ ਤੋਂ ਪਾਕਿਸਤਾਨ ਦੇ ਵਿੱਚ ਰਹਿ ਕੇ ਗੁਰਧਾਮਾਂ ਦੀ ਅਰਦਾਸ ਕੀਤੀ ਜਾ ਰਹੀ, ਪਰ ਇਮਰਾਨ ਤੇ ਨਵਜੋਤ ਦੀ ਦੋਸਤੀ ਤੇ ਜਨਰਲ ਬਾਜਵਾ ਨੂੰ ਵੀ ਝੁਕਣਾ ਪਿਆ। ਉੱਥੋਂ ਦਾ ਸਕੇੜਾ ਜਾ ਕੇ ਤੋਪ ਲੈ ਆਉਂਦਾ, ਸਿਕਿਉਰਿਟੀ ਲੱਗੀ ਹੈ, ਸਭ ਕੁਝ ਹੈਗਾ, ਆਪਸ ਰਿਲੇਸ਼ਨ ਬਣਦੇ ਨੇ, ਮਾੜਾ ਕੀ ਹੈ। ਤੇ ਰਘਵੀਰ ਸਿੰਘ ਬਾਈ ਜੀ ਗੰਗਾਨਗਰ ਵਾਲੇ ਯੂਕੇ ਤੋਂ, ਡੀਐਸਪੀ ਰਵਿੰਦਰ ਸਿੰਘ ਰੰਧਾਵਾ ਸਾਹਿਬ ਪਟਿਆਲੇ ਵਾਲੇ, ਥੈਂਕ ਯੂ ਜੀ, ਮਿਹਰਬਾਨੀ। ਸੇਵ ਵਾਟਰ ਹੋਣਾ ਚਾਹੀਦਾ ਜੀ। ਤੇ ਇਹ ਵੀ ਰੰਧਾਵਾ ਸਾਹਿਬ ਵੀ এনवायरमेंट ਪਾਰਕ ਦੀ ਟੀਮ 'ਚ ਨੇ, ਮਿਲਿਆ ਤਾਂ ਨਹੀਂ ਮੈਂ ਕਦੇ, ਜਾਂਦੇ ਆ ਸ਼ਾਇਦ ਉੱਥੇ। ਬਲਰਾਜ ਸਿੰਘ ਸੰਧੂ ਸਾਹਿਬ, ਮਨਦੀਪ ਜੱਸੀ ਕਹਿੰਦੇ ਜੀ YouTube ਤੇ MMS ਚੈੱਕ ਕਰੋ। ਇਹ ਸਮਝ ਨਹੀਂ ਬਾਈ ਜੀ, ਇਹ ਨੈਕਡ ਹੈਕਡ ਪਤਾ ਨਹੀਂ ਕਿਹੜਾ। ਮੈਂ ਇਸ ਬਕਵਾਸ ਨੂੰ ਕਿੰਨੀ ਵਾਰੀ ਬਲੌਕ ਕਰ ਚੁੱਕਿਆ, ਪਤਾ ਨਹੀਂ ਤਾਂ ਕੁਝ ਮੈਨੂੰ ਲੱਗਦਾ ਕਿ YouTube ਨੇ ਕੁਝ ਜਿਹੜੇ ਪੇਜ ਨੇ ਉਹਨਾਂ ਨੂੰ ਖਾਸ ਜਿਹੜੀ ਮੁੱਲ ਦੇ ਚੁੱਕੀ ਹੈ। ਮੈਂ ਇਹਦੀ ਰਿਪੋਰਟ ਕਰ ਚੁੱਕਾ, ਇਹਨੂੰ ਹਿਡਨ ਕਰ ਚੁੱਕਾ, ਪਰ ਇਹ ਪਤਾ ਨਹੀਂ ਕਿੱਦਾਂ ਦਾ ਸਿਸਟਮ ਆ। ਮੈਨੂੰ ਲੱਗਦਾ ਕਿ ਕੁਝ ਛਿੰਦੇ ਪੁੱਤ ਹੈ YouTube ਦੇ, ਜਿਨ੍ਹਾਂ ਨੂੰ ਕੋਈ ਰਿਲੈਕਸੇਸ਼ਨ ਹੈ, ਸਮਝੋ ਬਾਹਰ ਹੈ। ਚਲੋ ਮੈਂ ਕਿਸੇ ਟੈਕਨੀਕਲ ਸੀਨੀਅਰ ਨੂੰ ਪੁੱਛਾਂਗਾ ਆਪਣੇ ਨੂੰ, ਪਰ ਮੈਂ ਇਹਦਾ ਹਰ ਇਲਾਜ ਕਰ ਚੁੱਕਾ, ਰਿਮੂਵ ਕਰ ਚੁੱਕਾ, ਰਿਪੋਰਟ ਕਰ ਚੁੱਕਾ, ਚੈਨਲ ਤੋਂ ਹਿਡਨ ਕਰ ਚੁੱਕਾ। ਪਤਾ ਨਹੀਂ ਕੀ ਸਿਸਟਮ ਹੈ, ਮੇਰੇ ਖਿਆਲ ਹੈ ਕੁਝ ਕਿਸੇ ਕੈਟਾਗਰੀ 'ਚ ਹੈ ਖਾਸ, ਜਿਹੜਾ ਇਹ ਬਲੌਕ ਨਹੀਂ ਹੋ ਰਿਹਾ। ਕਿਉਂਕਿ ਯਾਰ ਇਹ ਵੀ ਤਾਂ ਅਦਾਰੇ ਇਹਨਾਂ ਲੋਕਾਂ ਦੇ ਹੀ ਨੇ। ਲੋਕੀ ਅਜੇ ਨਵੇਂ ਸੋਸ਼ਲ ਮੀਡੀਆ ਦੀ ਆਜ਼ਾਦੀ ਦੀ ਗੱਲ ਕਰਦੇ ਆ, ਸਭ ਚੋਰਾਂ ਨਾਲ ਕੁੱਤੀਆਂ ਰਲਦੀਆਂ ਨੇ। ਰੰਧਾਵਾ ਰਵਿੰਦਰ ਸਿੰਘ ਡੀਐਸਪੀ ਥੈਂਕ ਯੂ। ਸਤਿੰਦਰ ਸਿੰਘ ਰੰਧਾਵਾ ਆਪਣੇ ਸਬਸਕ੍ਰਾਈਬਰ। ਮਨਦੀਪ ਸਿੰਘ ਜੱਸੀ ਥੈਂਕ ਯੂ। ਪਿਛਲੇ 5 ਦਿਨਾਂ ਤੋਂ ਕਹਿੰਦੇ ਪੂਰੀ ਜਾਨ ਨਾਲ ਬੋਲ ਰਹੇ, ਵੈਸੇ ਸਦਾ ਬੋਲਦੇ ਰਹੋ। ਨਹੀਂ ਦੇਖੋ ਜੀ, ਪਾਣੀ ਦਾ ਮਸਲਾ, ਪਾਣੀ ਦੇ ਨਹਿਰਾਂ 'ਚ ਜ਼ਹਿਰ ਆ ਤੇ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਜਦੋਂ ਕੇਜਰੀਵਾਲ ਸਾਹਿਬ ਕਹਿੰਦੇ ਤੁਹਾਨੂੰ ਕੋਈ ਡਰ ਨਹੀਂ, ਕੋਈ ਤੁਹਾਨੂੰ ਇੰਸਪੈਕਟਰ ਨਹੀਂ ਚੈੱਕ ਕਰੇਗਾ, ਇੰਸਪੈਕਟਰ ਲਾਏ ਕਿਉਂ ਨੇ ਕੇਜਰੀਵਾਲ ਸਾਹਿਬ? ਹਟਾ ਦਿਓ, ਇੰਸਪੈਕਟਰੀ ਰਾਜ ਖਤਮ ਕਰ ਦਿਓ। ਫਿਰ ਕਿਉਂ ਤਨਖਾਹ ਦਿੰਦੇ ਹੋ ਜੇ ਚੈੱਕ ਨਹੀਂ ਰੱਖਣਾ ਤੁਸੀਂ ਉਹਨਾਂ ਲੋਕਾਂ ਤੇ? ਇਹ ਠੀਕ ਹੈ ਕਿ ਇੰਸਪੈਕਟਰਾਂ ਦੇ ਤੁਸੀਂ ਚੈੱਕ ਰੱਖੋ, ਇੰਸਪੈਕਟਰ ਇੰਡਸਟਰੀ ਦੇ ਚੈੱਕ ਰੱਖਣ। ਮੈਂ ਇੱਕ ਵਾਰੀ ਨਾ ਸ਼ੋਅ ਹੋਸਟ ਕੀਤਾ ਲਾ ਭਵਨ ਚੰਡੀਗੜ੍ਹ, ਇੱਥੇ ਮੁੰਡਾ BSF 'ਚ ਹੋ ਗਿਆ ਕਮਾਂਡੈਂਟ, ਇੱਥੇ ਉਹ ਵੀ এনवायरमेंट ਦੇ ਕੰਮ ਕਰਦੇ ਸੀ। ਤਾਂ ਜਸਟਿਸ ਵਰਿੰਦਰ ਜੈਨ ਚੀਫ ਜਸਟਿਸ ਸੀਗੇ ਉਸ ਵਕਤ, ਤੇ ਉਹ ਮੈਂ ਉਸ ਸ਼ੋਅ ਨੂੰ ਹੋਸਟ ਕਰ ਰਿਹਾ ਸੀਗਾ, ਐਂਕਰ ਸੀ ਉਹਦਾ। ਤੇ ਉੱਥੇ ਜਸਟਿਸ ਵਰਿੰਦਰ ਜੈਨ ਖੁਦ ਮੰਨੇ, ਕਹਿੰਦੇ ਮੈਂ ਲੈਦਰ ਕੰਪਲੈਕਸ ਰੇਡ ਕੀਤਾ, ਕਹਿੰਦੇ ਮੈਂ ਦੱਸਿਆ ਨਹੀਂ ਕਿਸੇ ਨੂੰ, ਉੱਥੇ ਜਾ ਕੇ ਆਰਾਮ ਨਾਲ ਉੱਥੇ ਰਹਿ ਗਿਆ। ਸਵੇਰੇ ਕਹਿੰਦੇ ਮੈਂ ਲੈਦਰ ਕੰਪਲੈਕਸ ਜਲੰਧਰ ਰੇਡ ਕੀਤਾ ਤਾਂ ਕੋਈ ਵੀ ਯੂਨਿਟ ਨਹੀਂ ਸੀ ਚੱਲ ਰਿਹਾ। ਜੇ ਉਹਨਾਂ ਦੀ ਆਮਦ ਦਾ ਪਤਾ ਲੱਗ ਜਾਂਦਾ ਕਿ ਜੱਜ ਸਾਹਿਬ ਆ ਰਹੇ ਨੇ ਤੇ ਉਹਨਾਂ ਨੂੰ ਪਹਿਲਾਂ ਪਤਾ ਲੱਗ ਜਾਣਾ ਸੀ। ਜੇ ਇੱਕ ਹਾਈ ਕੋਰਟ ਦਾ ਜੱਜ ਇਹ ਗੱਲ ਮੰਨਦਾ ਕਿ ਸਭ ਕੁਝ ਇਹ ਹੈ, ਤੇ ਹੁਣ ਤੇ ਫਿਰ ਅਫਸਰਾਂ ਦੇ ਜਾਣ ਤੋਂ ਪਹਿਲਾਂ ਹੀ ਚੈੱਕ ਹੋ ਜਾਂਦਾ, ਨਾਲ ਗੱਲ ਲੀਕ ਹੋ ਜਾਂਦੀ। ਬਲਜਿੰਦਰ ਸਿੰਘ ਮੌੜ ਥੈਂਕ ਯੂ ਜੀ। ਇਮਾਨਦਾਰ ਹੋਣਾ ਚੰਗੀ ਗੱਲ ਹੈ, ਪਰ ਹਰ ਰੋਜ਼ ਗੁਆਂਢੀਆਂ ਨੂੰ ਗਾਲਾਂ ਵੀ ਨਹੀਂ ਦੇਣੀਆਂ ਚਾਹੀਦੀਆਂ, ਕਈ ਵਾਰ ਮਾੜੀ ਜ਼ਬਾਨ ਲੈ ਪੈਂਦੀ। ਗਵਾਂਢੀਆਂ ਨੂੰ ਗਾਲਾਂ ਤਾਂ ਨਹੀਂ, ਪਰ ਜਿਹੜੇ ਗਲਤ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਕਹਿਣਾ ਤਾਂ ਚਾਹੀਦਾ, ਕਿਉਂਕਿ ਜ਼ੁਲਮ ਜੇ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ ਬਾਈ ਜੀ। ਹਰਵਿੰਦਰ ਸਿੰਘ ਜੌਲ ਕਹਿੰਦੇ ਕੈਪਟਨ ਦੀ ਤਾਂ ਮੰਨੀ ਗਈ ਹੋਣੀ ਆ ਭੈਣ, ਉਹਨਾਂ ਦਾ ਕੱਟਾ ਰਾਸ ਆ ਗਿਆ। ਦੇਖੋ ਇਹੋ ਜਿਹੇ ਲੋਕ ਕੱਟਾ ਦਾਨ ਕਰਨ ਵਾਲੇ ਅਕਲ ਦਾਨ ਕਰ ਦਿੰਦੇ ਆ, ਕੱਟਾ ਕੁੱਟਾ ਤਾਂ ਕਾਹਦਾ ਦਾਨ ਕਰਦੇ ਆ। ਜਗਦੀਸ਼ ਜੀ ਕਹਿੰਦੇ ਮਹਿਲ ਕਲਾਂ ਗੁੰਡਿਆਂ ਤੋਂ ਕਰਨਜੀਤ ਕੌਰ ਕਾਂਡ ਖਿਲਾਫ ਲੜਨ ਵਾਲੇ ਨੇਤਾਵਾਂ ਨੂੰ ਝੂਠੇ ਕੇਸਾਂ 'ਚ ਫਸਾਇਆ, ਸੁਪਰੀਮ ਕੋਰਟ 'ਚੋਂ ਇਨਸਾਫ ਨਹੀਂ ਮਿਲਿਆ, ਲੋਕਾਂ ਨੇ ਧਰਨ ਪਾਈ, ਮਨਜੀਤ ਧਨੇਰ ਦੀ ਗਵਰਨਰ ਰਾਹੀਂ ਮਾਫੀ ਹੋਈ। ਬਿਲਕੁਲ ਜੀ, ਕਰਨਜੀਤ ਕਾਂਡ ਤੁਸੀਂ ਦੇਖੋ, ਉਸ ਬਾਲੜੀ ਦੇ ਨੌਹਾਂ ਦੇ ਵਿੱਚ ਵੀ ਉਹਨਾਂ ਬਲਾਤਕਾਰੀ ਵਹਿਸ਼ੀਆਂ ਦਾ ਮਾਸ ਆ ਗਿਆ ਸੀ, ਮਾਸਟਰ ਦੀ ਧਿਆਣੀ ਸੀ। ਹਰ ਦੇ ਖੇਤਾਂ 'ਚ ਜੋ ਉਸ ਨਾਲ ਹੋਇਆ, ਰੂਹ ਕੰਬ ਜਾਂਦੀ ਹੈ।
ਸਿਰਫ ਉਸਨੇ ਇੰਨਾ ਹੀ ਕਿਹਾ ਸੀ ਕਿ ਮੈਨੂੰ ਛੇੜ ਦਿਓ, ਆਪਣੀ ਭੈਣ ਨੂੰ ਛੇੜ ਲਓ। ਉਸ ਤੋਂ ਬਾਅਦ ਬਹੁਤ ਜ਼ਿਆਦਤੀ ਉਹਦੇ ਨਾਲ ਕੀਤੀ ਵਿੱਚ ਨੂੰ। ਫਿਰ ਉਹ ਪੋਲੀਟੀਕਲ ਸੀ, ਫਿਰ ਉਹ ਆਮ ਆਦਮੀ ਪਾਰਟੀ 'ਚ ਵੀ ਆ ਗਏ ਸੀ, ਉਹ ਜਿਹੜੇ ਕਥਿਤ ਦੋਸ਼ੀ ਸੀ, ਉਸ ਕਾਂਡ ਦੇ ਦੋਸ਼ੀ ਸੀਗੇ। ਪ੍ਰੋਫੈਸਰ ਜਸਵੰਤ ਸਿੰਘ ਪਹਿਲਾਂ ਬਾਦਲਾਂ ਤੇ ਵੀ ਦੋਸ਼ ਲੱਗੇ ਸੀ ਉਹਨਾਂ ਦੀ ਮਦਦ ਕਰਨ ਦਾ। ਪ੍ਰੋਫੈਸਰ ਜਸਵੰਤ ਸਿੰਘ ਆਪਣੇ ਸਬਸਕ੍ਰਾਈਬਰ ਨੇ। ਕਰਮਜੀਤ ਸਿੰਘ ਅਮੀਰ ਕੇ, ਮਨਜੀਤ ਸਿੰਘ, ਮਲੂਕ ਸਿੰਘ ਲਾਹੌਰੀਆ, ਔਲਖ ਸਾਹਿਬ, ਹਰਜੀਤ ਲਿਟ, ਧਰਮਵੀਰ ਗੰਢੇ, ਭੈਣ ਹਰਵਿੰਦਰ ਜਵਾਲ ਤੇ ਪ੍ਰੋਫੈਸਰ ਜਸਵੰਤ ਸਿੰਘ, ਸਭ ਸੱਜਣਾਂ ਦਾ ਧੰਨਵਾਦ। ਤੇ ਇਸ ਦੇ ਨਾਲ ਤੁਹਾਡਾ ਸਬ ਸਪਾਂਸਰ ਦਾ ਧੰਨਵਾਦ। ਤੇ ਸਵੇਰੇ ਭਾਰਤੀ ਸਮਾਂ ਹੁਣ ਆਪਣਾ ਚੇਂਜ ਹੋ ਗਿਆ, ਪੋਸਟ ਮੈਂ ਪਾਈ ਨਹੀਂ, ਲਿਖਣ ਦੀ ਆਦਤ ਘੱਟ ਹੈ, ਚਲੋ ਲਿਖ ਵੀ ਦੇਣਾ। ਤੇ ਬੇਨਤੀ ਹੈ ਕਿ ਅੱਗੇ ਜ਼ਰੂਰ ਸ਼ੇਅਰ ਕਰ ਦਿਆ ਕਰੋ। ਇੰਨੇ ਨਿੱਠ ਕੇ ਪ੍ਰੋਗਰਾਮ ਅਸੀਂ ਕਰੀਦੇ, ਵੱਧ ਤੋਂ ਵੱਧ ਸਰੋਤਿਆਂ ਤੱਕ ਪਹੁੰਚਾ ਕਰੋ। ਸ਼ਿਵ ਜਨਾਗਲ ਬੜੀ ਦੇਰ ਤੋਂ ਬਾਅਦ ਆਏ ਨੇ, ਸਾਰੇ ਮਿਲ ਕੇ ਰਿਪੋਰਟ ਕਰਨ ਤਾਂ ਕੁਝ ਹੋ ਸਕਦਾ। ਬਿਲਕੁਲ ਜਨਾਗਲ ਸਾਹਿਬ, ਅਦਰਵਾਈਜ਼ ਕੁਝ ਨਹੀਂ ਹੋਣਾ। ਗੱਲ ਹੀ ਨਹੀਂ ਸਰਕ ਰਹੀ, ਕੋਈ ਨਹੀਂ ਬੋਲ ਰਿਹਾ। ਇਸ ਦੌਰਾਨ ਸਰਬਰਾੜ ਮੁਕਤਸਰ ਤੋਂ, ਗੁਰਮੀਤ ਸੰਧੂ ਚੁੱਪ ਕੀਤੀ ਵਾਲੇ ਕੈਨੇਡਾ ਤੋਂ ਆਪਣੇ ਸਬਸਕ੍ਰਾਈਬਰ ਨੇ। ਲਾਂਬਾ MS, ਦਲਵੀਰ ਸਿੰਘ ਮੁਕੱਦਰ ਸਿੰਘ, ਥੈਂਕ ਯੂ। ਹਰਜੀਤ ਸਿੰਘ ਸਰਾਂ, ਦਲਵੀਰ ਸਿੰਘ ਮੁਕੱਦਰ ਸਿੰਘ, ਹਰਜੀਤ ਸਿੰਘ ਸਰਾਂ, ਗਾਮਾ ਸਿੱਧੂ ਬਾਈ ਜੀ, ਕਰਨੈਲ ਸਿੰਘ ਬੈਨੀਪਾਲ, ਹਰਵਿੰਦਰ ਸਿੰਘ, ਜਗਰਾਜ ਸਿੰਘ ਕਾਲੇ, ਬਲਵਿੰਦਰ ਸਿੰਘ, ਜਗਦਾਰ ਸਿੰਘ ਕਹਿੰਦੇ ਜੀ ਸਿੱਧੂ ਨੂੰ ਆਪਣੀ ਕੀਤੀ ਕਰਤੂਤ ਤੇ ਪਛਤਾਵਾ ਜ਼ਰੂਰ ਰਹੇਗਾ। ਪੋਲਰ, ਐਤਵਾਰ ਕੱਟ ਕੇ ਦਿਨ ਕੱਟਣਗੇ ਜੀ, ਪੂਰਾ ਸਾਲ ਜੇਲ੍ਹ 'ਚ ਰਹਿਣਾ ਪਵੇਗਾ। ਮਨਜੀਤ ਸਿੰਘ ਸੀਲੋਂ, ਰਣਵੀਰ ਸਿੰਘ ਆਪਣੇ ਸਬਸਕ੍ਰਾਈਬਰ ਨੇ ਫਰਾਂਸ ਤੋਂ, ਹਰਜੀਤ ਸਿੰਘ ਸਰਾਂ ਤੇ ਮਨਜੀਤ ਸੀਲੋਂ, ਬੂਟਾ ਸਿੰਘ, ਬਲਜਿੰਦਰ ਕੁਮਾਰ, ਥੈਂਕ ਯੂ। ਗੁਰਪ੍ਰੀਤ ਬਰਾੜ, ਮਨਦੀਪ ਸਿੰਘ, ਰਾਮ ਬਾਬਾ ਮਾਨੂਕੇ, ਪਰਮਜੀਤ ਸਿੰਘ, ਯਕਰੂਨ ਤੇ ਬੂਟਾ ਸਿੰਘ, ਸ਼ੈਲੀ ਸਿੰਘ ਜੀ ਕਹਿੰਦੇ ਥੈਂਕ ਯੂ, ਮਿਹਰਬਾਨੀ। ਤੇ ਇਸ ਦੇ ਨਾਲ ਜੌਂਡੀਅਰ, ਸੌਹਤ ਰੱਸਾ ਸਿਰੇ ਤੇ ਗੰਢ, ਸੰਦੀਪ ਕੌਰ ਦੁਲੇ, ਥੈਂਕ ਯੂ ਭੈਣ ਰਾਣੀ। ਤੇ ਬਲਜਿੰਦਰ ਸਿੰਘ, ਅਮਰਤ ਸਿੰਘ ਬਾਜਵਾ, ਪਾਖਰ ਤੋਂ UK ਤੋਂ, ਹਰਜਸ ਬਾਲਾ ਜੀ ਤੇ ਬਲਵਿੰਦਰ ਸਿੰਘ, ਗਿਆਨ ਸਿੰਘ, ਸ਼ਿਵ ਜਨਾਗਲ, ਰੋਬੀ ਮਨ ਸਬਸਕ੍ਰਾਈਬਰ ਨੇ, ਥੈਂਕ ਯੂ। ਸਰਬਰਾੜ, ਜਗੀਰ ਸਿੰਘ, ਕਸ਼ਮੀਰ ਸਿੰਘ, ਸੱਚ ਨੂੰ ਫਾਂਸੀ ਲਿਖਦੇ ਨੇ ਨਿਊਜ਼ੀਲੈਂਡ ਤੋਂ। ਤੇ ਭਾਨ ਸਿੰਘ ਗਰੇਵਾਲ ਬਾਈ ਜੀ ਆਪਣੇ ਸਬਸਕ੍ਰਾਈਬਰ ਨੇ, ਆਂਡੂ ਵਾਲੇ, ਜਗਰਾਵਾਂ ਕੋਲ ਪਿੰਡ ਹੈ, ਸਨਹੌਜੇ ਰਹਿੰਦੇ ਨੇ। ਤੇ ਸੰਦੀਪ ਗਰੇਵਾਲ, ਪ੍ਰਗਟ ਨੇ ਸਿੱਧੂ ਬਾਰੇ ਕੋਈ ਕਮੈਂਟ ਨਹੀਂ ਕੀਤਾ। ਜਿਮੀ ਕਾਰਟਰ ਬਾਈ ਜੀ, ਲੋਕੀ ਡਿਪਲੋਮੈਟਿਕ ਨੇ ਵੀਰ, ਇੱਥੇ ਤਮਾਸ਼ਾ ਵੇਖਦੇ ਆ ਸ਼ਰੇਆਮ ਖੜ ਕੇ, ਅੰਦਰ ਵੜ ਕੇ। ਵਕਤ ਪਏ ਤੋਂ ਵੀਰਿਆ ਸਭ ਸਾਥ ਛੱਡ ਜਾਂਦੇ ਆ, ਵਿਰਲੇ ਬੰਦੇ ਨੇ ਜਿਹੜੇ ਖੜਦੇ ਨੇ। ਸੋ ਸੱਚ ਨਾਲ ਖੜਿਆ ਕਰੋ, ਇਹੀ ਧਰਮ ਹੈ। ਧਰਮ ਸਿਰਫ ਪਾਠ ਕਰਨ, ਪੂਜਾ ਕਰਨ, ਹਵਨ ਕਰਨ, ਜਪਣ ਨਾਲ ਨਹੀਂ। ਧਰਮ ਇਹ ਹੈ ਕਿਤੇ ਵੀ ਬੇਇਨਸਾਫੀ ਹੁੰਦੀ ਉਹਦੇ ਹੱਕ 'ਚ ਖੜੀਏ। ਸਿੱਖੀ ਦਾ ਧਰਮ ਤਾਂ ਇਹ ਹੈ ਕਿ ਜੇ ਜ਼ੁਲਮ ਕਰਨਾ ਪਾਪ ਹੈ, ਜ਼ੁਲਮ ਸਹਿਣਾ ਵੀ ਪਾਪ ਹੈ। ਸੋ ਇਸ ਮਾਨੇ ਨੂੰ ਸਮਝੋ। ਸੋ ਇਸ ਦੇ ਨਾਲ ਹੀ ਪਰਮਿੰਦਰ ਸਿੰਘ ਟਿਵਾਣਾ ਨੂੰ ਹੁਣ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆ ਗਿਆ। ਸ਼ਬਾ ਖੈਰ, ਸਤਿ ਸ੍ਰੀ ਅਕਾਲ। ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।